ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਆਪਣੀ ਭਗਤੀ ਲਾਏ। ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਰੂਪ ਸਤਸੰਗ ਜੀ, ਕੱਲ ਜ਼ਿਕਰ ਚੱਲ ਰਿਹਾ ਸੀ ਕੇਸਾਂ ਦੇ ਉੱਤੇ, ਤੇ ਉਸੇ ਨੂੰ ਮੈਂ ਅੱਗੇ ਵਧਾਉਂਦੀ ਆਪ ਜੀ ਦੇ ਅੱਗੇ। ਗੁਰੂ ਕੀ ਹੁੰਦੇ ਆ? ਗੁਰੂ ਨੇ ਕੇਸ ਸਾਡੇ ਕੀ ਹਨ? ਗੁਰੂ ਦੀ ਮੋਹਰ ਹਨ। ਕੇਸਾਂ ਦੀ ਸਾਨੂੰ ਬਹੁਤ ਸੰਭਾਲ ਬਹੁਤ ਜ਼ਰੂਰੀ ਹੈ। ਕਹਿੰਦੇ 26 ਦਸੰਬਰ ਨੂੰ 1963 ਦੀ ਗੱਲ ਹੈ, ਕਸ਼ਮੀਰ ਵਿੱਚ ਬਹੁਤ ਬਰਫ਼ ਪੈ ਗਈ, ਤੇ ਉਹਦੇ ਨਾਲ ਕੀ ਹੋਇਆ? ਬਰਫ਼ ਪੈਣ ਦੇ ਨਾਲ ਸਾਰੇ ਮੁਸਲਮਾਨ ਜੋ ਸੀ ਉਹ ਬੜੇ ਗੁੱਸੇ ਵਿੱਚ ਆ ਗਏ। ਉਹਨਾਂ ਨੇ ਬਾਜ਼ਾਰਾਂ ਵਿੱਚ ਅੱਗਾਂ ਲਾਤੀਆਂ। ਗੱਲ ਕਿੰਨੀ ਕੀ ਸੀ? ਸਿਰਫ ਉਹ ਮ- ਕਿ ਜਿਹੜਾ ਹਜ਼ਰਤ ਮੁਹੰਮਦ ਸੀ, ਇਹਨਾਂ ਦਾ ਮੁਸਲਮਾਨਾਂ ਦਾ ਗੁਰੂ ਹੈ, ਇੱਕ ਵਾਰੀ ਹਜ਼ਰਤ ਮੁਹੰਮਦ, ਉਹਦੇ ਕੇਸ ਜੋ ਸੀ ਉਹ ਖੋ ਗਏ। ਇਹ ਕਈ ਸੌ ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਸ਼੍ਰੀਨਗਰ 'ਚ ਇੱਕ ਮਸਜਿਦ ਵਿੱਚ ਸੰਭਾਲਿਆ ਪਿਆ ਸੀ ਇਹ ਕੇਸ, ਤੇ ਤੇ ਉਹਨੂੰ ਕਿਸੇ ਨੇ ਚੁਰਾ ਲਿਆ। ਉਹ ਕੇਸ ਚੁਰਾਉਣ ਦੇ ਕਾਰਨ ਮੁਸਲਮਾਨਾਂ ਵਿੱਚ ਬਹੁਤ ਬਹੁਤ ਰੋਹ ਵਿੱਚ ਆ ਗਏ। ਮੁਸਲਮਾਨ ਬਹੁਤ ਗੁੱਸੇ ਵਿੱਚ ਆ ਗਏ, ਤੇ ਆ ਕੇ ਉਹਨਾਂ ਨੇ ਜੋ ਕਿ ਬਹੁਤ ਵੱਡਾ ਨੁਕਸਾਨ ਕੀਤਾ। ਉਹਨੂੰ ਉਹਦੇ ਉੱਤੇ ਕੇਸ ਦੇ ਉੱਤੇ ਅੱਗਾਂ ਲਗਾਤੀਆਂ। ਸ਼ਹਿਰ ਵਿੱਚ ਬਹੁਤ ਕਸਮਾਨ ਮਚਿਆ। ਲੇਕਿਨ ਫਿਰ ਉਹਨਾਂ ਨੇ ਕੇਸ ਨੂੰ ਲੱਭਣ ਲਈ ਇਨਾਮ ਰੱਖਿਆ, 1 ਲੱਖ ਰੁਪਏ ਦਾ ਇਨਾਮ ਰੱਖਿਆ। ਤੇ ਜੇ ਔਰ ਇਹ ਵੀ ਕਿਹਾ ਕਿ ਜੇ ਕੋਈ ਕੇਸਾਂ ਬਾਰੇ ਸਾਨੂੰ ਦੱਸੇਗਾ, ਉਹਨੂੰ 500 ਰੁਪਏ, ਦੱਸਣ ਵਾਲੇ ਨੂੰ 500 ਰੁਪਏ ਇਨਾਮ ਦਿੱਤਾ ਜਾਏਗਾ। ਤੇ ਜਿਹੜਾ ਇਹ ਕੇਸ ਦੇਗਾ ਉਹਨੂੰ 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ। 1963 ਦੀ ਗੱਲ ਹੈ। ਉਸ ਟਾਈਮ ਦਾ 1 ਲੱਖ ਰੁਪਇਆ ਬਹੁਤ ਜ਼ਿਆਦਾ ਹੁੰਦਾ ਸੀ। ਤੇ ਕਸ਼ਮੀਰ ਦੀ ਸਰਕਾਰ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਵੀ ਇਹਦੇ ਨਾਲ ਤਾਂ ਬਹੁਤ ਜ਼ਿਆਦਾ ਤਰਥੱਲੀ ਮਚ ਗਈ, ਇੱਧਰ ਉੱਧਰ ਰੌਲਾ ਪੈ ਗਿਆ। ਫਿਰ ਪੰਡਿਤ ਜਵਾਹਰ ਲਾਲ ਨਹਿਰੂ ਨੇ ਜੋ ਅਨਾਉਂਸ ਕੀਤਾ ਵਿਸ਼ੇਸ਼ ਤੌਰ ਤੇ, ਉਹਨਾਂ ਨੇ ਦੁੱਖ ਵੀ ਪ੍ਰਗਟ ਕੀਤਾ ਤੇ ਅਨਾਉਂਸ ਵੀ ਕੀਤਾ ਤੇ ਕਿ ਬਈ ਇਹਨਾਂ ਦੀ ਲੋੜੀਂਦੀ ਮਦਦ ਕੀਤੀ ਜਾਏਗੀ ਕੇਸ ਨੂੰ ਲੱਭਣ ਵਿੱਚ। ਇੱਕੋ ਵਾਲ ਸੀ ਉਹ। ਮੁਸਲਮਾਨ ਭਾਵੇਂ ਕੇਸਧਾਰੀ ਨਹੀਂ ਸੀ, ਕੇਸਧਾਰੀ ਤੇ ਲੇਕਿਨ ਉਹਨਾਂ ਨੂੰ ਆਪਣੇ ਪੈਗੰਬਰ ਦਾ ਜੋ ਕੇਸ ਸੀ ਉਹ ਬਹੁਤ ਹੀ ਪਿਆਰਾ ਸੀ। ਉਹਦੇ ਵਿੱਚ ਬਹੁਤ ਜ਼ਿਆਦਾ ਸ਼ਰਧਾ ਰੱਖਦੇ ਸਨ। ਤੇ ਉਹਨਾਂ ਦੀ ਇੱਕ ਭਗਤੀ ਦਾ ਨਮੂਨਾ ਹੀ ਸਮਝ ਲਓ ਕਿ ਉਹਨਾਂ ਦੀ ਸ਼ਰਧਾ ਸੀ ਉਸ ਕੇਸ ਦੇ ਪਿੱਛੇ। ਕਈ ਤਰ੍ਹਾਂ ਦੇ ਯਤਨ ਕੀਤੇ। ਬਹੁਤ ਯਤਨ ਕਰਨ ਦੇ ਬਾਅਦ 3-4 ਦਿਨ ਦੇ ਬਾਅਦ ਜੇ ਉਹ ਜਿਹੜਾ ਪਵਿੱਤਰ ਕੇਸ ਸੀ ਉਹਨਾਂ ਦੇ ਮੁਰਸ਼ਦ ਦਾ, ਉਹਨਾਂ ਨੂੰ ਲੱਭ ਪਿਆ, ਤਾਂ ਮੁਸਲਮਾਨਾਂ ਦੇ ਵਿੱਚ ਸ਼ਾਂਤੀ ਆਈ। ਤੇ ਦੂਸਰੇ ਪਾਸੇ ਜੋ ਹੈ, ਇਹਦਾ ਇੱਕ ਹੋਰ ਨਮੂਨਾ ਮੈਂ ਪੇਸ਼ ਕਰਦੀ ਹਾਂ। ਜਦ ਭੰਗਾਣੀ ਦਾ ਯੁੱਧ ਹੋਇਆ ਸੀ, ਉਹਦੇ ਉਸੇ ਸਮੇਂ ਦੀ ਗੱਲ ਹੈ। ਉਸ ਸਮੇਂ ਜੋ ਪੀਰ ਬੁੱਧੂ ਸ਼ਾਹ ਸੀ, ਜਿਨ੍ਹਾਂ ਨੇ ਯੁੱਧ ਵਿੱਚ ਆਪਣੇ ਜਵਾਨ ਪੁੱਤਰ ਔਰ ਕਈ ਆਪਣੇ ਚੇਲੇ, ਮੁਰਸ਼ਦ ਜਿਹਨੂੰ ਕਹਿੰਦੇ ਆ ਚੇਲੇ, ਉਹ ਵੀ ਉਹਨਾਂ ਨੇ ਸ਼ਹੀਦ ਕਰਵਾਏ। ਤੇ ਦੁਸ਼ਮਣਾਂ ਨਾਲ ਡਟ ਕੇ ਉਹਨਾਂ ਨੇ ਮੁਕਾਬਲਾ ਕੀਤਾ। ਉਹ ਬੁੱਧੂ ਸ਼ਾਹ ਸੀ ਜਿਹੜਾ, ਉਦੋਂ ਮਹਾਰਾਜ ਬਹੁਤ ਹੀ ਖੁਸ਼ ਹੋਏ। ਯੁੱਧ ਵਿੱਚ ਜਿੱਤਣ ਤੋਂ ਬਾਅਦ ਪੀਰ ਬੁੱਧੂ ਸ਼ਾਹ ਨੇ, ਗੁਰੂ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਕਿਹਾ, ਜਦੋਂ ਬੁੱਧੂ ਸ਼ਾਹ ਗੁਰੂ ਮਹਾਰਾਜ ਜੀ ਤੋਂ ਵਿੱਦਿਆ ਲੈਣ ਵਾਸਤੇ ਉਹਨੇ ਬੇਨਤੀ ਕੀਤੀ ਕਿ ਮੈਨੂੰ ਆਗਿਆ ਬਖਸ਼ੋ, ਹੁਣ ਮੈਂ ਇੱਥੋਂ ਵਿਦਾ ਹੋਵਾਂ।
ਤਾਂ ਮਹਾਰਾਜ ਨੇ ਬੜੇ ਖੁਸ਼ ਹੋ ਕੇ ਬਹੁਤ ਪ੍ਰਸੰਨ ਹੋਏ ਤੇ ਉਹਨਾਂ ਦੀਆਂ ਜੋ ਇੰਨੀ ਮਹਾਨ ਕੁਰਬਾਨੀਆਂ ਸੀ ਜਿਹੜਾ ਉਹ ਤੋਂ ਖੁਸ਼ ਹੋ ਕੇ ਮਹਾਰਾਜ ਨੇ ਬੁੱਧੂ ਸ਼ਾਹ ਨੂੰ ਕਿਹਾ ਕਿ ਤੂੰ ਮੰਗ ਲੈ ਕੀ ਮੰਗਣਾ ਹੈ? ਤੇ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਆਪਣੇ ਕੇਸਾਂ ਦੇ ਕੰਘਾ ਕਰ ਰਹੇ ਸੀ ਤੇ ਉਹਨਾਂ ਨੇ ਦਸਤਾਰ ਚੜਾਉਣ ਲੱਗੇ ਸੀ ਕੇਸਾਂ ਨੂੰ ਕੰਘਾ ਕੀਤਾ ਉਹਨਾਂ ਨੇ ਤੇ ਪੀਰ ਬੁੱਧੂ ਸ਼ਾਹ ਉਹ ਵੇਲੇ ਗੁਰੂ ਮਹਾਰਾਜ ਦੇ ਜੋ ਕੰਘੇ ਦੇ ਕੇਸ ਵਾਏ ਸੀ ਕੰਘੇ ਨਾਲ ਉਹ ਕੇਸਾਂ 'ਚ ਅੜੇ ਹੋਏ ਸੀ ਥੋੜੇ ਜਿਹੇ ਵਾਲ ਕੇਸ ਮਹਾਰਾਜ ਜੀ ਦੇ ਤੇ ਉਹਨੇ ਮੰਗ ਕੀਤੀ ਕਿ ਇਹ ਜਿਹੜੇ ਪਵਿੱਤਰ ਕੇਸ ਨੇ ਇਹਨਾਂ ਕੇਸਾਂ ਸਮੇਤ ਮੈਨੂੰ ਇਹ ਕੰਘਾ ਬਖਸ਼ ਦਿਓ ਤੇ ਜੋ ਕਿ ਮਹਾਰਾਜ ਨੇ ਪ੍ਰਵਾਨ ਕਰ ਲਿਆ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਪੀਰ ਬੁੱਧੂ ਸ਼ਾਹ ਦੀ ਇੱਛਾ ਪੂਰੀ ਕਰਕੇ ਉਹਨਾਂ ਨੂੰ ਇਹ ਕੇਸ ਦੇ ਦਿੱਤੇ ਕੰਘੇ ਸਮੇਤ ਇਸ ਤਰ੍ਹਾਂ ਜਿਹੜਾ ਪੀਰ ਬੁੱਧੂ ਸ਼ਾਹ ਸੀ ਉਹ ਰਹਿੰਦੀ ਉਮਰ ਤੱਕ ਇਹਨਾਂ ਪਵਿੱਤਰ ਕੇਸਾਂ ਵਾਲੇ ਕੰਘੇ ਨੂੰ ਸੁਨਹਿਰੀ ਡਿੱਬੀ ਵਿੱਚ ਉਹਨਾਂ ਨੇ ਬੰਦ ਕੀਤਾ ਬੰਦ ਕਰਕੇ ਉਹਨਾਂ ਨੂੰ ਸੰਭਾਲ ਕੇ ਕੇਸਾਂ ਨੂੰ ਰੱਖਿਆ ਮਹਾਰਾਜ ਦੇ ਕੇਸਾਂ ਨੂੰ ਤੇ ਰੋਜ਼ ਸਵੇਰੇ ਜਦੋਂ ਇਸ਼ਨਾਨ ਕਰਕੇ ਪਾਠ ਕਰਦੇ ਸੀ ਬੰਦਗੀ ਕਰਦੇ ਸੀ ਤੇ ਉਹ ਇਹਨਾਂ ਕੇਸਾਂ ਵਿੱਚ ਉਹ ਮਹਾਰਾਜ ਜੀ ਦੇ ਜੋ ਹੈ ਦਰਸ਼ਨ ਕਰਦਾ ਸੀ ਇੰਨੀ ਸ਼ਰਧਾ ਸੀ ਉਹਦੀ ਗੁਰੂ ਦੇ ਤੇ ਇਸ ਪਵਿੱਤਰ ਕੇਸਾਂ ਵਿੱਚ ਮਹਾਰਾਜ ਨੇ ਜੋ ਹੈ ਇਹ ਇਹ ਕੇਸ ਜੋ ਹੈ ਮਹਾਰਾਜ ਦੇ ਤੋਸ਼ੇਖਾਨੇ ਵਿੱਚ ਪਏ ਨੇ ਇਹ ਸੁਣਿਆ ਜਾਂਦਾ ਹੈ ਪੀਰ ਬੁੱਧੂ ਸ਼ਾਹ ਜੋ ਦੇ ਪਿੰਡ ਦਾ ਇੱਕ ਪੁੱਤਰ ਸੀ ਬਹੁਤ ਪਿਆਰਾ ਪੁੱਤਰ ਤੇ ਉਹਦੇ ਜਿਹੜੇ ਮੁਰੀਦ ਸਨ ਉਹਦੇ ਚੇਲੇ ਮੁਰਸ਼ਿਦ ਉਹ ਜਦੋਂ ਸ਼ਹੀਦ ਕਰਵਾ ਕੇ ਗੁਰੂ ਜੀ ਦੇ ਪਵਿੱਤਰ ਕੇਸਾਂ ਨੂੰ ਦੀ ਉਹਨਾਂ ਨੇ ਇਸ ਤਰ੍ਹਾਂ ਮਤਲਬ ਵੀ ਕਦਰ ਕੀਮਤ ਪਾਈ ਸ਼ਹੀਦ ਕਰਵਾਏ ਫਿਰ ਗੁਰੂ ਮਹਾਰਾਜ ਤੋਂ ਮੰਗ ਰੱਖੀ ਕੇਸਾਂ ਦੀ ਤੇ ਕੇਸਾਂ ਦੀ ਕਦਰ ਕੀਮਤ ਦਾ ਨਮੂਨਾ ਇਹ ਉਹਨਾਂ ਨੇ ਪੇਸ਼ ਕੀਤਾ ਹੈ ਜੋ ਅੱਜ ਵੀ ਮੌਜੂਦ ਹੈ ਇਹ ਜੋ ਦੂਜੇ ਪਾਸੇ ਅਸੀਂ ਕਹੀਏ ਅਸੀਂ ਅੱਜ ਕੱਲ੍ਹ ਕੇਸਾਂ ਦੀ ਕਿੰਨੀ ਬੇਅਦਬੀ ਕਰਦੇ ਹਾਂ ਸਾਨੂੰ ਕੇਸਾਂ ਦਾ ਬਿਲਕੁਲ ਵੀ ਪਰਵਾਹ ਨਹੀਂ ਹੈਗੀ ਜਾ ਕੇ ਨਾਈਆਂ ਕੋਲ ਬੈਠ ਜਾਂਦੇ ਹਾਂ, ਆਪਣੇ ਕੇਸ ਕਟਵਾਉਣ ਲੱਗ ਜਾਂਦੇ ਆ ਮਾਂ ਪਿਓ ਵੀ ਬੱਚਿਆਂ ਦੇ ਅੱਗੇ ਜੋ ਹੈ ਝੁਕ ਜਾਂਦੇ ਆ ਲੇਕਿਨ ਇਹ ਜੋ ਹੈ ਬਹੁਤ ਬਹੁਤ ਗਲਤ ਹੈ ਇਹਨਾਂ ਤੇ ਸਾਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਤੇ ਇਹ ਜੋ ਇੰਨਾ ਸ਼ਾਨਦਾਰ ਨਮੂਨਾ ਮਹਾਰਾਜ ਜੀ ਨੇ ਪੇਸ਼ ਕੀਤਾ ਹੈ ਕਿ ਕੇਸਾਂ ਦੀ ਸੰਭਾਲ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਕੇਸਾਂ ਵਿੱਚ ਸਾਨੂੰ ਹਰ ਰੋਜ਼ ਦੋਨੋਂ ਟਾਈਮ ਕੰਘਾ ਕਰਨਾ ਚਾਹੀਦਾ ਹੈ ਕੰਘਾ ਕਰਕੇ ਦਸਤਾਰ ਸਜਾਣੀ ਚਾਹੀਦੀ ਹੈ ਤੇ ਲੇਕਿਨ ਅਸੀਂ ਇੰਨੇ ਕੀਰਤਕਾਨ ਹੋ ਗਏ ਹੈ ਕਿ ਅਸੀਂ ਕੇਸਾਂ ਦੀ ਬਿਲਕੁਲ ਵੀ ਸੰਭਾਲ ਨਹੀਂ ਕਰਦੇ ਬਿਲਕੁਲ ਪਰਵਾਹ ਨਹੀਂ ਕਰਦੇ ਜੋ ਕੇਸ ਇੱਕ ਗੁਰੂ ਦੀ ਮੋਹਰ ਹੈ ਮਹਾਰਾਜ ਨੂੰ ਜਦੋਂ ਬੁੱਧੂ ਸ਼ਾਹ ਨੂੰ ਇਹ ਕੇਸ ਦਿੱਤੇ ਸੀ ਉਹਨਾਂ ਨੇ ਆਪਣੇ ਉੱਤੇ ਮੋਹਰ ਲਾ ਦਿੱਤੀ ਸੀ ਤੇ ਪਾਤਸ਼ਾਹ ਨੇ ਆਪਣਾ ਸਾਰਾ ਸਰਬੰਸ ਮਾਤਾ ਪਿਤਾ ਪਰਿਵਾਰ ਸ਼ਹੀਦ ਕਰਕੇ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾਇਆ ਤੇ ਉਹਨਾਂ ਨੇ ਕਿਹਾ ਕਿ ਚਾਰ ਮੂਏ ਤੋਂ ਕਿਆ ਮੁਆ ਜੀਵਤ ਕਈ ਹਜ਼ਾਰ ਕਿ ਕੋਈ ਅਗਰ ਮੈਂ ਆਪਣੇ ਚਾਰੋਂ ਪੁੱਤਰ ਸ਼ਹੀਦ ਕਰ ਦੇਣੇ ਨੇ ਇਹ ਸਾਰੇ ਹੀ ਮੇਰੇ ਪੁੱਤਰ ਹਨ ਸਾਰੇ ਸਾਰੇ ਸਿੱਖ ਸਾਰੇ ਗੁਰੂ ਮੇਰੇ ਪੁੱਤਰ ਹਨ ਲੇਕਿਨ ਮਹਾਰਾਜ ਨੇ ਸਾਨੂੰ ਸਾਬਤ ਸੂਰਤ ਦਿੱਤੀ ਸ ਉਹਨਾਂ ਦਾ ਹੁਕਮ ਸੀ ਕਿ ਜਿਸ ਤਰ੍ਹਾਂ ਜੰਮਦੇ ਹਾਂ ਬੱਚਾ ਜੰਮਦਾ ਹੈ ਕੇਸਾਂ ਨੂੰ ਉਸੇ ਤਰ੍ਹਾਂ ਹੀ ਰੱਖਣਾ ਹੈ ਉਹਨਾਂ ਵਿੱਚ ਕੋਈ ਛੇੜਛਾੜ ਨਹੀਂ ਕਰਨੀ ਤੇ ਉਹਨਾਂ ਨੇ ਸਾਡੇ ਵਿੱਚ ਬਹੁਤ ਗੁਣ ਭਰੇ ਸੀ ਮਹਾਰਾਜ ਨੇ ਸਿੱਖਾਂ ਨੂੰ ਬਹੁਤ ਮਜ਼ਬੂਤ ਉਸ ਟਾਈਮ ਬਣਾਇਆ ਸੀ ਬਹੁਤ ਸ਼ਕਤੀਸ਼ਾਲੀ ਬਣਾਇਆ ਸੀ ਉਹਨਾਂ ਦੇ ਬਹੁਤ ਗੁਣ ਭਰੇ ਸੀ ਤੇ ਉਹਨਾਂ ਬਖਸ਼ਿਸ਼ ਕੀਤੀ ਸੀ ਮਹਾਰਾਜ ਨੇ ਕੇਸਾਂ ਦੀ ਮਹਾਨਤਾ ਨੂੰ ਅੱਜ ਅਸੀਂ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ ਜੋ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੇ ਹਨ ਕੁਦਰਤ ਨੇ ਅਗਰ ਕੇਸ ਬਖਸ਼ਿਸ਼ ਕੀਤੇ ਹਨ ਅਸੀਂ ਉਹਨਾਂ ਨੂੰ ਕੱਟਦੇ ਹਾਂ ਉਹ ਵਾਰ-ਵਾਰ ਕੇਸ ਆ ਜਾਂਦੇ ਇਹਦਾ ਮਤਲਬ ਕਿ ਕੇਸ ਸਾਡੇ ਲਈ ਬਹੁਤ ਹੀ
ਜ਼ਰੂਰੀ ਹਨ। ਅਸੀਂ ਤਾਂ ਦੂਸਰਿਆਂ ਨੂੰ ਸਾਨੂੰ ਸਾਡਾ ਫਰਜ਼ ਸੀ ਅਸੀਂ ਦੂਸਰਿਆਂ ਨੂੰ ਦੱਸੀਏ ਕੇਸਾਂ ਦੀ ਮਾਨਤਾ, ਹੈਂ। ਲੇਕਿਨ ਅਸੀਂ ਉਹਨਾਂ ਨੂੰ ਮਾਨਤਾ ਦੱਸਣ ਦੀ ਬਜਾਏ ਅਸੀਂ ਆਪ ਹੀ ਪਤਿਤ ਹੋ ਗਏ ਹਾਂ, ਹੈਂ। ਜਿਹੜੇ ਸਿੱਖ ਅਖਵਾਉਣ ਵਾਲੇ ਨੇ ਖੁੱਲ੍ਹੇਆਮ, ਸਰੇਆਮ ਕੇਸਦਾੜੀਆਂ ਦੀ ਬੇਅਦਬੀ ਕਰਦੇ ਨੇ। ਆਪਣੀ ਸ਼ਕਲ ਸੂਰਤ ਵਿਗਾੜ ਲੈਂਦੇ ਆ। ਮਾਂ-ਪਿਓ, ਦਾਦੇ ਕੇਸਾਧਾਰੀ ਹੁੰਦੇ ਆ, ਅੰਮ੍ਰਿਤਧਾਰੀ ਹੁੰਦੇ ਹਨ। ਮੈਂ ਇਸ ਤਰ੍ਹਾਂ ਦੇ ਸਿੰਘ ਦੇਖੇ ਹਨ, ਉਹ ਆਪ ਅੰਮ੍ਰਿਤਧਾਰੀ ਨੇ, ਗੁਰੂ ਘਰ ਵਿੱਚ ਬੜੀ ਸੇਵਾ ਕਰਦੇ ਨੇ, ਲੇਕਿਨ ਉਹਨਾਂ ਦੇ ਬੱਚੇ ਪਤਿਤ ਹੋਏ ਹੋਏ ਨੇ। ਸ ਇਹ ਹੁਣ ਸਾਨੂੰ ਦ ਅਸੀਂ ਬਿਲਕੁਲ ਇਸ ਚੀਜ਼ ਵੱਲ ਧਿਆਨ ਨਹੀਂ ਦਿੰਦੇ। ਸਾਨੂੰ ਇਹਨਾਂ ਦਾ ਬਹੁਤ, ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ। 26 ਜੇਠ ਦੇ ਮਹੀਨੇ ਸੰਮਤ ਜੇ 26 ਜੇਠ ਸੰਮਤ ਵਿੱਚ 1756 ਨੂੰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਤੇ ਉਹ ਹੁਕਮਨਾਮਾ ਜਾਰੀ ਕਰਕੇ ਉਹਨਾਂ ਨੇ ਕਾਬਲ ਦੀਆਂ ਸੰਗਤਾਂ ਨੂੰ ਭੇਜਿਆ ਸੀ ਤੇ ਉਹਦਾ ਇੱਕ ਮਤਲਬ ਜੋ ਉਹਨਾਂ ਨੇ ਸੰਗਤਾਂ ਨੂੰ ਸੁਨੇਹਾ ਦਿੱਤਾ ਸੀ, ਜੋ ਸੁਨੇਹਾ ਭੇਜਿਆ ਸੀ, ਉਹ ਇਸ ਤਰ੍ਹਾਂ ਹੈ ਐਜ਼ ਇਟ ਇਜ਼ ਮੈਂ ਤੁਹਾਨੂੰ ਦੱਸ ਰਹੀ ਹਾਂ। ਏਕ ਓਂਕਾਰ ਸਤਿਗੁਰੂ ਜੀ ਸਹਾਇ, ਸਰਬ ਸਾਧ ਸੰਗਤ ਕਾਬਲ ਗੁਰੂ ਰੱਖੇਗਾ, ਤੁਸਾਂ ਉੱਤੇ ਸਾਡੀ ਬਹੁਤ ਖੁਸ਼ੀ ਹੈ ਤੇ ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ ਹੈ। ਇਹ ਉਹਨਾਂ ਦੀ ਹਿਦਾਇਤ ਹੈ ਮਹਾਰਾਜ ਦੀ, ਪ੍ਰਮਾਤਮਾ ਦੀ। ਕੇਸ ਰੱਖਣੇ ਨੇ, ਇਹ ਸਾਡੀ ਮੋਹਰ ਹੈ। ਮਹਾਰਾਜ ਨੇ ਹੁਕਮ ਕੀਤਾ ਹੈ ਕਿ ਕਾਬਲ ਦੀਆਂ ਸੰਗਤਾਂ ਨੂੰ ਇੱਥੇ ਰੱਖਣਾ ਹੈ ਤੇ ਉਹ ਸਾਡੀ ਉਹਨਾਂ ਉੱਤੇ ਸਾਡੀ ਬਹੁਤ ਹੀ ਖੁਸ਼ੀ ਹੈ। ਅਸੀਂ ਬਹੁਤ ਮਿਹਰਬਾਨ ਹਾਂ ਤੇ ਸੰਗਤਾਂ ਨੇ ਅੰਮ੍ਰਿਤ ਛਕਣਾ ਹੈ, ਪੰਜਾਂ ਸਿੰਘਾਂ ਤੋਂ, ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਣਾ ਹੈ ਤੇ ਕੇਸ ਵੀ ਰੱਖਣੇ ਨੇ, ਇਹ ਕਿਉਂਕਿ ਇਹ ਕੇਸ ਜੋ ਹੈ ਸਾਡੀ ਮੋਹਰ ਹੈ। ਉਹਦੇ ਨਾਲ ਹੋਰ ਉਹਨਾਂ ਨੇ ਕੀ ਕਿਹਾ, ਕੱਛ ਕਿਰਪਾਨ ਦਾ ਵਿਸਾਹ ਨਹੀਂ ਕਰਨਾ, ਕੁਛ ਸਰਬਤ ਲੋਹ ਦਾ ਕੜਾ ਹੱਥ ਵਿੱਚ ਰੱਖਣਾ ਹੈ। ਅੱਜ ਕੱਲ ਅਸੀਂ ਤੇ ਸਟੀਲ ਦੇ ਲੋਹੇ ਕੜੇ ਪਾਈ ਫਿਰਦੇ ਹਾਂ। ਸਰਬਤ ਲੋਹ ਦਾ ਕੜਾ ਤਾਂ ਬਹੁਤ ਘੱਟ ਸਿੰਘਾਂ ਦੇ ਮੈਂ ਹੱਥਾਂ 'ਚ ਦੇਖਦੀ ਹਾਂ। ਦੋਨੋਂ ਵਕਤ ਕੇਸਾਂ ਵਿੱਚ ਕੰਘਾ ਵੀ ਕਰਨਾ ਤੇ ਸਰਬਤ ਸੰਗਤ ਨੂੰ ਇਹ ਹੁਕਮ ਹੈ ਕਿ ਜੋ ਹੈ ਪੁੱਠਾ ਨਹੀਂ ਖਾਣਾ, ਮਾਸ ਨਹੀਂ ਖਾਣਾ। ਸਰਬਤ ਸੰਗਤ ਆਪਾਖਿਆ ਦਾ ਕੁੱਠਾ ਖਾਵੇ ਨਹੀਂ, ਤੰਬਾਕੂ ਨਾ ਵਰਤਣਾ, ਭਾਂਦਨੀ ਤਥਾ ਕੰਨਿਆ ਮਾਰਨ ਵਾਲੇ ਸੇ ਮਿਲਾਪ ਨਾ ਰੱਖੇ, ਗੁਰਬਾਣੀ ਪੜ੍ਹਨੀ, ਵਾਹਿਗੁਰੂ ਵਾਹਿਗੁਰੂ ਜਪਣਾ ਤੇ ਗੁਰੂ ਕੀ ਰਹਿਤ ਰੱਖਣੀ ਹੈ। ਇਹ ਮਹਾਰਾਜ ਨੇ ਹੁਕਮ ਦਿੱਤਾ ਸੀ। ਹੁਕਮਨਾਮੇ ਵਿੱਚ ਸਾਰੀਆਂ ਗੱਲਾਂ ਜੋ ਹੈ ਲਗਭਗ ਇਹ ਕਲੀਅਰ ਹੋ ਗਈਆਂ ਨੇ ਕਿ ਮਹਾਰਾਜ ਨੇ ਕਿਹਾ ਹੈ ਕਿ ਅੰਮ੍ਰਿਤ ਛਕਣਾ ਹੈ, ਪੰਜ ਕਕਾਰਾਂ ਦੀ ਰਹਿਤ ਰੱਖਣੀ ਹੈ, ਦੋਨੋਂ ਵਕਤ ਸਿਰਾਂ ਵਿੱਚ ਕੰਘਾ ਕਰਨਾ ਹੈ ਤੇ ਇਹਦੇ ਉੱਤੇ ਜੋ ਹੈ ਨਿਤਨੇਮ ਦੀਆਂ ਬਾਣੀਆਂ ਪੜ੍ਹਨੀਆਂ ਨੇ ਤੇ ਗੁਰੂ ਮਹਾਰਾਜ ਨੇ ਇਹ ਰਹਿਤ ਰੱਖਣ ਵਾਸਤੇ ਹਿਦਾਇਤ ਦਿੱਤੀ ਸੀ, ਸਪੈਸ਼ਲ ਹੁਕਮ ਦਿੱਤਾ ਸੀ। ਇਸ ਹੁਕਮਾਂ ਵਿੱਚ ਸਾਰੀਆਂ ਗੱਲਾਂ ਲਗਭਗ ਸਪਸ਼ਟ ਹੋ ਹੀ ਗਈਆਂ ਨੇ ਜੋ ਮੈਂ ਤੁਹਾਨੂੰ ਦੱਸ ਦਿੱਤੀਆਂ ਤੇ ਉਸਦਾ ਜ਼ਿਕਰ ਜੋ ਜੇ ਗੱਲਾਂ ਕੀਤੀਆਂ ਗਈਆਂ ਦੱਸੀਆਂ ਨੇ ਤੁਹਾਨੂੰ ਮਹਾਰਾਜ ਦਾ ਹੁਕਮਨਾਮੇ ਵਿੱਚ ਉਸ 'ਚ ਕਿਹਾ ਕੇਸ ਗੁਰੂ ਦੀ ਕੇਸਾਂ ਨੂੰ ਆਪਾਂ ਗੁਰੂ ਦੀ ਮੋਹਰ ਸਮਝਣਾ, ਇਹ ਸਾਡੇ ਗੁਰੂ ਦੀ ਮੋਹਰ ਹੈ। ਇਹਨਾਂ ਨੂੰ ਜੋ ਜਿਸ ਤਰ੍ਹਾਂ ਅਸੀਂ ਜਨਮ ਤੋਂ ਕੇਸ ਜੋ ਹੈ ਉਗਦੇ ਹਨ, ਉਹੀ ਸਾਬਤ ਤੇ ਉਸੇ ਤਰ੍ਹਾਂ ਹੀ ਰੱਖਣਾ। ਉਹਨਾਂ ਨੂੰ ਬਿਲਕੁਲ ਵੀ ਕੈਂਚੀ ਨਹੀਂ ਲਗਾਉਣੀ ਹੈ, ਕਿਸੇ ਤਰ੍ਹਾਂ ਵੀ ਕੇਸਾਂ ਦੀ, ਰੋਮਾਂ ਦੀ ਬੇਅਦਬੀ ਬਿਲਕੁਲ ਨਹੀਂ ਕਰਨੀ। ਗੁਰੂ ਦੀ ਮੋਹਰ ਦਾ ਸਤਿਕਾਰ ਕਰਨਾ ਹੈ, ਨੰਗੇ ਸਿਰ ਨਹੀਂ ਰਹਿਣਾ ਬਿਲਕੁਲ ਵੀ, ਕਿਉਂਕਿ ਗੁਰੂ ਦਾ ਸਤਿਕਾਰ ਤਾਂ ਹੀ ਅਸੀਂ ਢੱਕ ਕੇ ਰੱਖਣਾ ਹੈ। ਨੰਗੇ ਸਿਰ ਨਹੀਂ ਰਹਿਣਾ, ਗਲੀਆਂ ਵਿੱਚ, ਬਾਜ਼ਾਰਾਂ ਵਿੱਚ ਅਸਾਂ ਨੰਗੇ ਸਿਰ ਸਾਨੂੰ ਨਹੀਂ ਘੁੰਮਣਾ। ਜੰਗਲ ਪਾਣੀ ਜਦੋਂ ਅਸੀਂ ਜਾਂਦੇ ਹਾਂ ਤਾਂ ਵੀ ਸਾਨੂੰ ਆਪਣਾ ਸਿਰ ਢੱਕ ਕੇ ਰੱਖਣਾ ਚਾਹੀਦਾ। ਅਸੀਂ ਬੜੀ ਵੱਡੀ ਭੁੱਲ ਕਰਦੇ ਹਾਂ, ਅਸੀਂ ਨੰਗੇ ਸਿਰ ਘੁੰਮਦੇ ਰਹਿੰਦੇ ਹਾਂ ਸਾਰਾ ਦਿਨ ਤੇ ਸਿਰ ਢੱਕ ਕੇ ਨਹੀਂ ਰੱਖਦੇ। ਪਹਿਲੇ ਜ਼ਮਾਨੇ 'ਚ ਸਾਰੀਆਂ ਬੀਬੀਆਂ ਦੇ ਸਿਰ ਢੱਕੇ ਹੁੰਦੇ ਸੀ, ਲੇਕਿਨ ਅੱਜ ਕੱਲ੍ਹ ਤੇ ਸਾਰੀਆਂ ਚਾਹੇ ਛੋਟਾ ਹੈ, ਚਾਹੇ ਵੱਡਾ ਹੈ, ਚਾਹੇ ਬਜ਼ੁਰਗ ਹੈ, ਸਭ ਦੇ ਸਿਰ ਨੰਗੇ ਹੁੰਦੇ। ਦੋਵੇਂ ਟਾਈਮ ਕੇਸਾਂ ਵਿੱਚ ਕੰਘਾ ਕਰਨਾ ਹੈ ਤੇ ਸਿਰ ਇਹਦਾ ਮਤਲਬ ਕਿ ਆ ਦੋਵੇਂ ਟਾਈਮ ਸਵੇਰੇ ਔਰ ਸ਼ਾਮ ਦੋਨੋਂ ਟਾਈਮ ਕੇਸਾਂ ਵਿੱਚ ਕੰਘਾ ਰੱਖਣਾ ਹੈ, ਕੇਸਾਂ ਨੂੰ ਸਾਫ਼ ਕਰਨਾ ਹੈ। ਇਹ ਤਾਂ ਹੀ ਹੋ ਸਕਦਾ ਜਦੋਂ ਅਸੀਂ ਹਮੇਸ਼ਾ ਹੀ
ਆਪਣੇ ਸਿਰ ਵਿੱਚ ਕੰਘਾ ਰੱਖਾਂਗੇ। ਇਸ ਲਈ ਪਰਮਾਤਮਾ ਨੇ ਸਾਨੂੰ ਕੰਘਾ ਕਿ 5 ਕਕਾਰਾਂ ਦੇ ਵਿੱਚ ਕੰਘਾ ਵੀ ਦਿੱਤਾ ਹੈ ਕਿ ਕਿਉਂਕਿ ਦੂਸਰੇ ਦੇ ਘਰ ਜਾ ਕੇ ਅਸੀਂ ਜਾਵਾਂਗੇ, ਫਿਰ ਉੱਥੋਂ ਕੰਘਾ ਮੰਗਾਂਗੇ, ਦੂਸਰੇ ਦੇ ਵਾਲ ਕਿਹੋ ਜਿਹੇ ਹੈ, ਗੰਦੇ ਹੈ, ਕੰਘਾ ਗੰਦਾ ਹੈ, ਕੇਸ ਵਿੱਚ ਜੂਆਂ ਤੇ ਨਹੀਂ ਪਈਆਂ ਜਾਂ ਕਿਸ ਤਰ੍ਹਾਂ ਕਿਸੇ ਨੂੰ ਕੋਈ ਬਿਮਾਰੀ ਤੇ ਨਹੀਂ ਲੱਗੀ, ਉਹਨਾਂ ਤੋਂ ਬਚਣ ਲਈ ਸਾਨੂੰ ਕੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੰਘਾ ਦਿੱਤਾ ਤੇ ਕਿਉਂਕਿ ਕੇਸਾਂ ਦੀ ਬਹੁਤ ਵੱਡੀ ਮਹੱਤਤਾ ਹੈ। ਇਸੇ ਕੇਸਾਂ ਦੇ ਨਾਲ-ਨਾਲ ਸਾਨੂੰ 5 ਕਕਾਰ ਵੀ ਬਖਸ਼ਿਆ ਹੈ। ਕੰਘਾ, ਕੜਾ, ਕਿਰਪਾਨ, ਕਛਹਿਰਾ ਤਾਂ ਕਿ ਕੰਘਾ ਕੇਸਾਂ ਵਿੱਚ ਇਸ ਲਈ ਬਖਸ਼ਿਆ ਪ੍ਰਮਾਤਮਾ ਨੇ ਤਾਂ ਕਿ ਅਸੀਂ ਅਵੇਸਲੇ ਨਾ ਹੋਈਏ ਕਿ ਸਾਡੇ ਕੋਲ ਕੰਘਾ ਨਹੀਂ ਹੈ, ਚੱਲ ਨਹੀਂ ਕਰਦੇ ਕੰਘਾ। ਤੇ ਪ੍ਰਮਾਤਮਾ ਨੇ ਇਸੇ ਕਰਕੇ ਹੀ ਕਕਾਰਾਂ ਦੀ ਸਾਨੂੰ ਕੰਘਾ ਰੱਖਣ ਦੀ ਹਿਦਾਇਤ ਦਿੱਤੀ ਤਾਂ ਕਿ ਅਸੀਂ ਢਿੱਲੇ ਨਾ ਪਈਏ। ਦੂਜੇ ਦੇ ਘਰਾਂ 'ਚ ਜਾ ਕੇ ਸਾਨੂੰ ਕੰਘਾ ਮੰਗਣਾ ਨਾ ਪਵੇ ਤੇ ਇਸ ਲਈ ਪ੍ਰਮਾਤਮਾ ਨੇ ਸਾਡੇ ਉੱਤੇ ਮਿਹਰ ਔਰ ਬਖਸ਼ਿਸ਼ ਕੀਤੀ ਹੈ। ਸਾਨੂੰ ਆਪਣਾ ਕਈ ਦਾੜੀ ਮੁੱਛਾਂ ਮੁੰਨਾ ਲੈਂਦੇ ਆ, ਉਹ ਵੀ ਨਹੀਂ ਮਿਲਾਉਣੀ। ਅਸੀਂ ਕਿਸੇ ਵੀ ਤਰ੍ਹਾਂ ਦੇ ਰੋਮਾਂ ਦੀ ਜੋ ਹੈ ਉਹ ਬੇਅਦਬੀ ਨਹੀਂ ਕਰਨੀ। ਕੇਸ ਦਾੜੀ ਮੁੰਨਾ ਲਈਏ ਜਾਂ ਉਹਨਾਂ ਨੂੰ ਕਤਰ ਲਈਏ ਤੇ ਗੁਰੂ ਗੋਬਿੰਦ ਸਿੰਘ ਦਾ ਹੁਕਮ ਸੀ ਕਿ ਉਸ ਬੰਦੇ ਨਾਲ ਮਿਲਾਪ ਨਹੀਂ ਰੱਖਣਾ। ਉਹਨੂੰ ਸਿੱਖੀ ਚੋਂ ਅਲੱਗ ਕਰ ਦੇਣਾ। ਉਹਨਾਂ ਨੂੰ ਮਤਲਬ ਸਿੱਖੀ ਤੋਂ ਬਿਲਕੁਲ ਹੀ ਵੱਖਰਾ ਕਰਨਾ ਹੈ, ਉਹ ਤੋਂ ਸਿੱਖੀ ਚੋਂ ਕੱਢ ਦੇਣਾ ਚਾਹੀਦਾ ਉਹਨਾਂ ਨੂੰ ਇਹੋ ਜਿਹੇ ਪਤਿਤ ਗੁਰ ਬੰਦਿਆਂ ਨੂੰ, ਉਹਨੂੰ ਅਸੀਂ ਗੁਰਸਿੱਖ ਨਹੀਂ ਕਹਿ ਸਕਦੇ। ਮਹਾਰਾਜ ਜੀ ਬਿਲਕੁਲ ਵੀ ਪਸੰਦ ਨਹੀਂ ਸੀ। ਕਹਿੰਦੇ ਜੋ ਸਤਿਗੁਰ ਕਾ ਜੋ ਸਿੱਖ ਕਹਾਵੇ, ਭਲਕੇ ਉਠ ਹਰਿਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਪਹਿਲੇ ਇਸ਼ਨਾਨ ਵੀ ਅਸੀਂ ਲੋਕ ਅਧੂਰਾ ਹੀ ਕਰਦੇ ਹਾਂ ਦੇਖਿਆ ਜਾਏ ਤੇ ਕਿਉਂਕਿ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਡਾ ਸਰੀਰ ਇੱਕੋ ਹੀ ਹੈ ਤੇ ਅਸੀਂ ਸਵੇਰੇ ਉੱਠ ਕੇ ਫਟਾਫਟ ਕੀ ਕਰਦੇ ਹਾਂ, ਪਿੰਡੇ ਤੇ ਪਾਣੀ ਪਾਇਆ, ਇਸ਼ਨਾਨ ਕੀਤਾ ਤੇ ਬਾਹਰ ਆ ਗਏ। ਲੇਕਿਨ ਉਹ ਤੇ ਅਧੂਰਾ ਇਸ਼ਨਾਨ ਹੋ ਗਿਆ ਕਿਉਂਕਿ ਸਾਡੇ ਕੇਸਾਂ 'ਚ ਤੇ ਅਸੀਂ ਪਾਣੀ ਪਾਇਆ ਹੀ ਨਹੀਂ ਤੇ ਕੇਸਾਂ 'ਚ ਪਾਣੀ ਪਾਉਣਾ ਵੀ ਬਹੁਤ ਜ਼ਰੂਰੀ ਹੈ। ਲੇਕਿਨ ਅੱਜ ਕੱਲ੍ਹ ਤੇ ਰਿਵਾਜ ਹੀ ਖਤਮ ਹੋ ਗਿਆ ਹੈ। ਤੇ ਮਹਾਰਾਜ ਜਦੋਂ ਅੰਮ੍ਰਿਤ ਛਕਾਉਂਦੇ ਆ ਉਦੋਂ ਵੀ ਕੇਸਾਂ 'ਚ ਮਹਾਰਾਜ ਅੰਮ੍ਰਿਤ ਜੋ ਹੈ ਪਾਇਆ ਜਾਂਦਾ ਹੈ। ਔਰ ਮਹਾਰਾਜ ਨੇ ਕੇਸਾਂ ਵਿੱਚ ਦਸਤਾਰ ਸਜਾਉਣ ਦੀ ਵੀ ਹਿਦਾਇਤ ਦਿੱਤੀ, ਉਹਨਾਂ ਨੇ ਹੁਕਮ ਦਿੱਤਾ ਸੀ ਕਿ ਕੇਸਾਂ ਵਿੱਚ ਸਿਰ ਤੇ ਦਸਤਾਰ ਸਜਾਉਣੀ ਹੈ ਔਰ ਦਸਤਾਰ ਨੂੰ ਕਿਸ ਤਰ੍ਹਾਂ ਸਜਾਉਣਾ ਹੈ ਇਹ ਵੀ ਉਹਨਾਂ ਨੇ ਦੱਸਿਆ ਸੀ। ਗੁਰੂ ਮਹਾਰਾਜ ਦਾ ਇੱਕ ਭਾਈ ਨੰਦ ਲਾਲ ਜੀ ਬਹੁਤ ਹੀ ਪਿਆਰਾ ਸੇਵਕ ਸੀ, ਜਿੱਥੋਂ ਉਹ ਪਾਤਸ਼ਾਹੀ ਦੇ ਇੱਕ ਇੱਕ ਸੁੰਦਰਵਾਲ ਤੋਂ ਦੋਵੇਂ ਦੁਨੀਆ ਲੋਕ ਔਰ ਪਰਲੋਕ ਵੀ ਦੇਖ ਲੈਂਦਾ ਤੋਂ ਕੁਰਬਾਨ ਜਾਂਦਾ ਸੀ ਉਹਨਾਂ ਤੋਂ। ਮਹਾਰਾਜ ਦੇ ਕੰਗਾ ਤੋਂ ਭਾਈ ਨੰਦ ਲਾਲ ਜੀ ਆਪ ਸਭ ਜਾਣੇ ਜਾਣੋ, ਉਹ ਮਹਾਰਾਜ ਦੇ ਇੱਕ ਇੱਕ ਕੇਸ ਤੋਂ ਇੰਨਾ ਕੁਰਬਾਨ ਜਾਂਦਾ ਸੀ, ਲੋਕ ਪਰਲੋਕ ਦੋਨਾਂ ਤੋਂ ਹੀ ਕੁਰਬਾਨ ਕਰਦਾ ਸੀ। ਕਹਿੰਦਾ ਸੀ ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ। ਉਹ ਤੇ ਇਹ ਉਹਨਾਂ ਦਾ ਨੰਦ ਲਾਲ ਜੀ ਦੇ ਜਿਹੇ ਬਚਨ ਨੇ। ਮਹਾਰਾਜ ਨੇ ਸਿੱਖਾਂ ਨੂੰ ਫਰਮਾਨ ਕੀਤਾ ਸੀ ਕੰਘਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬਾਂਧਈ। ਪਾਗ ਚੁਨੇ ਕਰ ਬਾਂਧਈ ਮਤਲਬ ਦੋਵੇਂ ਟਾਈਮ ਕੰਘਾ ਅਸੀਂ ਕੇਸਾਂ ਵਿੱਚ ਕੰਘਾ ਕਰਨਾ ਤੇ ਪੱਗ ਨੂੰ ਅਸੀਂ ਚੁਣ ਚੁਣ ਕੇ ਇੱਕ ਇੱਕ ਲੜ ਇੱਕ ਇੱਕ ਲੜ ਨਾਲ ਬੰਨ੍ਹਣਾ ਸਜਾ ਕੇ ਬਹੁਤ ਸੋਹਣੀ ਤਰ੍ਹਾਂ। ਇਹਦਾ ਮਤਲਬ ਕੰਘਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬਾਂਧਈ ਮਤਲਬ ਦੋਨੋਂ ਟਾਈਮ ਕੰਘਾ ਕੇਸਾਂ ਵਿੱਚ ਕੰਘਾ ਕਰਨਾ ਹੈ ਤੇ ਉਸ ਦੇ ਬਾਅਦ ਕੀ ਹੈ ਕੇਸਾਂ ਵਿੱਚ ਕੰਘਾ ਜੋ ਹੈ ਇਹ ਰੱਖਿਆ ਜਾਵੇ। ਕਈ ਲੋਕ ਜੋ ਹੈ ਕੰਘਾ ਜੋ ਹੈ ਕਿਰਪਾਨ ਦੇ ਨਾਲ ਟੰਗ ਲੈਂਦੇ ਨੇ ਜਾਂ ਵੈਸੇ ਉਹ ਸਿਰਫ ਰੱਖਣਾ ਹੀ ਨਹੀਂ ਹੈ, ਅਸੀਂ ਉਸਨੂੰ ਯੂਜ ਵੀ ਕਰਨਾ, ਇਸਤੇਮਾਲ ਵੀ ਕਰਨਾ ਉਸ ਕੰਘੇ ਨੂੰ। ਉਸ ਕੰਘੇ ਨਾਲ ਹੀ ਸਿਰ ਵਿੱਚ ਅਸੀਂ ਕੇਸ ਵਾਹੁਣੇ ਆ ਕੰਘੇ ਦੇ ਨਾਲ। ਤੇ ਜਿਹੜੀ ਪੱਗ ਹੈ ਪ੍ਰਮਾਤਮਾ ਦੀ ਬਖਸ਼ਿਸ਼ ਹੈ, ਜਿਹੜੀ ਪੱਗ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਸੋ ਸਾਡਾ ਸਿਰ ਦਾ ਤਾਜ ਹੈ। ਤੇ ਉਹ ਪੱਗ ਨੂੰ ਕੀ ਕਰਨਾ ਹੈ, ਬਿਲਕੁਲ ਇੱਕ ਇੱਕ ਲੜ ਕਰਕੇ ਅਸੀਂ ਉਹਨੂੰ ਪੱਗ ਨੂੰ
ਪਹਿਲੇ ਤੇ ਬੰਨ੍ਹਣਾ ਹੈ, ਜਦੋਂ ਉਤਾਰਨੀ ਹੈ ਤਾਂ ਵੀ ਇੱਕ-ਇੱਕ ਲੜ ਕਰਕੇ ਦਸਤਾਰ ਨੂੰ ਉਤਾਰਨਾ ਹੈ ਤੇ ਇੱਕ-ਇੱਕ ਲੜ ਕਰਕੇ ਬੰਨ੍ਹਣਾ ਹੈ ਤੇ ਇੱਕ-ਇੱਕ ਲੜ ਕਰਕੇ ਹੀ ਉਤਾਰਨਾ ਹੈ। ਇਹ ਨਹੀਂ ਕਿ ਟੋਪੀ ਦੀ ਤਰ੍ਹਾਂ ਉਹਨੂੰ ਉਤਾਰ ਦਿੱਤਾ, ਉਹਨੂੰ ਰੱਖਤਾ ਸਜਾ ਕੇ ਟੇਬਲ ਤੇ, ਉਹਦੇ ਬਾਅਦ ਅਗਲੇ ਦਿਨ ਫਿਰ ਉਹੀਓ ਟੋਪੀ ਸਿਰ ਤੇ ਪਾ ਲਈ। ਇਹ ਐਸਾ ਕਰਨਾ ਮਹਾਰਾਜ ਨੇ ਸਖ਼ਤ ਮਨਾ ਕੀਤਾ ਹੈ, ਬਿਲਕੁਲ ਹੀ ਮਨਾ ਕੀਤਾ ਹੈ ਕਿ ਪੱਗ ਨੂੰ ਰੋਜ਼ ਹੀ ਬੰਨਣਾ ਹੈ, ਟੋਪੀ ਦੀ ਤਰ੍ਹਾਂ ਉੱਪਰ ਨਹੀਂ ਰੱਖਣਾ। ਉਹ ਤੇ ਫਿਰ ਜੇ ਤੁਸੀਂ ਪੱਗ ਉਤਾਰ ਕੇ ਰੱਖ ਲਈ, ਪਾ ਲਈ, ਉਹ ਤੇ ਟੋਪੀ ਦੀ ਤਰ੍ਹਾਂ ਹੋ ਗਿਆ। ਜਦੋਂ ਮਰਜ਼ੀ ਸਿਰ ਤੇ ਰੱਖ ਲਓ, ਜਦੋਂ ਮਰਜ਼ੀ ਉਤਾਰ ਦਿਓ। ਤੇ ਇਹ ਪੱਗ ਦੇ ਚੁਣ-ਚੁਣ ਨਾ ਬੰਨਣਾ ਤੇ ਜਾਂ ਉਤਾਰ ਦੇਣਾ, ਇਹ ਸਾਡੀ ਇਹ ਹੈ ਕਿ ਅਸੀਂ ਆਲਸੀ ਹੋ ਗਏ ਹਾਂ, ਅਸੀਂ ਸੁਸਤ ਹੋ ਗਏ ਹਾਂ, ਇਹਦਾ ਮਤਲਬ ਤਾਂ ਇਹੀ ਹੋਇਆ ਨਾ। ਗੁਰੂ ਦੇ ਪਰਮਾਤਮਾ ਗੁਰੂ ਗੋਬਿੰਦ ਸਿੰਘ ਦਰਬਾਰ ਵਿੱਚ ਪਾਉਂਟਾ ਸਾਹਿਬ ਤੁਹਾਨੂੰ ਪਤਾ 52 ਰਾਜੇ ਸੀ। ਉਹਨਾਂ ਨੇ 52 ਰਾਜੇ ਰੱਖੇ ਹੋਏ ਸੀ। ਉਹਨਾਂ ਦਾ ਇੱਕ ਸੈਨਾਪਤੀ ਸੀ, ਉਹਦਾ ਨਾਮ ਸੀ ਸੈਨਾ ਸਿੰਘ ਤੇ ਉਹ ਖਾਲਸਾ ਦਾ ਜਦੋਂ ਸਿਰਜਣਾ ਕੀਤੀ ਗਈ ਸੀ, ਉਹਨੇ ਆਪਣੇ ਅੱਖਾਂ ਦੇ ਨਾਲ ਦੇਖਿਆ ਸੀ, ਜਦੋਂ ਗੁਰੂ ਮਹਾਰਾਜ ਨੇ 5 ਸਿੰਘਾਂ ਨੂੰ ਸੀਸ ਮੰਗੇ ਸੀ, ਜਦੋਂ 5 ਸਿੰਘਾਂ ਦੇ, ਉਸ ਟਾਈਮ ਉਹ ਉੱਥੇ ਹੀ ਸੀ। ਉਸਨੇ ਆਪਣੇ ਕੰਨਾਂ ਦੇ ਨਾਲ ਸੁਣਿਆ ਸੀ ਮਹਾਰਾਜ ਨੂੰ। ਉਹਨਾਂ ਨੇ ਆਪਣੀ ਪੁਸਤਕ ਲਿਖੀ ਸੀ ਗੁਰਸ਼ੋਭਾ, ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਗੁਰੂ ਸਾਹਿਬ ਜੀ ਉਸ ਵੇਲੇ ਜੋ ਉਹਨਾਂ ਨੇ ਉਪਦੇਸ਼ ਦਿੱਤੇ ਸਨ, ਉਹ ਕੀ ਸੀ? ਉਹਨਾਂ ਨੇ ਲਿਖਿਆ, "ਹੁੱਕਾ ਨਾ ਪੀਵੈ, ਸੀਸ ਦਾੜ੍ਹੀ ਨਾ ਮੁੰਡਾਵੈ।" ਵੀ ਨਾ ਹੁੱਕਾ ਪੀਣਾ ਹੈ, ਨਾ ਸੀਸ ਸਿਰ ਦੇ ਵਾਲ ਕਟਵਾਉਣੇ ਹੈ, ਦਾੜ੍ਹੀ ਮੁੱਛ ਵੀ ਨਹੀਂ ਕਟਵਾਉਣੀ। "ਸੋ ਤੋ ਗੁਰੂ ਵਾਹਿਗੁਰੂ ਕਾ ਖਾਲਸਾ ਖਵਾਵੇ।" ਸੋ ਤੋ ਵਾਹਿਗੁਰੂ, ਵਾਹਿਗੁਰੂ, ਗੁਰੂ ਜੀ ਕਾ ਖਾਲਸਾ ਖਵਾਵੇ। ਜੋ ਇਹਨਾਂ ਕੇਸਾਂ ਦੀ ਬੇਅਦਬੀ ਨਹੀਂ ਕਰੇਗਾ, ਦਾੜੀ ਮੁੱਛ ਐਜ਼ ਇਟ ਇਜ਼ ਰੱਖੇਗਾ, ਜਿਸ ਤਰ੍ਹਾਂ ਕਿ ਸਾਨੂੰ ਪਰਮਾਤਮਾ ਨੇ ਧੁਰ ਤੋਂ ਬਖਸ਼ਿਸ਼ ਕੀਤੇ ਹੈ। ਕਹਿੰਦੇ ਉਹ ਗੁਰੂ ਜੀ ਖਾਲਸਾ ਉਹੀ ਅਖਵਾ ਸਕਦਾ ਹੈ। ਤੇ ਜਿਹੜਾ ਦਾੜੀ ਮੁੱਛਾਂ ਮੰਨ ਕੇ ਕਵੇ ਜੀ ਮੈਂ ਖਾਲਸਾ, ਮੈਂ ਸਰਦਾਰ ਹਾਂ, ਉਹਨੂੰ ਖਾਲਸ ਨਹੀਂ ਕਿਹਾ ਜਾ ਸਕਦਾ। ਉਹਨਾਂ ਨੇ ਸਾਡੇ ਬਹੁਤ ਭੁਲੇਖੇ ਵੀ ਕੱਢੇ ਆ ਮਹਾਰਾਜ ਨੇ ਤੇ ਇੱਕ ਤਾਂ ਕਿ ਸਾਡੇ 'ਚ ਇਹ ਭੁਲੇਖਾ ਨਾ ਰਹੇ, ਮਹਾਰਾਜ ਨੇ ਕਿਹਾ ਸੀ ਕੇਸ ਦਾੜੀ ਸਾਬਤ ਰੱਖਣ ਦਾ ਉਹਨਾਂ ਨੇ ਹੁਕਮ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ। ਤੇ ਭਾਈ ਮਨੀ ਸਿੰਘ ਜਿਹੜੇ ਸ਼ਹੀਦ ਹੋ ਗਏ ਹੈ, ਉਹ ਲਿਖਦੇ ਸੀ ਕਿ ਜਦੋਂ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੀ ਆਗਿਆ ਮੰਨ ਕੇ ਪ੍ਰਚਾਰ ਵਾਸਤੇ ਜਾਣ ਲੱਗੇ, ਉਹਨਾਂ ਨੇ ਲਿਖਿਆ ਭਾਈ ਮਨੀ ਸਿੰਘ ਨੇ ਕਿ ਜਦੋਂ ਆਗਿਆ ਮੰਨ ਕੇ ਮਹਾਰਾਜ ਤੋਂ ਪ੍ਰਚਾਰ ਵਾਸਤੇ ਦੌਰੇ ਤੇ ਤੁਰਨ ਲੱਗੇ ਸੀ ਜਾਂ ਜਾਣ ਲੱਗੇ ਸੀ, ਤਾਂ ਮਹਾਰਾਜ ਨੇ ਮਰਦਾਨੇ ਤੋਂ ਉਪਦੇਸ਼ ਦਿੱਤਾ ਸੀ। ਉਹਨੂੰ ਕੀ ਉਪਦੇਸ਼ ਦਿੱਤਾ ਸੀ? ਉਹਨਾਂ ਨੇ ਕਿਹਾ ਸੀ, ਪਹਿਲਾਂ ਉਹਨਾਂ ਦਾ ਉਪਦੇਸ਼ ਸੀ, ਕੇਸ ਨਹੀਂ ਕਟਾਉਣੇ। ਫਿਰ ਉਹਨਾਂ ਨੇ ਕਿਹਾ ਪਿਛਲੀ ਰਾਤ ਉੱਠ ਕੇ ਪ੍ਰਭੂ ਦਾ ਨਾਮ ਜਪਣਾ ਹੈ ਤੇ ਆਏ ਗਏ ਜੋ ਵੀ ਪੁਰਸ਼ ਹੋਣਗੇ, ਉਹਨਾਂ ਦੀ ਸੇਵਾ ਕਰਨੀ ਆ ਆਏ ਗਏ ਦੀ। ਉਹਨੂੰ ਗੁਰੂ ਰੂਪ ਸਮਝ ਕੇ ਸਾਨੂੰ ਆਏ ਗਏ ਦੀ ਸੇਵਾ ਕਰਨੀ ਚਾਹੀਦੀ ਹੈ। ਤੇ ਇਹ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ ਸੀ ਕਿ 7ਵੇਂ ਪਾਤਸ਼ਾਹ ਜਦੋਂ ਗੁਰੂ ਹਰਿਰਾਏ ਜੀ ਭਾਈ ਨੰਦ ਲਾਲ ਜੀ ਜਦੋਂ ਗੁਰੂ ਹਰਿਰਾਏ ਜੀ ਕੋਲ ਦਰਸ਼ਨ ਕਰਨ ਵਾਸਤੇ ਗਏ, ਤਾਂ ਉਹਨਾਂ ਨੇ ਮਹਾਰਾਜ ਨੇ ਕੀ ਉਪਦੇਸ਼ ਦਿੱਤਾ ਸੀ ਉਹਨਾਂ ਨੇ ਵੀ ਇਹੀ ਉਪਦੇਸ਼ ਦਿੱਤਾ ਸੀ ਕਿ ਕੇਸ ਨਹੀਂ ਕਟਾਉਣੇ, ਤੰਬਾਕੂ ਨਹੀਂ ਵਰਤਣਾ ਔਰ ਟੋਪੀ ਵੀ ਨਹੀਂ ਰੱਖਣੀ। ਇਹ ਤਿੰਨੋਂ ਚੀਜ਼ਾਂ ਦੀ ਵਰਜਿਤ ਸੀ। ਉਹਨਾਂ ਨੇ ਮਨਾ ਕੀਤਾ ਸੀ ਕਿ ਇਹ ਅਸੀਂ ਨਹੀਂ ਰੱਖਣੇ। ਗੁਰਬਾਣੀ ਵਿੱਚ ਜੋ ਜੇ ਕੇਸ਼ ਸ਼ਬਦ ਹੈ ਜਿਹੜਾ ਕੇਸ਼ ਗੁਰਬਾਣੀ ਵਿੱਚ ਜੋ ਆਪਣੇ ਇਤਿਹਾਸ ਵਿੱਚ ਕੇਸ਼ ਸ਼ਬਦ ਦੀ ਵਰਤੋਂ ਕੀਤੀ ਗਈ ਆ, ਉਹਨੂੰ ਉਹਦੇ ਵਿੱਚ ਹੀ ਮਤਲਬ ਕਹਿਣ ਦਾ ਭਾਵ ਹੈ ਕਿ ਕੇਸਾਂ ਵਾਸਤੇ ਗੁਰਬਾਣੀ ਵਿੱਚ ਵੀ ਇਹਦਾ ਹਿਦਾਇਤ ਦਿੱਤੀ ਗਈ ਹੈ। ਇਹਦੇ ਵਿੱਚ ਮਹਾਰਾਜ ਨੇ ਕੇਸਾਂ ਬਾਰੇ ਦੱਸਿਆ ਹੈ। ਤੇ ਇਹਦੀ ਜੋ ਮਿਸਾਲ ਹੈ ਸਾਨੂੰ ਕਿੱਥੋਂ ਮਿਲਦੀ ਹੈ? ਜਦੋਂ ਅਸੀਂ ਸਿੱਖ ਇਤਿਹਾਸ ਪੜ੍ਹੀਏ, ਕਿਸੇ ਸਿੱਖ ਨੇ ਦਾੜੀ ਜਾਂ ਕੇਸ ਦੀ ਬੇਅਦਬੀ ਨਹੀਂ ਕਰਨੀ, ਕੇਸਾਂ ਨੂੰ ਸਾਬਤ ਸੂਰਤ ਰੱਖਣਾ ਹੈ। ਉਹਦੇ ਲਈ ਭਾਵੇਂ ਸਾਡੀ ਜਾਨ ਚਲੀ ਜਾਵੇ ਕੇਸਾਂ ਨੂੰ, ਲੇਕਿਨ ਅਸੀਂ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਇਸ ਵਾਸਤੇ
ਆਪਾਂ ਨੂੰ ਭਾਈ ਤਾਰੂ ਜੀ ਦੀ ਸਾਖੀ ਯਾਦ ਹੈ ਕਿ ਭਾਈ ਤਾਰੂ ਜੀ ਨੇ ਆਪਣਾ ਉਹਨਾਂ ਨੇ ਕੇਸਾਂ ਦੀ ਇੰਨੀ ਸੰਭਾਲ ਕੀਤੀ ਸੀ ਕਿ ਇੰਨੀ ਸੰਭਾਲ ਕੀਤੀ ਜਦੋਂ ਉਹਨਾਂ ਨੂੰ ਸ਼ਹੀਦ ਕਰਨ ਵਾਸਤੇ ਕਿਉਂਕਿ ਭਾਈ ਤਾਰੂ ਜੀ ਬਹੁਤ ਹੀ ਗੁਰੂ ਮਹਾਰਾਜ ਦੇ ਪਿਆਰੇ ਸੇਵਕ ਸੀ। ਉਹ ਸਿਰਫ਼ ਘਰ ਆਏ ਸੰਗਤਾਂ ਨੂੰ ਉਹਨਾਂ ਦੀ ਇੱਕ ਮਾਤਾ ਸੀ, ਇੱਕ ਭੈਣ ਸੀ। ਜੋ ਆਏ ਗਏ ਸਿੰਘਾਂ ਨੂੰ ਬੜੀ ਸੇਵਾ ਕਰਦੇ ਸਨ, ਲੰਗਰ ਪਾਣੀ ਛਕਾਉਂਦੇ ਸਨ ਤੇ ਜਿਹੜੇ ਸਿੰਘ ਜੰਗਲਾਂ ਵਿੱਚ ਰਹਿੰਦੇ ਸੀ, ਉਹਨਾਂ ਵਾਸਤੇ ਵੀ ਉਹ ਲੰਗਰ ਤਿਆਰ ਕਰਕੇ ਭੇਜਦੇ ਸੀ। ਇਹਦੀ ਸ਼ਿਕਾਇਤ ਉਹਨਾਂ ਨੇ ਮੁਗਲਾਂ ਅੱਗੇ ਕਰ ਦਿੱਤੀ ਤੇ ਉਹਨਾਂ ਨੇ ਕੀ ਕੀਤਾ ਭਾਈ ਤਾਰੂ ਜੀ ਨੂੰ ਹੱਥਕੜੀਆਂ ਲਾ ਕੇ ਉਹਨਾਂ ਨੂੰ ਬੰਦੀ ਬਣਾ ਲਿਆ। ਮੈਂ ਬਿਲਕੁਲ ਸ਼ਾਰਟ ਵਿੱਚ ਮਤਲਬ ਦੱਸ ਰਿਹਾ ਤੇ ਬੰਦੀ ਬਣਾਇਆ ਤੇ ਉਹਨਾਂ ਨੂੰ ਹੁਕਮ ਕੀਤਾ ਕਿ ਜਾਂ ਤੇ ਤੂੰ ਕੇਸ ਕਟਾ ਲੈ, ਮੁਸਲਮਾਨ ਬਣ ਜਾ, ਨਹੀਂ ਤੇ ਫਿਰ ਤੇਰਾ ਕੇਸ ਕੱਟ ਦਿੱਤੇ ਜਾਣਗੇ। ਤੇ ਭਾਈ ਤਾਰੂ ਜੀ ਨੇ ਕਿਹਾ ਕਿ ਤੁਸੀਂ ਮੈਂ ਕੇਸ ਨਹੀਂ ਕਟਵਾਣੇ ਤੇ ਨਾ ਮੈਂ ਮੁਸਲਮਾਨ ਬਣਨਾ ਹੈ। ਤੇ ਉਹਨਾਂ ਨੂੰ ਫਿਰ ਉਹਨਾਂ ਨੇ ਕਿਹਾ ਤੁਹਾਡੇ ਕੇਸ ਕਤਲ ਕੀਤੇ ਜਾਣਗੇ, ਲੇਕਿਨ ਜਦੋਂ ਉਹਨਾਂ ਨੇ ਕੈਂਚੀ ਚਲਾਈ ਮਹਾਰਾਜ ਦੇ ਕੇਸਾਂ ਤੇ ਉਹ ਕੈਂਚੀ ਉਹਨੇ ਕੰਮ ਨਹੀਂ ਕੀਤੇ, ਕੇਸ ਕੱਟੇ ਨਹੀਂ ਗਏ। ਇੰਨੇ ਮਜ਼ਬੂਤ ਕੇਸ ਸੀ ਮਹਾਰਾਜ ਦੇ ਕਿਉਂਕਿ ਉਹਨਾਂ ਨੇ ਬੜੀ ਸ਼ਰਧਾ ਨਾਲ, ਬੜੇ ਪਿਆਰ ਨਾਲ ਉਹ ਕੇਸਾਂ ਦੀ ਸੰਭਾਲ ਕਰਦੇ ਸੀ, ਕੇਸਾਂ ਨੂੰ ਹਮੇਸ਼ਾ ਢੱਕ ਕੇ ਰੱਖਦੇ ਸੀ। ਉਹ ਕੇਸ ਨਹੀਂ ਕੱਟੇ ਗਏ ਤੇ ਉਹਦੇ ਬਾਅਦ ਉਹਨਾਂ ਨੇ ਕਿਹਾ ਕਿ ਜੇ ਕੇਸ ਨਹੀਂ ਕੱਟੇ ਜਾਂਦੇ ਇਹਨਾਂ ਦਾ ਖੋਪੜਾ ਉਤਾਰ ਦਿਓ। ਤਾਂ ਉਹਨਾਂ ਨੇ ਫਿਰ ਉਹਦੇ ਕਰਦ ਦੇ ਨਾਲ ਉਹਦੇ ਜੋ ਕੇਸ ਖੋਪੜਾ ਉਤਾਰਿਆ ਤੇ ਉਹਨਾਂ ਨੂੰ ਸ਼ਹੀਦ ਕਰਨ ਕੀਤਾ। ਲੇਕਿਨ ਮਹਾਰਾਜ 22 ਦਿਨ ਤੱਕ ਭਾਈ ਤਾਰੂ ਜੀ ਸੀ ਉਹ ਜ਼ਿੰਦਾ ਰਹੇ ਕਿਉਂਕਿ ਉਹਨੇ ਕਿਹਾ ਸੀ ਕਿ ਮੈਂ ਉਦੋਂ ਤੱਕ ਨਹੀਂ ਮਰਾਂਗਾ ਜਦ ਤੱਕ ਪਹਿਲੇ ਤੂੰ ਮਰੇਂਗਾ, ਤੂੰ ਅੱਗੇ ਜਾਏਂਗਾ ਫਿਰ ਮੈਂ ਮਰਨਾ। ਤੇ ਉਹੀ ਗੱਲ ਹੋਈ ਫਿਰ ਉਹਦਾ ਜੋ ਸੀ ਮੁਗਲ ਬਾਦਸ਼ਾਹ ਉਹਦੇ ਬਿਮਾਰ ਪੈ ਗਿਆ ਤੇ ਉਹਨੂੰ ਪਿਸ਼ਾਬ ਉਹਦਾ ਰੁਕ ਗਿਆ ਤੇ ਪਿਸ਼ਾਬ ਰੁਕਣ ਦੇ ਬਾਅਦ ਉਹਨੂੰ ਬੜੀ ਤਕਲੀਫ਼ ਹੋਈ ਕਿਉਂਕਿ ਇਹ ਚੀਜ਼ ਤੇ ਅ, ਅੰਦਰ ਬਹੁਤ ਖਰਾਬੀ ਪੈਦਾ ਕਰ ਦਿੰਦੀ ਆ, ਬਹੁਤ ਪਰੇਸ਼ਾਨੀ ਹੁੰਦੀ ਹੈ ਜਦੋਂ ਪਿਸ਼ਾਬ ਰੁਕ ਜਾਏ। ਫਿਰ ਉਹਨਾਂ ਨੇ ਬੜੇ ਇਲਾਜ ਕੀਤੇ, ਬਹੁਤ ਜਗ੍ਹਾ ਗਏ ਲੇਕਿਨ ਕੋਈ ਇਲਾਜ ਨਹੀਂ ਠੀਕ ਨਹੀਂ, ਆਰਾਮ ਹੀ ਨਹੀਂ ਆਇਆ ਉਹਨਾਂ ਨੂੰ, ਕਿਸੇ ਪਾਸਿਓਂ ਹੀ ਆਰਾਮ ਨਹੀਂ ਮਿਲਿਆ। ਤੇ ਫਿਰ ਕਿਸੇ ਗੁਰਸਿੱਖ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਭਾਈ ਤਾਰੂ ਜੀ ਦੀ ਜੁੱਤੀ ਲਿਆਓ, ਉਹਨਾਂ ਕੋਲ ਜਾਓ, ਭਾਈ ਜੀ ਤਾਰੂ ਜੀ ਕੋਲ ਜਾਓ, ਉਹ ਤੁਹਾਨੂੰ ਇਹਦਾ ਹੱਲ ਦੱਸਣਗੇ। ਤੇ ਫਿਰ ਉਹ ਭਾਈ ਤਾਰੂ ਜੀ ਕੋਲ ਗਏ, ਉਹਨਾਂ ਨੇ ਆਪਣੇ ਸੈਨਿਕ ਭੇਜੇ। ਭਾਈ ਤਾਰੂ ਜੀ ਨੇ ਕਿਹਾ ਕਿ ਇਹ ਮੇਰੀ ਜੁੱਤੀ ਲੈ ਜਾਓ, ਜਿੰਨਾ ਚਿਰ ਉਹਦੇ ਸਿਰ ਤੇ ਮਾਰੋਗੇ ਉਹ ਮਤਲਬ ਵੀ ਉਹਦਾ ਪਿਸ਼ਾਬ ਆ ਜਾਏਗਾ ਉਹਨੂੰ। ਉਹ ਜੁੱਤੀ ਲੈ ਕੇ ਗਏ, ਉਹੀ ਜੁੱਤੀ ਉਹਦੇ ਸਿਰ ਵਿੱਚ ਮਾਰਦੇ ਗਏ। ਜਿੰਨਾ ਚਿਰ ਵੀ ਜੁੱਤੀ ਮਾਰਦੇ ਸੀ, ਪਿਸ਼ਾਬ ਆ ਜਾਂਦਾ ਸੀ। ਜਦੋਂ ਛੱਡ ਦਿੰਦੇ ਸੀ, ਫਿਰ ਪਿਸ਼ਾਬ ਰੁਕ ਜਾਂਦਾ ਸੀ। ਵੀ ਜੁੱਤੀਆਂ ਮਾਰ-ਮਾਰ ਕੇ ਉਹ ਖ਼ਤਮ ਹੀ ਹੋ ਗਿਆ। ਤੇ ਕਿਉਂਕਿ ਉਹ ਪਿਸ਼ਾਬ ਨਹੀਂ ਆ ਰਿਹਾ ਸੀ ਉਹਨੂੰ ਇਸ ਕਰਕੇ। ਤੇ ਇਹ ਹੈ ਕੇਸਾਂ ਜੋ ਪ੍ਰਮਾਤਮਾ ਦੇ ਕੇਸਾਂ ਦੀ ਬੇਅਦਬੀ ਨਹੀਂ ਕਰਦਾ, ਉਹਨਾਂ ਦੀ ਸੰਭਾਲ ਕਰਦਾ ਹੈ ਤੇ ਪ੍ਰਮਾਤਮਾ ਉਹਦੇ ਉੱਤੇ ਬਹੁਤ ਹੀ ਬਖਸ਼ਿਸ਼ ਕਰਦੇ ਹੈ ਉਹਨਾਂ ਨੂੰ ਤੇ ਮਹਾਰਾਜ ਦਾ ਇਸ ਲਈ ਹਿਦਾਇਤ ਹੈ ਸਾਨੂੰ ਇਹਨਾਂ ਦੇ ਉੱਤੇ ਚੱਲਣਾ ਚਾਹੀਦਾ ਹੈ। ਇਹਨਾਂ ਹਿਦਾਇਤਾਂ ਨੂੰ ਸਾਨੂੰ ਮੰਨਣਾ ਬਹੁਤ ਹੀ ਜ਼ਰੂਰੀ ਹੈ। ਇਹੋ ਜਿਹੀ ਮਿਸਾਲ ਤੇ ਸਾਨੂੰ ਕਿਧਰੇ ਵੀ ਨਹੀਂ ਮਿਲਣੀ ਕਿ ਅੱਜ ਕੱਲ੍ਹ ਕਿਸੇ ਵੀ ਸਿੱਖ ਦੇ ਕੇਸਦਾੜੀ ਦੀ ਬੇਅਦਬੀ ਕੀਤੀ ਹੁੰਦੀ ਹੋਵੇ ਤੇ ਉਹ ਸਾਬਤ ਸੂਰਤ ਆਪਣੇ ਆਪ ਨੂੰ ਸਮਝੇ ਕਿ ਮੈਂ ਸਿੱਖ ਹਾਂ। ਲੇਕਿਨ ਇਹਨਾਂ ਨੇ ਭਾਈ ਤਾਰੂ ਜੀ ਨੇ ਕਿਹਾ ਕਿ ਬਈ ਮੇਰੀ ਚਾਹੇ ਕੇਸ ਕੱਢ ਦੇ ਕੇ ਕੇਸ ਮੈਂ ਕਤਲ ਨਹੀਂ ਕਰਨੇ ਦੇ ਭਾਵੇਂ ਮੇਰੀ ਜਾਨ ਚਲੀ ਜਾਏ। ਉਹਦੇ ਮਰਨ ਦੇ ਬਾਅਦ ਭਾਈ ਤਾਰੂ ਜੀ ਨੇ ਆਪਣਾ ਸਰੀਰ ਛੱਡਿਆ ਸੀ ਤੇ ਪ੍ਰਮਾਤਮਾ ਦੇ ਦਰ ਤੇ ਸੱਚਖੰਡ ਵਿੱਚ ਜਾ ਬਿਰਾਜੇ ਸਨ। ਤੇ ਇਸ ਕਰਕੇ ਸਾਨੂੰ ਆਪਣੇ ਕੇਸਾਂ ਦੀ ਸੰਭਾਲ ਕਰਨੀ ਚਾਹੀਦੀ। ਸਾਡੇ ਕੇਸ ਗੁਰੂ ਦੀ ਮੋਹਰ ਨੇ, ਉਹਨਾਂ ਨੂੰ ਬਹੁਤ ਸੰਭਾਲ ਕਰਕੇ ਸਾਨੂੰ ਰੱਖਣਾ ਚਾਹੀਦਾ ਹੈ।
ਤੇ ਹਮੇਸ਼ਾ ਸਿਰ ਨੂੰ, ਕੇਸਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਤਾਂ ਢੱਕ ਕੇ ਨਹੀਂ ਰੱਖਾਂਗੇ ਵੀ ਇਹ ਵੀ ਇੱਕ ਤਰ੍ਹਾਂ ਤਰ੍ਹਾਂ ਦੀ ਬੇਅਦਬੀ ਹੁੰਦੀ ਹੈ। ਜਿਹੜਾ ਕੇਸ ਕੁਰੈਤਾਂ ਕਰਦਾ ਉਹਨੂੰ ਪਤਿਤ ਮੰਨਿਆ ਜਾਂਦਾ ਹੈ, ਕਿਉਂਕਿ ਉਹਨੇ ਗੁਰੂ ਦੀ ਆਗਿਆ ਦਾ ਪਾਲਣ ਨਹੀਂ ਕੀਤਾ, ਇਸ ਕਰਕੇ ਉਹ ਪਤਿਤ ਅਖਵਾਉਂਦਾ ਹੈ। ਤੇ ਮਹਾਰਾਜ ਨੇ ਜਦੋਂ ਤੇ ਜਦੋਂ ਖੋਪੜਾ ਸਵਾਰਿਆ ਆਏ ਸੀ ਤੇ ਉਸਦੇ ਬਾਅਦ ਇੱਕ ਇੱਕ ਅੰਗਰੇਜ਼ ਯਾਤਰੀ ਉਹਨੇ ਲਿਖਿਆ, ਜਦੋਂ ਭਾਈ ਤਾਰੂ ਸਿੰਘ ਦਾ ਖੋਪੜਾ ਉਤਰ ਗਿਆ, ਉਹਦੇ ਬਾਅਦ ਇੱਕ ਅੰਗਰੇਜ਼ ਯਾਤਰੀ ਜਦੋਂ ਉਹ ਦਰਸ਼ਨ ਕਰਨ ਵਾਸਤੇ ਦਰਬਾਰ ਸਾਹਿਬ ਆਏ, ਉਸ ਟਾਈਮ ਉਹਨੇ ਦੇਖਿਆ, ਉਹ ਯਾਤਰੀ ਬੜਾ ਹੈਰਾਨ ਹੋਇਆ ਦੇਖ ਕੇ ਕਿ ਉਹਨਾਂ ਨੂੰ, ਜਿਹੜੇ ਯਾਤਰੀ ਸੀ ਉਹਨਾਂ ਨੂੰ ਜਿਹੜੇ ਅਜਾਇਬ ਘਰ ਹੈ ਉੱਥੇ ਲਿਜਾਇਆ ਗਿਆ ਸੀ। ਤੇ ਯਾਤਰੀ ਦੇਖ ਕੇ ਬਹੁਤ ਹੈਰਾਨ ਹੋਇਆ ਕਿ ਸਿਰਫ ਇੱਥੇ ਕੇਸਾਂ ਦੇ ਪਿੱਛੇ ਇੰਨੀ ਵੱਡੀ ਕੁਰਬਾਨੀ ਕੀਤੀ ਭਾਈ ਤਾਰੂ ਜੀ ਨੇ। ਜਦੋਂ ਉਹਨਾਂ ਨੇ ਭਾਈ ਤਾਰੂ ਜੀ ਦੀ ਫੋਟੋ ਦਿਖਾਈ, ਉਹਨਾਂ ਨੂੰ ਦੇਖਿਆ ਤੇ ਬੜੇ ਹੈਰਾਨ ਹੋਏ ਕਿ ਇੱਕ ਕੇਸਾਂ ਵਿੱਚ ਉਹਨਾਂ ਨੇ ਆਪਣੀ ਜਾਨ ਦੇ ਦਿੱਤੀ, ਕਿ ਬਈ ਕੇਸ ਕਿਸੇ ਧਰਮ ਵਾਸਤੇ ਇੰਨੀ ਵੱਡੀ ਮਹਾਨਤਾ ਰੱਖਦੇ ਨੇ ਕਿ ਬਈ ਉਹ ਆਪਣੀ ਜਾਨ ਚਲੀ ਜਾਏ ਲੇਕਿਨ ਕੇਸਾਂ ਦੀ ਬੇਅਦਬੀ ਨਹੀਂ ਹੋਣ ਦੇਣੀ। ਉਹਨੇ ਕਦੇ ਇਸ ਤਰ੍ਹਾਂ ਸੋਚਿਆ ਵੀ ਨਹੀਂ ਸੀ, ਜੋ ਦੇਖ ਕੇ ਇੰਨਾ ਹੈਰਾਨ ਹੋਇਆ ਤੇ ਉਹਦਾ ਭਾਈ ਤਾਰੂ ਜੀ ਦੇ ਫੋਟੋ ਦੇ ਅੱਗੇ ਉਹਨਾਂ ਦਾ ਸਿਰ ਝੁਕ ਗਿਆ, ਉਹਨਾਂ ਦੀ ਮਹਾਨਤਾ ਦੇਖ ਕੇ ਕਿ ਨੋ ਮਹਾਰਾਜ ਨੇ ਇੰਨੀ, ਭਾਈ ਤਾਰੂ ਜੀ ਨੇ ਪਵਿੱਤਰ ਕੇਸਾਂ ਨੂੰ ਇੰਨੀ ਤਰ੍ਹਾਂ ਸੰਭਾਲ ਕੇ ਰੱਖਿਆ ਸੀ। ਤੇ ਉਹਦੇ ਬਾਅਦ ਜਦੋਂ ਕੇਸਾਂ ਨੂੰ ਦੇਖ ਰਿਹਾ ਸੀ ਤੇ ਉਧਰੋਂ ਇੱਕ ਹੋਰ ਸਿੱਖ ਜੋ ਉਹਨੂੰ ਗਾਈਡ ਕਰ ਰਹੇ ਸੀ, ਅੰਗਰੇਜ਼ ਨੂੰ, ਤੇ ਉਹਨੇ ਬੜੀ ਸੋਹਣੀ ਪੱਗ ਬੰਨੀ ਹੋਈ ਸੀ, ਤੇ ਲੇਕਿਨ ਮੂੰਹ ਤੇ ਜੋ ਸੀ ਉਹਨੇ ਦਾੜਾ ਨਹੀਂ ਸੀ, ਉਹਨੇ ਆਪਣਾ ਦਾੜੀ ਕੱਟੀ ਹੋਈ ਸੀ। ਤੇ ਭਾਈ ਤਾਰੂ ਜੀ ਦੀ ਉਹ ਇੱਕ ਵਾਰੀ ਭਾਈ ਤਾਰੂ ਜੀ ਸ਼ਹੀਦ ਵਾਲੀ ਜਿਹੜੀ ਫੋਟੋ ਸੀ ਉਹਦੇ ਵੱਲ ਦੇਖਦਾ ਸੀ, ਤੇ ਦੂਜੀ ਵਾਰੀ ਉਹ ਸਿੰਘ ਵੱਲ ਨਜ਼ਰ ਮਾਰਦਾ ਸੀ। ਬਈ ਇੱਕ ਪਾਸੇ ਤਾਂ ਦੇਖੋ ਭਾਈ ਤਾਰੂ ਜੀ ਨੇ, ਜਿਨ੍ਹਾਂ ਨੇ ਆਪਣੀ ਜਾਨ ਦੇ ਦਿੱਤੀ, ਆਪਣੇ ਕੇਸਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ, ਤੇ ਦੂਜੇ ਪਾਸੇ ਜੋ ਹੈ ਇਹ ਉਹ ਸਿੰਘ ਵੱਲ ਦੇਖ ਰਿਹਾ, ਜਿਹੜਾ ਨੌਜਵਾਨ ਆਇਆ ਜਿਹਨੇ ਦਾੜੀ ਕੱਟੀ ਹੋਈ ਸੀ, ਤੇ ਉਹਦੇ ਵੱਲ ਦੇਖ ਕੇ ਉਹਦੀਆਂ ਜੋ ਹੈ ਸਿਰ ਨੀਵਾਂ ਹੋ ਗਿਆ। ਪਹਿਲੇ ਤੇ ਉਹ ਬੜਾ ਖੁਸ਼ ਸੀ ਕਿ ਭਈ ਕੇਸਾਂ ਦੀ ਇੰਨੀ ਸੰਭਾਲ ਕੀਤੀ ਹੈ, ਤੇ ਉਹਦਾ ਦੂਜੇ ਪਾਸੇ ਜਦੋਂ ਉਹਨੇ ਦੇਖਿਆ ਕਿ ਸਰਦਾਰ ਨੇ ਵਾਲ ਕੱਟੀ ਹੈ, ਪਹਿਲਾਂ ਤੇ ਉਹਨੂੰ ਬੜਾ ਪ੍ਰਾਊਡ ਹੋਇਆ ਬਈ ਸਿੱਖ ਇੰਨੇ ਅੱਛੇ ਹੈ, ਇਹਨਾਂ ਨੇ ਕੇਸਾਂ ਦੀ ਇੰਨੀ ਸੰਭਾਲ ਕਰਦੇ ਆ, ਇੰਨਾ ਆਦਰ ਕਰਦੇ ਆ ਕੇਸਾਂ ਦਾ, ਆਪਣੇ ਗੁਰੂ ਦੀ ਆਗਿਆ ਦਾ ਪਾਲਣ ਕਰਦੇ ਆ। ਲੇਕਿਨ ਜਦੋਂ ਉਹਨੇ ਦੂਜੇ ਪਾਸੇ ਦੇਖਿਆ ਕਿ ਸਿੰਘ ਜੋ ਹੈ ਉਹ ਅਮ, ਦਾੜੀ ਕੱਢ ਕੇ ਤੇ ਪੱਗ ਬੰਨ੍ਹ ਕੇ ਬੜੇ ਆ ਰਿਹਾ ਹੈ, ਤੇ ਉਹਨੂੰ ਦੇਖ ਕੇ ਉਹ ਬੜਾ ਪਰੇਸ਼ਾਨ ਜਿਹਾ, ਹੈਰਾਨ ਹੋਇਆ ਕਿ ਸਿੰਘ ਇਸ ਤਰ੍ਹਾਂ ਦੇ ਵੀ ਨੇ ਕਿ ਜਿਹੜੇ ਕੇਸ ਦਾੜੀ ਕਰਾ ਕੇ ਆਪਣੇ ਆਪ ਨੂੰ ਸਿੱਖ ਸਮਝਦੇ ਆ, ਲੇਕਿਨ ਉਹ ਐਕਚੁਅਲੀ ਵਿੱਚ ਉਹ ਸਿੱਖ ਨਹੀਂ ਹੈ, ਕਿਉਂਕਿ ਉਹਨਾਂ ਨੇ ਗੁਰੂ ਦੀ ਆਗਿਆ ਦਾ ਪਾਲਣ ਨਹੀਂ ਕੀਤਾ, ਤੇ ਉਹਨੂੰ ਅਸੀਂ ਪਤਿਤ ਕਹਿ ਸਕਦੇ ਹਾਂ, ਉਹਨੂੰ ਸਿੱਖ ਨਹੀਂ ਕਹਿ ਸਕਦੇ। ਤੇ ਇਸ ਲਈ ਸਾਨੂੰ ਵੀ ਜੋ ਹੈ ਗੁਰੂ ਮਹਾਰਾਜ ਦੇ ਦਿੱਤੇ ਹਿਦਾਇਤਾਂ ਨੂੰ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੇ ਸਮੇਂ ਵਿੱਚ, ਕਿਉਂਕਿ ਅੱਜ ਕੱਲ੍ਹ ਸਾਰੇ ਹੀ ਬੱਚੇ ਕੁਛ ਨਹੀਂ ਸੋਚਦੇ, ਕੁਛ ਨਹੀਂ ਸਮਝਦੇ, ਆਪਣੇ ਕੇਸ ਕਟਾ ਲੈਂਦੇ ਨੇ। ਤੇ ਸਾਡੇ ਮਹਾਰਾਜ ਨੇ ਤੇ ਇੰਨੀਆਂ ਇੰਨੀਆਂ ਬਲਿਦਾਨ ਦਿੱਤੇ ਆ ਆਪਣੇ ਗੁਰੂਆਂ ਨੇ, ਧਰਮ ਪਿੱਛੇ ਦੂਜਿਆਂ ਦੇ ਧਰਮ ਨੂੰ ਵੀ ਬਚਾਇਆ ਹੈ, ਲੇਕਿਨ ਆਪਣੇ ਜੋ ਸਿੰਘ ਨੇ ਉਹ ਆਪਣਾ ਧਰਮ ਹੀ ਛੱਡੀ ਜਾਂਦੇ ਆ। ਜਿੱਧਰ ਦੇਖਦੇ ਆ ਕੋਈ ਵਾਲ ਕਟਾ ਕੇ ਬਾਹਰ ਜਾਣ ਦੇ ਚੱਕਰ ਵਿੱਚ, ਕਈ ਸਿੰਘ ਮੈਂ ਐਸੇ ਦੇਖੇ ਆ, ਉਹ ਕਹਿੰਦੇ ਜੀ ਸਾਡਾ ਵੀਜ਼ਾ ਨਹੀਂ ਲੱਗਦਾ, ਅਸੀਂ ਵਾਲ ਕਟਾ ਲੈਂਦੇ ਹਾਂ ਬਾਹਰ, ਵਾਲ ਕਟਾ ਲੈਂਦੇ ਆ, ਸਿਰਫ ਉਹਨਾਂ ਵਾਸਤੇ ਪੈਸਾ ਹੀ ਸਭ ਕੁਛ ਹੋ ਗਿਆ, ਇਹਦਾ ਮਤਲਬ ਗੁਰੂ ਦਾ ਹੁਕਮ ਕੁਛ ਵੀ ਨਹੀਂ। ਤੇ ਫਿਰ ਲੇਕਿਨ ਸਾਨੂੰ ਸਭ ਤੋਂ ਪਹਿਲੇ ਆਪਣੇ ਗੁਰੂ ਦੀ ਆਗਿਆ ਦਾ, ਉਹਦੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਜਿਹੜੇ ਸਾਡੇ ਛੋਟੇ ਸਾਹਿਬਜ਼ਾਦਿਆਂ ਨੇ, ਵੱਡੇ ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਕੀਤੀਆਂ, ਇਹ ਕਿਸ ਲਈ ਕੀਤੀਆਂ? ਉਹਨਾਂ ਨੇ ਸਾਬਤ ਸੂਰਤ ਛੋਟੇ-ਛੋਟੇ ਬੱਚੇ ਨੀਹਾਂ ਵਿੱਚ ਚਿਣੇ ਗਏ ਤੇ ਧਰਮ ਨਹੀਂ, ਪਰ ਆਪਣਾ ਧਰਮ ਨਹੀਂ ਛੱਡਿਆ, ਧਰਮ ਨਹੀਂ ਹਾਰਿਆ ਤੇ ਅਸੀਂ ਮਿੰਟਾਂ ਵਿੱਚ ਕੇਸ ਕਤਲ ਕਰਾ ਕੇ ਆਪਣਾ ਧਰਮ ਛੱਡ ਦਿੰਦੇ ਹਾਂ। ਕੇਸਾਂ ਉੱਤੇ ਤੇ ਸਾਨੂੰ ਬਹੁਤ ਜ਼ਿਆਦਾ ਪ੍ਰਚਾਰ ਕਰਨ ਦੀ ਜ਼ਰੂਰਤ ਹੈ, ਬਹੁਤ ਜ਼ਿਆਦਾ। ਆਪਣੀ ਸਿੱਖੀ ਨਹੀਂ ਹੋਏਗੀ ਤੇ ਫਿਰ ਅਸੀਂ ਸਿੱਖ ਕਾਹਦੇ ਹੋਏ? ਤੇ ਬਾਹਰ ਕਈ ਸਿੰਘ ਜੋ ਜਾਂਦੇ ਆ, ਜਦੋਂ ਮਰਜ਼ੀ ਤੇ ਆਪਣਾ ਵਾਲ ਕਤਲ ਕਰਾ ਲੈਂਦੇ ਆ ਤੇ ਆਪਣੀ ਬੇਅਦਬੀ ਕਰਾ ਕੇ ਆਪਣਾ ਨੌਕਰੀਆਂ ਕਰਦੇ ਆ। ਪੈਸਾ ਕਦ ਤੱਕ ਸਾਡੇ ਕੰਮ ਆਏਗਾ? ਜਿੰਦੇ ਜੀ ਤੱਕ ਤਾਂ ਸਾਡੇ ਨਾਲ ਸਾਥ ਦੇ ਸਕਦੇ ਆ, ਉਹ ਵੀ ਕੁਛ ਹੱਦ ਤੱਕ। ਹਰ ਸਮੇਂ ਪੈਸਾ ਵੀ ਕੰਮ ਨਹੀਂ ਆਉਂਦਾ ਤੇ ਲੇਕਿਨ ਮਰਨ ਦੇ ਬਾਅਦ ਤੇ ਇਹਨੇ ਬਿਲਕੁਲ ਵੀ ਸਾਥ ਨਹੀਂ ਦੇਣਾ। ਅਸੀਂ ਪਵਿੱਤ ਵੀ ਹੋਵਾਂਗੇ, ਜਮਾਂ ਦੀ ਮਾਰ ਵੀ ਖਾਵਾਂਗੇ। ਜੋ ਜਮ ਆਏ ਕੇਸ ਗਏ ਪਟਕੇ, ਤਾਂ ਦਿਨ ਕਛ ਨਾ ਬਸਾਏਗਾ। ਫੇਰ ਤੇ ਸਾਨੂੰ ਕੋਈ ਬਚਾਉਣ ਵਾਲਾ ਹੀ ਨਹੀਂ ਉੱਥੇ। ਉੱਥੇ ਤੇ ਅਸੀਂ ਹੋਵਾਂਗੇ ਇਕੱਲੇ, ਸਾਡੇ ਨਾਲ ਹੋਰ ਕਿਸੇ ਨੇ ਨਹੀਂ ਹੋਣਾ, ਜਾਂ ਸਾਨੂੰ ਜਿਹੜੇ ਅਸੀਂ ਪਤਿਤ ਹੋਵਾਂਗੇ, ਜੰਮ ਫੜ ਕੇ ਲੈ ਜਾਣਗੇ। ਉਹ ਜਮਾਂ ਨੇ ਜੋ ਸਾਡੀ ਹਾਲਤ ਕਰਨੀ ਆ, ਉਹ ਤੇ ਉਸ ਟਾਈਮ ਉਹੀ ਜਾਣ ਸਕਦਾ ਜਿਹਦੀ ਹੁੰਦੀ। ਤੇ ਉਹ ਨਾ ਉਹ ਚੀਖ ਸਕਦਾ, ਨਾ ਉਹ ਚਿੱਲਾ ਸਕਦਾ, ਨਾ ਕੁਛ ਕਰ ਸਕਦਾ ਹੈ। ਉੱਥੇ ਤੇ ਇਹ ਵੀ ਨਹੀਂ ਹੁੰਦਾ ਕਿ ਕਿਸੇ ਨੂੰ ਕੁੱਟਿਆ ਮਾਰਿਆ, ਉਹ ਬੇਹੋਸ਼ ਹੋ ਗਿਆ ਤੇ ਉਹਨੂੰ ਥੋੜ੍ਹੀ ਦੇਰ ਵਾਸਤੇ ਛੱਡ ਦਿੱਤਾ। ਰੂਹ ਦਾ ਨਾਲ ਤੇ ਐਸਾ ਵੀ ਨਹੀਂ ਹੁੰਦਾ ਕਿ ਉਹਨੂੰ ਜਿੰਨੀ ਮਰਜ਼ੀ ਮਾਰ ਕੁੱਟ ਪਵੇ, ਉਹ ਨਾ ਉਹਨੇ ਬੇਹੋਸ਼ ਹੋਣਾ ਹੈ, ਨਾ ਉਹਨੇ ਕੁਛ ਕਰਨਾ ਹੈ। ਉਹਨੂੰ ਬਰਦਾਸ਼ਤ ਕਰਨਾ ਹੀ ਪੈਣਾ ਹੈ ਹਰ ਹਾਲਤ ਵਿੱਚ। ਇਹ ਵੀ ਨਹੀਂ ਕਿ ਉਹ ਮਰ ਜਾਏਗਾ, ਕਿਉਂਕਿ ਆਤਮਾ ਕਦੇ ਮਰਦੀ ਨਹੀਂ, ਉਹਨੇ ਮਰਨਾ ਵੀ ਨਹੀਂ। ਇਸ ਕਰਕੇ ਸਾਨੂੰ ਬਹੁਤ ਜ਼ਰੂਰੀ ਆ ਸਾਡੇ ਵਾਸਤੇ ਕੇਸਾਂ ਦੀ ਸੰਭਾਲ ਕਰਨੀ, ਕੇਸਾਂ ਨੂੰ ਰੱਖਣਾ। ਕੇਸਾਂ ਦੀ ਸੰਭਾਲ ਦੇ ਨਾਲ-ਨਾਲ ਸਾਨੂੰ ਗੁਰੂ ਦੇ ਹਰ ਬਚਨ ਦਾ ਪਾਲਣ ਕਰਨਾ ਚਾਹੀਦਾ। ਮਹਾਰਾਜ ਨੇ 52 ਬਚਨ ਦਿੱਤੇ ਸੀ ਸਾਨੂੰ, 52। ਅਸੀਂ ਤੇ ਪਤਾ ਹੀ ਨਹੀਂ ਉਹ ਕਦੇ ਫਿਰ ਮੌਕਾ ਮਿਲਿਆ ਤੇ ਉਹਨਾਂ ਦਾ ਆਪਾਂ ਵਿਚਾਰ ਕਰਾਂਗੇ। ਤੇ ਉਹਨਾਂ 52 ਬਚਨਾਂ ਦਾ ਤੇ ਅਸੀਂ ਪਾਲਣ ਕਿੱਥੋਂ ਕਰ ਸਕਦੇ ਹਾਂ? ਅਸੀਂ ਇੱਕ ਕੇਸ ਦੀ ਸੰਭਾਲ ਨਹੀਂ ਕਰ ਸਕਦੇ। ਮਹਾਰਾਜ ਸਾਡੇ ਤੇ ਬਖਸ਼ਿਸ਼ ਕਰਨ, ਮਿਹਰ ਕਰਨ ਸੱਚੇ ਪਾਤਸ਼ਾਹ। ਸਾਨੂੰ ਕੇਸਾਂ ਦੀ ਸੰਭਾਲ ਕਰਨੀ ਆ ਜਾਵੇ। ਆਪਣੇ ਬੱਚਿਆਂ ਨੂੰ ਅਸੀਂ ਸਿਖਾ ਸਕੀਏ, ਉਹਨਾਂ ਨੂੰ ਮਹਾਰਾਜ ਦੇ ਦੱਸੇ ਹੁਕਮ ਦੇ ਅਨੁਸਾਰ, ਤਾਂ ਕਿ ਉਹ ਉਹਨਾਂ ਦੇ ਪੱਜ ਚਿੰਨ੍ਹਾਂ ਤੇ ਚੱਲ ਸਕਣ। ਸੱਚੇ ਪਾਤਸ਼ਾਹ ਸਿੱਖਾਂ ਦੇ ਉੱਤੇ ਇੰਨੀ ਮਿਹਰ ਕਰੋ, ਅਰਦਾਸ ਹੈ ਸਾਰੀ ਸੰਗਤ ਦਾਤਾ ਬਖਸ਼ਿਸ਼ ਕਰਨਾ ਕਿ ਸਾਨੂੰ ਸਿੱਖੀ ਜੀਵਨ ਮਿਲੇ ਔਰ ਅਸੀਂ ਆਪਣੇ ਜੀਵਨ ਤੇ ਪੂਰੇ ਉਤਰ ਸਕੀਏ ਸੱਚੇ ਪਾਤਸ਼ਾਹ। ਐਸੀ ਬਖਸ਼ਿਸ਼ ਕਰਨੀ। ਮਹਾਰਾਜ ਨੇ ਕਿਹਾ ਸੀ, ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਬਿਨਾ ਨੈ ਸਿੱਖ ਖਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਤੇ ਜਿਹੜਾ ਰਹਿਤ ਨਹੀਂ ਰੱਖਦਾ, ਉਹਨੂੰ ਦਰ-ਦਰ ਤੇ ਭਟਕਣਾ ਪੈਂਦਾ, ਉਹ ਦਰ-ਦਰ ਦੀਆਂ ਚੋਟਾਂ ਖਾਣੀਆਂ ਪੈਂਦੀਆਂ ਨੇ। ਤੇ ਉਹੀ ਹੈ ਮੇਰਾ ਸਿੱਖ ਜੋ ਰਹਿਤ ਰੱਖੇਗਾ, ਜੋ ਪਰਮਾਤਮਾ ਦੇ ਗੁਰੂ ਗੋਬਿੰਦ ਸਿੰਘ ਦੇ ਦੱਸੇ ਬਚਨਾਂ ਦੇ ਅਨੁਸਾਰ ਚੱਲੇਗਾ, ਉਹੀ ਅਸਲੀ ਸਿੱਖ ਹੈ। ਉਹ ਕਹਿੰਦੇ ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾਹੀਂ। ਕਹਿੰਦੇ ਮੈਨੂੰ ਸਿੱਖ ਨਹੀਂ ਪਿਆਰਾ, ਮੈਨੂੰ ਰਹਿਤ ਪਿਆਰੀ ਹੈ। ਜੋ ਰਹਿਤ ਨੂੰ ਰੱਖੇਗਾ, ਉਹੀ ਮੇਰਾ ਸਿੱਖ ਹੈ, ਉਹੀ ਮੈਨੂੰ ਬਹੁਤ ਪਿਆਰ ਕਰਦਾ ਹੈ ਉਸ ਸਿੱਖ ਨੂੰ। ਤੇ ਮਹਾਰਾਜ ਤੇ ਇੱਥੋਂ ਤੱਕ ਉਹਨੂੰ ਆਪਣਾ ਰੂਪ ਸਮਝਦੇ ਆ, ਵੀ ਇਹ ਮੇਰਾ ਰੂਪ ਹੈ। ਜਦੋਂ ਉਹਨੇ ਸਿੱਖੀ ਧਾਰਨ ਕਰ ਲਈ, ਸਭ ਕੁਛ ਕਰ ਲਿਆ, ਉਹਨੂੰ ਉਹ ਮਹਾਰਾਜ ਦਾ ਰੂਪ ਹੀ ਬਣ ਜਾਂਦੇ ਨੇ। ਲੇਕਿਨ ਅਸੀਂ ਅੱਜ ਤੱਕ ਬਹੁਤ ਪਿਛੜੇ ਹੋਏ ਹਾਂ, ਇਹਦੇ ਵਿੱਚ ਬਹੁਤ ਕਮੀਆਂ ਤੇ ਬਹੁਤ ਨੇ। ਪਹਿਲੇ ਮਾਂ-ਪਿਓ ਦਾ ਹੀ ਫਰਜ਼ ਬਣਦਾ ਬੱਚੇ ਨੂੰ ਸ਼ੁਰੂ ਤੋਂ ਹੀ ਗੁਰੂ ਦੇ ਲੜ ਲਾਉਣ, ਉਹਨਾਂ ਨੂੰ ਗੁਰੂ ਮਹਾਰਾਜ ਦੀਆਂ ਸਾਖੀਆਂ ਸੁਣਾਉਣ। ਰਾਤ ਨੂੰ ਸੌਂਦੇ ਸਮੇਂ ਬੱਚਿਆਂ ਨੂੰ ਛੋਟੀਆਂ-ਛੋਟੀਆਂ ਸਾਖੀਆਂ ਸੁਣਾਈਆਂ ਜਾਣ। ਹੁਣ ਮੇਰਾ ਬੱਚਾ ਸੀ, ਮੇਰਾ ਇੱਕੋ ਹੀ ਮੁੰਡਾ ਹੈ, ਪਰਮਾਤਮਾ ਦੀ ਬਖਸ਼ਿਸ਼ ਨਾਲ। ਉਹਨੂੰ ਜਦੋਂ ਰਾਤੀ ਸੌਂਦਾ ਸੀ, ਉਹਨੂੰ ਸਾਖੀ ਸੁਣੇ ਬਿਨਾਂ ਸੌਂਦਾ ਹੀ ਨਹੀਂ ਸੀ। ਮੰਮੀ ਮੈਨੂੰ ਸਾਖੀ ਸੁਣਾ ਦਿਓ, ਮੰਮੀ ਸਾਖੀ ਸਾਖੀ ਸੁਣਾਓ। ਕੋਈ ਨਾ ਕੋਈ ਮੈਨੂੰ ਨੀਂਦ ਆ ਜਾਂਦੀ ਸੀ ਸੁਣਾਉਂਦੇ-ਸੁਣਾਉਂਦੇ। ਉਹ ਫਿਰ ਮੈਨੂੰ ਜਗਾ ਕੇ ਕਹਿਣਾ, ਮੰਮੀ ਸਾਖੀ ਸੁਣਾਓ। ਤੇ ਇਸ ਤਰ੍ਹਾਂ ਸਾਖੀਆਂ ਸੁਣਾਉਣੀਆਂ ਚਾਹੀਦੀਆਂ, ਤਾਂ ਕਿ ਬੱਚੇ ਦੇ ਮਨ ਵਿੱਚ ਆਪਣੀ ਸਿੱਖੀ ਬਾਰੇ ਜਾਣਕਾਰੀ ਆ ਸਕੇ। ਸਿੱਖੀ ਉਹਨਾਂ ਦੇ ਮਨ ਵਿੱਚ ਕੁੱਟ-ਕੁੱਟ ਕੇ ਭਰ ਜਾਵੇ, ਤਾਂ ਕਿ ਉਹ ਗੁਰੂ ਦੇ ਪਦ ਚਿੰਨ੍ਹਾਂ ਚੱਲੀਏ। ਅਸੀਂ ਗੁਰੂ ਦੇ ਲੜ ਲੱਗ ਕੇ ਅਸੀਂ ਸੱਚਖੰਡ ਪਰਮਾਤਮਾ ਦੇ ਦਰਸ਼ਨ ਕਰ ਸਕੀਏ। ਮਿਹਰ ਕਰਨ ਸਾਰਿਆਂ ਸੰਗਤਾਂ ਦੇ ਸਿਰ ਤੇ, ਮੇਰਾ ਭਰੇ ਹੱਥ ਰੱਖਣ। ਪਰਮਾਤਮਾ ਬਖਸ਼ਿਸ਼ ਕਰਨ, ਸਾਨੂੰ ਵੀ ਗੁਰਸਿੱਖੀ ਜੀਵਨ ਬਖਸ਼ਣ।
ਤਾਂ ਕਿ ਅਸੀਂ ਵੀ ਮਹਾਰਾਜ ਦੇ ਪਦ ਚਿੰਨ੍ਹਾਂ ਤੇ ਚੱਲ ਸਕੀਏ। ਇਹ ਕੇਸ ਜਿਹੇ ਹਨ ਸਾਡੇ ਬਹੁਤ ਗੁਰੂ ਦੀ ਮੋਹਰ ਹਨ, ਇਹਨਾਂ ਦੀ ਰਕਸ਼ਾ ਕਰਨਾ ਸਾਡਾ ਬਹੁਤ ਜ਼ਰੂਰੀ ਹੈ। ਮਹਾਰਾਜ ਨੇ ਬਖਸ਼ਿਸ਼ ਕਰਨ, ਇੰਨੀ ਸੇਵਾ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਕਰਨੀ। ਮੈਨੂੰ ਤੇ ਕੁਛ ਆਂਦਾ ਹੀ ਬਸ ਬੋਲ ਵੀ ਨਹੀਂ ਸਕਦੀ ਮੈਂ ਤੇ ਪਹਿਲੀ ਵਾਰੀ ਸੰਗਤ ਵਿੱਚ ਆ ਕੇ ਹੀ ਬੋਲੀ ਹਾਂ ਸੱਚੇ ਪਾਤਸ਼ਾਹ ਮਿਹਰ ਕਰਨ ਆਪਣੀ ਸੇਵਾ ਆਪ ਲੈ ਲੈਣ। ਮੈਂ ਕੁਛ ਨਹੀਂ ਜਾਣਦੀ ਨਾ ਮੈਂ ਕੁਛ ਕਰਨ ਜੋਗੀ ਹਾਂ ਸੱਚੇ ਪਾਤਸ਼ਾਹ। ਬਖਸ਼ਿਸ਼ ਕਰਕੇ ਆਪਣੀ ਸੇਵਾ ਲੈਂਦੇ ਰਹਿਣ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਜਸਵਿੰਦਰ ਸਿੰਘ ਜੀ ਜੰਮੂ ਵਾਲੇ ਹਨ ਤਾਂ ਸੇਵਾ ਕਰ ਲੈਣ ਆਪਣੀ ਸੰਚਾਲਨ ਦੀ ਸੇਵਾ। ਵਾਹਿਗੁਰੂ ਜੀ ਜੇ ਹੈਗਾ ਟਾਈਮ ਵਾਹਿਗੁਰੂ ਜੀ 7:15 ਤੱਕ ਟਾਈਮ ਹੁੰਦਾ ਵਾਹਿਗੁਰੂ ਜੀ ਤੁਸੀਂ ਲਾ ਲਓ ਟਾਈਮ ਅਜੇ ਵਾਹਿਗੁਰੂ ਅੱਛਾ ਹੋਰ ਲਾ ਦਈਏ? ਚਲੋ ਵਾਹਿਗੁਰੂ ਜੀ ਇੱਕ ਲਾ ਦੋ ਲਓ ਹੀ। ਚਲੋ ਅਸੀਂ ਹੁੰਦੇ ਮੈਂ ਮਹਾਰਾਜ ਦੀ ਸ਼ਹੀਦੀ ਦਾ ਤਾਂ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਹਨਾ। ਤੇ ਕਿਸ ਤਰ੍ਹਾਂ ਯੁੱਧ ਕੀਤਾ ਛੋਟੇ ਸਾਹਿਬਜ਼ਾਦਿਆਂ ਨਾਲ ਚਮਕੌਰ ਦੀ ਗੜੀ ਵਿੱਚ, ਤੇ ਫਿਰ ਛੋਟੇ ਸਾਹਿਬਜ਼ਾਦਿਆਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ, ਇਹ ਸਾਰੀਆਂ ਸੰਗਤਾਂ ਨੂੰ ਪਤਾ ਸੀ। ਇਸ ਲਈ ਮੈਂ ਕਿਹਾ ਚਲੋ ਮਹਾਰਾਜ ਦੀ ਹੁਕਮ ਦੇ ਅਨੁਸਾਰ ਕੇਸਾਂ ਤੇ ਚੱਲ ਰਹੀ ਸੀ ਤੇ ਮੈਂ ਕੇਸਾਂ ਦੇ ਉੱਤੇ ਆਪਣੇ ਵਿਚਾਰ ਰੱਖੇ ਥੋੜੇ ਬਹੁਤ। ਤੇ ਸਾਨੂੰ ਕੀ ਹੈ ਮਹਾਰਾਜ ਦਾ ਹੁਕਮ ਕੀ ਆ ਅਸੀਂ ਇਹੀ ਦੇਖ ਲੈਂਦੇ ਹਾਂ। ਪਰਮਾਤਮਾ ਦਾ ਹੁਕਮ ਕੀ ਆ ਉਹਦੇ ਬਾਰੇ ਆਪਾਂ ਵਿਚਾਰ ਕਰ ਲੈਂਦੇ ਹਾਂ। ਉਹਦੀ ਹੋਮੇ ਹੋਮੇ ਕੀ ਹੈ, ਹੋਮੇ ਕੀ ਹੈ ਸਾਡੇ ਵਾਸਤੇ? ਇਹ ਹੋਮੇ ਦਾ ਅਰਥ ਕੀ ਹੁੰਦਾ ਹੈ ਕਿ ਮਨ ਦੀ ਉਹ ਬਿਰਤੀ ਜਿਸ ਵਿੱਚ ਮੈਂ ਨਾ ਆਵੇ। ਮਨ ਦੀ ਸਾਡੀ ਬਿਰਤੀ ਹੈ ਨਾ, ਮਨ ਦਾ ਸਾਡੇ ਜੋ ਉਹਦੇ ਵਿੱਚ ਹੋਮੇ ਹੋਮੇ ਕਿਸ ਤਰ੍ਹਾਂ ਹੁੰਦੇ ਆ, ਮੈਂ ਆ ਜਾਂਦੀ ਹੈ। ਜਿੱਥੇ ਮੈਂ ਆ ਗਈ ਉੱਥੇ ਹੋਮੇ ਆ ਗਈ। ਇਹ ਕੰਮ ਮੈਂ ਕੀਤਾ ਹੈ ਨਾ, ਜਿਸ ਵਿੱਚ ਮੈਂ ਹੋਵੇ ਤੇ ਉਹ ਸਾਰਾ ਹੋਮੇ ਨੂੰ ਹੀ ਦਰਸਾਉਂਦਾ ਹੈ। ਤੇ ਹੋਮੇ ਵਿੱਚ ਆਪਣੀ ਅਕਲ ਜੋ ਹੈ ਉਹਦੀ ਆਪਣੀ ਅਕਲ ਦੀ ਹੀ ਵਾਹ ਕਰਦੇ ਹਾਂ ਅਸੀਂ, ਦੂਸਰੇ ਦੀ ਨਹੀਂ ਕਰਦੇ। ਮੈਂ ਇਹ ਕੀਤਾ, ਮੈਂ ਉਹ ਕੀਤਾ, ਹੈ ਨਾ। ਹਮ, ਮੈਂ ਬਹੁਤ ਪੈਸੇ ਵਾਲਾ ਹੈ, ਮੈਂ ਇੰਨੀ ਗੁਰੂ ਘਰ ਦੀ ਸੇਵਾ ਕਰਦਾ ਹੈ। ਇਹ ਸਾਰੀ ਜਿਹੜੀ ਮੈਂ ਇਹ ਸਾਰੇ ਹੋਮੇ ਨੂੰ ਹੈ, ਇਹਦੇ ਸਾਰਾ ਹੋਮੇ ਭਰੀ ਹੁੰਦੀ ਹੈ। ਤੇ ਅਸੀਂ ਉੱਥੇ ਆਪਣੀ ਚਤੁਰਾਈ ਜੋ ਹੈ ਉਹ ਪੇਸ਼ ਕਰਦੇ ਹਾਂ। ਪਰਮਾਤਮਾ ਨੂੰ ਇੱਕ ਪਾਸੇ ਰੱਖ ਦਿੰਦੇ ਹਾਂ ਤੇ ਅਸੀਂ ਆਪਣੇ ਆਪ ਨੂੰ ਦੱਸ ਦੱਸ ਕੇ ਲੋਕਾਂ ਨੂੰ ਦੱਸਦੇ ਹਾਂ, ਜਤਲਾਉਂਦੇ ਹਾਂ। ਤੇ ਅਤੇ ਜੋਸ਼ ਨਾਲ ਆਪਣੀਆਂ ਗੱਲਾਂ ਦੱਸਦੇ ਹਾਂ। ਉਹਦੇ 'ਚ ਮੈਂ ਇਹ ਕੀਤਾ, ਮੇਰੇ ਇੰਨਾ ਇੰਨਾ ਪੈਸਾ ਹੈ ਮੇਰੇ ਕੋਲ ਇੰਨੇ ਮਕਾਨ ਹੈ, ਇੰਨਾ ਹੈ, ਮੈਂ ਇੰਨੀ ਬਾਣੀ ਪੜ੍ਹਦਾ ਹੈ। ਇਹ ਸਾਰਾ ਕੁਛ ਜਤਲਾਉਣ ਦਾ ਹੁੰਦਾ ਹੈ ਕਿ ਇਹਦੇ ਵਿੱਚ ਅਸੀਂ ਸਾਡੀ ਹੋਮੇ ਆ ਜਾਂਦੀ। ਮਹਾਰਾਜ ਦੱਸਦੇ ਹੈ ਕਿ ਜਦ ਹੋਮੇ ਵਿੱਚ ਆ ਕੇ ਆਦਮੀ ਸੱਚ ਜਾਂ ਧਰਮ ਨੂੰ ਭੁੱਲ ਜਾਂਦਾ, ਜਦੋਂ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਜਦੋਂ ਹੋਮੇ ਵਿੱਚ ਆ ਕੇ ਇਨਸਾਨ ਸੱਚ ਨੂੰ ਫਿਰ ਭੁੱਲ ਜਾਂਦਾ ਹੈ, ਆਪਣੇ ਧਰਮ ਨੂੰ ਵੀ ਭੁੱਲ ਜਾਂਦਾ ਹੈ, ਤੇ ਤਾਂ ਸਮਾਜ ਵਿੱਚ ਕਈ ਤਰ੍ਹਾਂ ਦੇ ਮਤਲਬ ਵੀ ਲੜਾਈਆਂ ਹੋ ਜਾਂਦੀਆਂ, ਵਿਗਾੜ ਪੈ ਜਾਂਦੇ ਨੇ। ਤੇ ਹੋਮੇ ਵਿੱਚ ਆ ਕੇ ਇਨਸਾਨ ਹੋਰ ਕੀ ਹੋ ਜਾਂਦਾ ਹੈ? ਹੋਮੇ ਹੁੰਦੀ ਹੈ ਬੰਦਾ ਲੋਭੀ ਹੋ ਜਾਂਦਾ ਹੈ, ਹੰਕਾਰੀ ਹੋ ਜਾਂਦਾ ਹੈ, ਪਾਪੀ ਹੋ ਜਾਂਦਾ ਹੈ। ਕਈ ਤਰ੍ਹਾਂ ਦੇ ਪਾਪ ਵੀ ਕਰਦਾ ਹੋਮੇ ਵਿੱਚ ਆ ਕੇ। ਤੇ ਕਈ ਗਲਤ ਕੰਮ ਕੂੜੇ ਕੰਮ ਵੀ ਕਰਦਾ ਹੈ ਔਰ ਹੋਮੇ ਵਿੱਚ ਆ ਕੇ ਉਹ ਆਪਣੀ ਜੋ ਹੈ ਕਈਆਂ ਨੂੰ ਹੋਮੇ ਆ ਜਾਂਦੇ ਕਿ ਮੈਂ ਬਹੁਤ ਪੜ੍ਹਾਈ ਕੀਤੀ ਹੈ। ਕਈਆਂ ਨੂੰ ਹੋਮ ਹੁੰਦਾ ਹੈ, ਮੈਂ ਬਾਹਰ ਚਲਾ ਗਿਆ ਜੀ, ਮੈਂ ਤਾਂ ਇੰਨਾ ਪੈਸਾ ਕਮਾ ਰਿਹਾ। ਇਹ ਵੀ ਇਹ ਹੋਮੇ ਹੈ। ਤੇ ਇਹ ਸਾਰਾ ਜੋ ਹੈ ਫੋਕਾ ਹੰਕਾਰ ਹੈ ਸਾਡਾ। ਅਸੀਂ ਜੋ ਵੀ ਕੰਮ ਕਰੀਏ ਸ਼ਰਧਾ ਨਾਲ, ਪਿਆਰ ਨਾਲ, ਗੁਰੂ ਨੂੰ ਸਾਨੂੰ ਮੁੱਖ ਲੋ ਕੇ ਰੱਖਣਾ ਚਾਹੀਦਾ। ਨਾਨਕ ਲਿਖੇ ਇੱਕ ਗੱਲ ਔਰ ਹੋਮੇ ਚਖਣਾ ਚਾਖ। ਮਹਾਰਾਜ ਕਹਿੰਦੇ ਆ ਨਾ, ਮਹਾਰਾਜ ਨੇ ਲਿਖ ਦਿੱਤਾ ਹੈ ਕਿ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚਖਣਾ ਚਾਖ। ਇਹਦੇ ਉੱਤੇ ਮੈਨੂੰ ਇੱਕ ਮਲਿਕ ਭਾਗੋ ਦੀ ਸਾਖੀ ਆ ਜਾਂਦੀ ਹੈ। ਜਦੋਂ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਘਰ ਠਹਿਰੇ ਸੀ ਤੇ ਉਹਨਾਂ ਨੂੰ ਦੇਖ ਕੇ ਜੋ ਉੱਥੋਂ ਦਾ
ਰਾਜਾ ਸੀ, ਉਹਨੇ ਪ੍ਰੀਤੀ ਭੋਜ ਰੱਖ ਲਿਆ ਕਿ ਮੈਂ ਗੁਰੂ ਨੂੰ ਆਪਣੇ ਘਰ ਬੁਲਾਵਾਂ, ਮੇਰੇ ਘਰ ਵੀ ਆਉਣ। ਤੇ ਉਹਨਾਂ ਨੇ ਇੱਕ ਪ੍ਰੀਤੀ ਭੋਜ ਰੱਖ ਦਿੱਤਾ, ਜਿਸ ਵਿੱਚ ਉਹਨਾਂ ਨੇ ਸਾਰੇ ਪੰਡਿਤਾਂ ਨੂੰ, ਬ੍ਰਾਹਮਣਾਂ ਨੂੰ, ਸਭ ਨੂੰ ਬੁਲਾਇਆ। ਸਾਰੇ ਪਿੰਡ ਵਾਸੀਆਂ ਨੂੰ, ਸਾਰੇ ਸ਼ਹਿਰ ਵਾਸੀਆਂ ਨੂੰ ਬੁਲਾਇਆ ਕਿ ਇਸ ਭੋਜਨ ਦੇ ਉੱਤੇ ਅ, ਅ, ਸਭ ਨੇ ਪਹੁੰਚਣਾ ਹੈ। ਮਤਲਬ ਲਗਭਗ ਉਹਦੇ ਵਿੱਚ ਹੋਮੇ ਸੀ, ਉਹਦੇ ਉਹਨੇ ਆਪਣੇ ਹੋਮੇ ਨੂੰ ਵਧਾਉਣ ਲਈ ਇਹ ਲੰਗਰ ਲਾਇਆ ਸੀ। ਤੇ ਉਹਨੇ ਸਾਰੇ ਫ਼ਕੀਰਾਂ ਨੂੰ, ਰੱਬ ਦੇ ਬੰਦਿਆਂ ਨੂੰ, ਸਾਰਿਆਂ ਨੂੰ ਉਹਨੇ ਬੁਲਾਇਆ। ਤੇ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਉਸ ਟਾਈਮ ਨਹੀਂ ਗਏ ਬੁਲਾਉਣ ਤੇ। ਫਿਰ ਉਹਨੇ ਦੂਸਰੀ ਵਾਰੀ ਸੁਨੇਹਾ ਭੇਜਿਆ, ਉਹ ਨਹੀਂ ਆਇਆ। ਤੇ ਹੁਣ ਇਹਦੇ ਉੱਤੇ ਸਾਖੀ ਜੋ ਦੱਸਦੀ ਆ, ਉਹ ਤੇ ਇਹੀ ਕਹਿ ਰਹੀ ਹੈ ਕਿ ਜਦੋਂ ਫਿਰ ਮਹਾਰਾਜ ਫਿਰ ਉਹਨਾਂ ਨੇ ਆਪ ਆਏ ਸੱਦਣ ਤੇ ਉਹਨਾਂ ਨੂੰ ਭੋਜਨ ਤੇ ਬੁਲਾਇਆ। ਉਹਨਾਂ ਨੇ ਕਿਹਾ, "ਮੈਂ ਤੁਹਾਡਾ ਭੋਜਨ ਨਹੀਂ ਛਕ ਸਕਦਾ, ਕਿਉਂ ਇਹ ਭੋਜਨ ਵਿੱਚ ਜੋ ਹੈ ਤੁਸੀਂ ਸਾਰਿਆਂ ਦਾ ਜ਼ਬਰਦਸਤੀ ਕਰ ਲੈ ਕੇ ਗਰੀਬਾਂ ਨੂੰ ਤੰਗ ਕਰ ਕਰਕੇ ਪੈਸਾ ਇਕੱਠਾ ਕੀਤਾ ਹੋਇਆ ਹੈ, ਗਰੀਬਾਂ ਦਾ ਖੂਨ ਨਿਚੋੜਿਆ ਹੋਇਆ ਹੈ, ਤੇ ਇਹ ਭੋਜਨ ਮੈਂ ਨਹੀਂ ਛਕ ਸਕਦਾ।" ਤੇ ਮਹਾਰਾਜ ਨੇ ਉਹ ਕਹਿੰਦੇ ਵੀ ਮੈਂ ਇਹ ਕਿਸ ਤਰ੍ਹਾਂ ਮੰਨਾਂ ਕਿ ਵੀ ਤੁਸੀਂ ਇਹਦੇ ਚ ਮੈਂ ਗਰੀਬਾਂ ਦਾ ਖੂਨ ਹੈ, ਗਰੀਬਾਂ ਦਾ ਲਹੂ ਹੈ, ਮੈਂ ਤੇ ਇਸ ਗੱਲ ਨੂੰ ਮੰਨ ਹੀ ਨਹੀਂ ਸਕਦਾ। ਤੇ ਉਹਨਾਂ ਨੇ ਕਿਹਾ ਕਿ ਵੀ ਤੂੰ ਗਰੀਬਾਂ ਨੂੰ ਸੁਤਾ ਕੇ ਜਿਹੜਾ ਸਭ ਕੁਛ ਇਕੱਠਾ ਕੀਤਾ ਹੈ, ਇਹ ਗਰੀਬਾਂ ਦਾ ਖੂਨ ਹੀ ਹੈ। ਹੁਣ ਸਾਖੀ ਚ ਦੱਸਦੇ ਆ ਕਿ ਹੁਣ ਕਿ ਉਹਨਾਂ ਨੇ ਇੱਕ ਹੱਥ ਵਿੱਚ ਉਹਦਾ ਪ੍ਰੀਤੀ ਭੋਜਨ ਲਿਆ, ਤੇ ਦੂਜੇ ਹੱਥ ਵਿੱਚ ਭਾਈ ਲਾਲੋ ਦੇ ਹੈਂ ਪ੍ਰਸ਼ਾਦੇ, ਸੁੱਕੇ ਪ੍ਰਸ਼ਾਦੇ ਸੀ, ਕੋਧਰੇ ਦੀ ਉਹ ਜਿਹੜੀ ਰੋਟੀ ਸੀ ਉਹ ਲਈ। ਦੋਨਾਂ ਨੂੰ ਦਬਾਇਆ ਹੱਥਾਂ ਨਾਲ। ਖੈਰ ਵਾਹਿਗੁਰੂ ਤੇ ਜੋ ਮਰਜ਼ੀ ਕਰ ਸਕਦੇ ਆ ਨਾ, ਅਸੀਂ ਉਹ ਤੇ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ। ਤੇ ਉਹਨਾਂ ਨੇ ਦੋਨਾਂ ਹੱਥਾਂ ਦੇ ਨਾਲ ਜਦੋਂ ਭੋਜਨ ਨੂੰ ਦਬਾਇਆ, ਤੇ ਕਹਿੰਦੇ ਪੂੜੀਆਂ ਵਿੱਚੋਂ ਖੂਨ ਦੀਆਂ ਬੂੰਦਾਂ ਗਿਰੀਆਂ, ਤੇ ਜਿਹੜੀ ਕੋਧਰੇ ਦੀ ਰੋਟੀ ਸੀ ਉਹਦੇ ਵਿੱਚ ਦੁੱਧ ਦੀਆਂ ਧਾਰਾਂ ਨਿਕਲੀਆਂ। ਸਭ ਦੇਖ ਕੇ ਹੈਰਾਨ ਹੋ ਗਏ, ਵੀ ਕਹਿੰਦੇ ਦੱਸ ਮੈਂ ਇਹ ਤੇਰਾ ਭੋਜਨ ਕਿਸ ਤਰ੍ਹਾਂ ਖਾ ਸਕਦਾ ਸੀ, ਕਿਉਂਕਿ ਉਹਨੂੰ ਹੰਕਾਰ ਸੀ ਕਿ ਮੈਂ ਬਹੁਤ ਵਧੀਆ ਭਾਈ ਲਾਲੋ ਦੀ ਤੇ ਸੁੱਕੀ ਰੋਟੀ ਆ, ਤੇ ਮੈਂ ਤੇ ਬਹੁਤ ਵਧੀਆ ਖਾਣਾ ਬਣਾ ਕੇ ਪ੍ਰੀਤੀ ਭੋਜਨ ਕਰਾਂਗਾ, ਸਾਰੇ ਖੁਸ਼ ਹੋ ਜਾਣਗੇ। ਲੇਕਿਨ ਮਹਾਰਾਜ ਨੇ ਉਹ ਕਬੂਲ ਨਹੀਂ ਕੀਤਾ। ਹੋਮੇ ਨਾਵੇ ਨਾਲ ਵਿਰੋਧ ਹੈ, ਦੋਨਾਂ ਵਸੇ ਇੱਕ ਥਾਏ। ਜਿੱਥੇ ਹੋਮੇ ਹੈ ਤੇ ਉੱਥੇ ਨਾਮ ਨਹੀਂ ਵਸ ਸਕਦਾ, ਜਿੱਥੇ ਨਾਮ ਹੈ ਉੱਥੇ ਹੋਮੇ ਜੋ ਹੈ ਉਹ ਕੰਮ ਨਹੀਂ ਕਰਦੀ। ਤੇ ਇਸ ਕਰਕੇ ਇੱਕ ਚੀਜ਼ ਨੂੰ ਤੇ ਸਾਨੂੰ ਛੱਡਣਾ ਹੀ ਪੈਣਾ। ਜੇ ਹੋਮੇ ਨੂੰ ਛੱਡਾਂਗੇ ਤਾਂ ਹੀ ਸਾਡੇ ਅੰਦਰ ਪਰਮਾਤਮਾ ਦਾ ਨਾਮ ਵਸੇਗਾ, ਨਹੀਂ ਤੇ ਹੋਮੇ ਆ ਗਈ ਤੇ ਰੱਬ ਦਾ ਨਾਮ ਬਿਲਕੁਲ ਨਹੀਂ ਵਸਦਾ। ਅਗਰ ਅਸੀਂ ਹੋਮੇ ਤੋਂ ਜਿਉਂਦੇ ਜੀ ਅਸੀਂ ਇਸ ਤੋਂ ਮੁਕਤ ਹੋਣਾ ਹੈ, ਹੋਮੇ ਤੋਂ। ਉਹਦੇ ਚ ਸਾਨੂੰ ਮੈਂ ਬਿਲਕੁਲ ਨਹੀਂ ਆਉਣੀ ਚਾਹੀਦੀ ਆਪਣੇ ਅੰਦਰ। ਪਰਮਾਤਮਾ ਸਾਨੂੰ ਦੱਸ ਰਿਹਾ, ਗੁਰਬਾਣੀ ਵਿੱਚ ਵੀ ਦੱਸ ਰਿਹਾ, ਹੋਮੇ ਦੀਰਘ ਰੋਗ ਹੈ, ਦਾਰੂ ਪੀ ਸਮਾਏ। ਕਿ ਹੋਮੇ ਇੱਕ ਤਰ੍ਹਾਂ ਦੀ ਬਿਮਾਰੀ ਹੈ, ਇੱਕ ਤਰ੍ਹਾਂ ਦਾ ਇਹ ਰੋਗ ਹੈ ਨਾ। ਤੇ ਪਰ ਜੇ ਇਸਦਾ ਇਲਾਜ ਵੀ ਕੀ ਹੈ, ਬਾਣੀ ਹੈ, ਇਹਦਾ ਇਲਾਜ ਵੀ ਕੀ ਹੈ ਹੋਮੇ ਦਾ। ਅਸੀਂ ਬਾਣੀ ਪੜਾਂਗੇ ਤੇ ਸਾਡੀ ਜਿਹੜੀ ਹੋਮੇ ਜੋ ਹੈ ਉਹ ਖਤਮ ਹੋ ਸਕਦੀ ਹੈ। ਇਹਦਾ ਮਤਲਬ ਹੈ ਕਿ ਜਿਹੜਾ ਪਹਿਲਾਂ ਆਦਮੀ ਵੇਖ ਜਿੰਨਾ ਮਰਜ਼ੀ ਹੰਕਾਰ ਕਰੇ, ਹੈਨਾ, ਇਹੀ ਮਤਲਬ ਹੋਇਆ ਨਾ ਕਿ ਜਿੰਨਾ ਮਰਜ਼ੀ ਹੰਕਾਰ ਕਰੇ, ਜਿੰਨਾ ਮਰਜ਼ੀ ਗੁਮਾਨ ਕਰੇ, ਉਹਦਾ ਰਿਜ਼ਲਟ ਅੰਤ ਵਿੱਚ ਕੀ ਹੁੰਦਾ, ਭੈੜਾ ਹੀ ਨਿਕਲਦਾ। ਹੋਮੇ ਹੰਕਾਰ ਵਾਲਾ ਬੰਦਾ ਬੜਾ ਆਕੜ ਕੇ ਚੱਲਦਾ ਹੈ, ਬੜਾ ਉਹਦੇ ਵਿੱਚ ਗੁਮਾਨ ਹੁੰਦਾ ਹੈ ਵੀ ਮੈਂ ਵੱਡਾ ਸੇਠ ਹਾਂ, ਜਾਂ ਮੈਂ ਬਹੁਤ ਪੈਸੇ ਵਾਲਾ ਹਾਂ, ਮੈਂ ਬਹੁਤ ਵੱਡੀਆਂ ਕੋਠੀਆਂ ਵਾਲਾ ਹਾਂ। ਲੇਕਿਨ ਉਹਦਾ ਰਿਜ਼ਲਟ ਅੰਤ ਵਿੱਚ ਜੋ ਹੈ ਉਹ ਬੁਰਾ ਹੀ ਨਿਕਲਦਾ। ਤਾਂ ਹੀ ਤਾਂ ਸੱਚੇ ਪਾਤਸ਼ਾਹ ਨੇ, ਗੁਰੂ ਮਹਾਰਾਜ ਨੇ ਸਾਨੂੰ ਨੇ ਹਿਦਾਇਤ ਦਿੱਤੀ ਹੈ ਨਮਰਤਾ ਰੱਖਣ ਦੀ, ਹੈ ਨਾ। ਸੱਚੇ ਪਾਤਸ਼ਾਹ ਨੇ ਸਾਨੂੰ ਨਮਰਤਾ ਬਖਸ਼ੀ ਹੈ, ਸੰਤੋਖ ਬਖਸ਼ਿਆ ਹੈ। ਤਾਂ ਕਿ ਸਾਡੇ ਜੀਵਨ 'ਚ ਸਭ ਨਿਮਰਤਾ ਆਵੇ, ਸੰਤੋਖ ਆਵੇ, ਤੇ ਅਸੀਂ ਹੋਮੇ ਤੋਂ ਦੂਰ ਰਹਿ ਸਕੀਏ। ਤੇ ਹੋਮੇ ਤੋਂ ਦੂਰ ਰਹਿਣ ਕਰਕੇ ਹੀ ਅਸੀਂ ਗੁਰੂ ਦੇ ਲੜ ਲੱਗ ਸਕਦੇ ਹਾਂ, ਗੁਰੂ ਦੀ ਬਾਣੀ ਪੜ੍ਹ ਸਕਦੇ ਹਾਂ। ਤੇ ਇਸ ਕਰਕੇ ਸਾਨੂੰ ਹੋਮੇ ਤੇ ਬਿਲਕੁਲ ਛੱਡਣੀ ਹੀ ਪੈਣੀ ਹੈ, ਜੇ ਅਸੀਂ ਗੁਰੂ ਦੀ
ਲੜ ਲੱਗਣਾ ਹੈ, ਗੁਰੂ ਨਾਲ ਮਿਲਾਪ ਕਰਨਾ ਹੈ ਤੇ ਹਉਮੈ ਤਿਆਗਣਾ ਬਹੁਤ ਹੀ ਜ਼ਰੂਰੀ ਹੈ। ਹਉਮੈ ਵਿੱਚ ਸਾਨੂੰ ਲੱਗਦਾ ਹੈ ਕਿ ਅਸੀਂ ਬੜੀ ਖੁਸ਼ ਹਾਂ। ਇਸ ਵਾਸਤੇ ਹਉਮੈ ਕਰਦੇ ਨਾ, ਮੈਂ ਬੜਾ ਸੁਖੀ ਹਾਂ, ਬੜਾ ਉਹ ਆਪਣੇ ਆਪ ਨੂੰ ਸੁੱਖ ਮਹਿਸੂਸ ਕਰਦਾ ਇਸੇ ਵਿੱਚ। ਅਸਲ ਵਿੱਚ ਉਹ ਹਉਮੈ ਵਿੱਚ ਆ ਕੇ ਆਪਣੇ ਆਪ ਨੂੰ ਸੋਚਦਾ ਨਾ ਵੀ ਮੈਂ ਸੁਖੀ ਹਾਂ, ਲੇਕਿਨ ਉਹ ਪਰਮਾਤਮਾ ਨੂੰ ਇਹ ਪ੍ਰਵਾਨ ਨਹੀਂ ਹੈ, ਠੀਕ ਹੈ? ਅਸਲ ਵਿੱਚ ਜੋ ਈਸ਼ਵਰ ਹੈ, ਪਰਮਾਤਮਾ ਹੈ, ਉਹਨੂੰ ਇਹ ਜੋ ਹੈ ਹਉਮੈ ਬਿਲਕੁਲ ਵੀ ਪ੍ਰਵਾਨ ਨਹੀਂ ਹੈ। ਤੇ ਹਉਮੈ ਵਿੱਚ ਜੋ ਹੈ ਬੰਦਾ ਹੰਕਾਰੀ, ਪਾਪੀ, ਪਖੰਡੀ, ਲੋਭੀ ਇਹ ਹੋ ਜਾਂਦਾ ਹੈ। ਪਹਿਲਾਂ ਦੇ ਆਦਮੀ ਜਿਹੜੇ ਸੀ ਬੜੇ ਸਾਫ਼ ਸੁਥਰੇ, ਸੱਚੇ ਸੁੱਚੇ ਹੁੰਦੇ ਸੀ, ਹੈਂ, ਤੇ ਉਹ ਕੀ ਕਰਦੇ ਸੀ? ਸਰਬ ਜੀਆਂ ਮੈਂ ਏਕੋ ਜਾਨ, ਤਾਂ ਹਉਮੈ ਕਹੇ ਨਾ ਕੋਈ। ਸਾਰੇ ਜਦੋਂ ਅਸੀਂ ਜੀਵਾਂ ਵਿੱਚ ਪਹਿਲੇ ਪੰਡਿਤ ਤੇ ਵੈਸੇ ਹੀ ਬਹੁਤ ਭੋਲੇ ਹੁੰਦੇ ਸੀ, ਉਹ ਬਹੁਤ ਹੀ ਸ਼ਰੀਫ ਹੁੰਦੇ ਸੀ, ਉਹਨਾਂ 'ਚ ਕੋਈ ਵੀ ਹਉਮੈ, ਹੰਕਾਰ ਨਹੀਂ ਹੁੰਦਾ ਸੀ। ਬੜੇ ਸਹਿਜ ਵਾਲੇ ਬੰਦੇ ਹੋਇਆ ਕਰਦੇ ਸੀ। ਲੇਕਿਨ ਅੱਜ ਸਭ ਕੁਛ ਇਹਦੇ ਉਲਟ ਹੈ। ਤੇ ਮਹਾਰਾਜ ਦੱਸ ਰਹੇ ਨਾ, ਜਦੋਂ ਸਾਰੇ ਜੀਵਾਂ ਵਿੱਚ, ਸਾਰੇ ਜੀਵ ਜੰਤੂਆਂ ਵਿੱਚ, ਹਰ ਇੱਕ ਜਗ੍ਹਾ ਜਦੋਂ ਅਸੀਂ ਉਸ ਪਰਮਾਤਮਾ ਨੂੰ ਦੇਖਾਂਗੇ, ਲੱਭਾਂਗੇ, ਇਹ ਉਸ ਵਿੱਚ ਹਰ ਜੀਵ ਜੰਤੂ ਵਿੱਚ, ਹਰ ਜਗ੍ਹਾ ਵਿੱਚ ਅਸੀਂ ਪਰਮਾਤਮਾ ਦੀ ਜੋਤ ਸਮਝਾਂਗੇ ਕਿ ਰੱਬ ਦਾ ਹੀ ਰੂਪ ਨੇ, ਰੱਬ ਦੀ ਜੋਤ ਹੈ ਹਰ ਕਣ ਕਣ ਵਿੱਚ। ਦੇਖੋ ਜੀ, ਪੇੜ ਪੌਦੇ ਆ ਉਹਦੇ ਵਿੱਚ ਵੀ ਜਾਨ ਹੈ, ਉਹ ਵੀ ਵੱਧਦੇ ਆ, ਉਹ ਵੀ ਸਾਹ ਲੈਂਦੇ ਆ, ਉਹ ਵੀ ਤਾਂ ਰੱਬ ਦਾ ਹੀ ਰੂਪ ਨੇ, ਕਿਉਂਕਿ ਰੱਬ ਦੀ ਜੋਤ ਬਿਨਾਂ ਕੋਈ ਚੀਜ਼ ਨਹੀਂ ਹੈ। ਸਾਰੀ ਦੁਨੀਆ ਵਿੱਚ ਉਹ ਪਰਮਾਤਮਾ ਦੀ ਇੱਕ ਜੋਤ ਹੈ, ਚਾਹੇ ਉਹ ਪਸ਼ੂ ਹੈ, ਚਾਹੇ ਪੰਛੀ ਹੈ, ਕੋਈ ਜੀਵ ਹੈ, ਕੋਈ ਬਨਸਪਤੀ ਹੈ, ਇਹ ਸਾਰਿਆਂ ਵਿੱਚ ਉਸ ਪਰਮਾਤਮਾ ਦੀ ਹੀ ਜੋਤ ਹੈ। ਤੇ ਸਭ ਜੀਆਂ ਤੇ ਸਾਨੂੰ ਦਇਆ ਕਰਨੀ ਚਾਹੀਦੀ, ਹਉਮੈ ਹੰਕਾਰ ਨੂੰ ਛੱਡ ਕੇ, ਨਿਮਾਣਾ ਬਣ ਕੇ। ਮੈਂ ਇੱਕ ਵੀਡੀਓ ਦੇਖੀ ਸੀ, ਉਹ ਟੀਵੀ ਦੇ ਉੱਤੇ, ਬਹੁਤ ਵੱਡਾ ਅਫਸਰ ਸੀ, ਕੋਈ ਗੁਰਸਿੱਖ ਹੈਗਾ, ਬਹੁਤ ਵੱਡੀ ਗੱਡੀ ਵਿੱਚ ਆਉਂਦਾ, ਆ ਕੇ ਸਿੱਧਾ ਜਾਂਦਾ ਹੈ ਤੇ ਜੋੜਿਆਂ ਦੇ ਘਰ ਵਿੱਚ ਬੈਠ ਕੇ ਜੋੜੇ ਪਾਲਿਸ਼ ਕਰਦੇ ਹੈ, ਬਹੁਤ ਸੇਵਾ ਕਰਦੇ ਆ ਉਹ। ਇੰਨੀ ਸੇਵਾ ਕਰਦੇ ਆ ਤੇ ਇੱਕਦਮ ਅਚਾਨਕ ਉਸ ਮਾਲਿਕ ਜਿਹੜਾ ਸੇਵਾ ਕਰ ਰਿਹਾ ਸੀ, ਉਹਦਾ ਵਰਕਰ ਕੋਈ ਆਇਆ ਗੁਰਦੁਆਰੇ ਮੱਥਾ ਟੇਕਣ, ਤੇ ਉਹ ਜੋੜੇ ਜਦੋਂ ਦੇਣ ਲੱਗਾ, ਉਹਨੇ ਦੇਖਿਆ ਕਿ ਮਾਲਕ ਜੋੜਿਆਂ ਤੇ ਬੈਠਾ ਹੈ। ਉਹਨੇ ਇੱਕਦਮ ਪੈਰ, ਹੱਥ ਪਿੱਛੇ ਹਟਾ ਲਿਆ ਆਪਣੇ ਜੋੜੇ ਦੇਣ ਤੋਂ। ਲੇਕਿਨ ਉਹ ਗੁਰਮੁਖ ਨੇ ਕਿਹਾ, ਨਹੀਂ ਨਹੀਂ, ਤੁਸੀਂ ਮੈਨੂੰ ਜੋੜੇ ਦੇ ਦਿਓ। ਤੇ ਮਤਲਬ ਉਹਨਾਂ 'ਚ ਇੰਨਾ ਹੰਕਾਰ ਨਹੀਂ ਸੀ ਕਿ ਇਹ ਮੇਰਾ ਵਰਕਰ ਹੈ, ਮੈਂ ਇਹਦੇ ਜੋੜੇ ਨਹੀਂ ਲੈਣੇ। ਲੇਕਿਨ ਉਹਨਾਂ ਇੰਨੀ ਨਮਰਤਾ, ਇੰਨਾ ਪਿਆਰ ਦੇਖਿਆ, ਦੇਖ ਕੇ ਜਦੋਂ ਉਹ ਜੋੜੇ ਦੀ ਸੇਵਾ ਕਰਕੇ ਬਾਹਰ ਨਿਕਲੇ ਤੇ ਆਪਣੀ ਗੱਡੀ ਕੋਲ ਗਏ, ਜੋ ਗੱਡੀ ਵਾਲਾ ਸੀ ਉਹਨੇ ਉਹਨਾਂ ਦਾ ਜਿਹੜਾ ਦਫ਼ਤਰ ਵਾਲਾ ਕੋਟ ਸੀ, ਉਹਨਾਂ ਨੇ ਆਪਣੇ ਹੱਥਾਂ ਨਾਲ ਪਵਾ ਕੇ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਲੈ ਕੇ ਗਿਆ। ਇਹਨੂੰ ਕਹਿੰਦੇ ਆ ਨਮਰਤਾ। ਇਹਨਾਂ 'ਚ ਜਿਹਦੇ 'ਚ ਬਿਲਕੁਲ ਹਉਮੈ ਹੰਕਾਰ ਨਾ ਹੋਵੇ, ਪਿਆਰ, ਗੁਰੂ ਦੇ ਪ੍ਰਤੀ ਇੰਨਾ ਪਿਆਰ ਰੱਖਦੇ ਹੋਣ, ਤੇ ਉਹਨਾਂ ਨੂੰ ਰੱਬ ਕਿਵੇਂ ਨਹੀਂ ਮਿਲੇਗਾ? ਪ੍ਰਮਾਤਮਾ ਤਾਂ ਜ਼ਰੂਰ ਮਿਲੇਗਾ। ਇਸ ਵਿੱਚ ਹਰ ਕਣ ਕਣ ਵਿੱਚ ਪ੍ਰਮਾਤਮਾ ਹੈ, ਤੇ ਸਾਰੇ ਜੀਆਂ ਨੂੰ ਹੀ ਉਹ ਪ੍ਰਤਪਾਲ ਕਰੇ, ਸਾਰੇ ਜੀਵ ਜੰਤੂਆਂ ਦੀ ਰਕਸ਼ਾ ਉਹੀ ਕਰਦਾ ਹੈ। ਅਸੀਂ ਕਹੀਏ ਕਿ ਮੈਂ ਆਪਣੇ ਪਰਿਵਾਰ ਨੂੰ ਰੋਟੀ ਖਵਾ ਰਿਹਾ, ਐਸਾ ਕੁਛ ਨਹੀਂ ਹੈ। ਅਸੀਂ ਕਿਉਂ ਨਾ ਦੇਣ ਵਾਲੇ? ਪਰਮਾਤਮਾ ਨੇ ਵਿਧੀ ਬਣਾਈ ਹੈ, ਜੁਗਤ ਬਣਾਈ ਹੈ ਕਿ ਅਸੀਂ ਬੱਚੇ ਹੈ, ਅਸੀਂ ਉਹਨਾਂ ਦੀ ਪਾਲਣ ਪੋਸ਼ਣਾ ਕੀਤੀ ਹੈ, ਉਹਨਾਂ ਨੇ ਸਾਨੂੰ ਨੌਕਰੀ ਦਿੱਤੀ ਹੈ, ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਤੇ ਅਸੀਂ ਉਹਨਾਂ ਦੀ ਪਾਲਣਾ ਕਰ ਰਹੇ ਹਾਂ, ਉਹਦੇ ਹੁਕਮ ਅਨੁਸਾਰ ਹੀ ਕਰ ਰਹੇ ਹਾਂ। ਜੇ ਪਰਮਾਤਮਾ ਸਾਨੂੰ ਦੇਹ ਅਰੋਗਤਾ ਹੀ ਨਹੀਂ ਬਖਸ਼ੇਗਾ, ਤੇ ਅਸੀਂ ਕਿਸ ਤਰ੍ਹਾਂ ਪਾਲਣ ਕਰ ਸਕਾਂਗੇ ਆਪਣੇ ਬੱਚਿਆਂ ਦੀ? ਜੇ ਅਸੀਂ ਕੀਰਤਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਤੇ ਪਰਮਾਤਮਾ ਦੇ ਮਿਹਰ ਨਾਲ ਹੀ ਹੋ ਰਿਹਾ ਹੈ। ਕਿਉਂਕਿ ਜੇ 1 ਮਿੰਟ ਵਿੱਚ ਉਹ ਗਲਾ ਸਾਡਾ ਬੰਦ ਕਰ ਦੇ, ਅਸੀਂ ਬੋਲ ਹੀ ਨਹੀਂ ਸਕਾਂਗੇ। ਅਸੀਂ ਕੀ ਕਰ ਸਕਦੇ ਹਾਂ? ਕੁਛ ਵੀ ਨਹੀਂ। ਤੇ ਇਸ ਕਰਕੇ ਹਉਮੈ ਬਿਲਕੁਲ ਵੀ ਮਹਾਰਾਜ ਨੂੰ ਪਸੰਦ ਨਹੀਂ, ਉਹ ਮਹਾਰਾਜ ਨੂੰ ਬਿਲਕੁਲ ਵੀ ਹਉਮੈ ਪ੍ਰਵਾਨ ਨਹੀਂ ਹੈ। ਤੇ ਅਸਲ ਵਿੱਚ ਜਿਹੜਾ ਅਸੀਂ ਪੁੰਨਦਾਨ ਹੈ, ਸਾਨੂੰ ਸਭ ਵਿੱਚ ਜੀਵਾਂ ਨੂੰ ਦੇਖ ਕੇ, ਜੀਵ ਜੰਤੂਆਂ 'ਚ ਪਰਮਾਤਮਾ ਨੂੰ ਦੇਖਦੇ ਹੋਏ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਜੀ, ਹੈਂ, ਸਾਡੇ ਮਨ ਵਿੱਚ ਜੀਆਂ ਲਈ ਦਇਆ ਹੋਣੀ ਚਾਹੀਦੀ ਹੈ।
ਪੁੰਨਦਾਨ ਕਰੀਏ, ਜਿਹੜੇ ਲੋੜਵੰਦ ਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸਾਨੂੰ। ਪੁੰਨਦਾਨ ਹੀ ਨਹੀਂ ਸਗੋਂ ਲੋਕਾਂ ਨੂੰ ਅ, ਅਸੀਂ ਪੈਸੇ ਨਾਲ ਵੀ ਮਦਦ ਕਰਦੇ ਹਾਂ। ਜਿਸਦਾ ਕਿਸੇ ਦਾ ਮਕਾਨ ਹੈ ਟੁੱਟਿਆ, ਕੋਈ ਰਹਿਣ ਵਾਸਤੇ ਜਗ੍ਹਾ ਨਹੀਂ, ਅਸੀਂ ਉਹਨਾਂ ਦੀ ਵੀ ਮਦਦ ਕਰ ਸਕਦੇ ਹਾਂ। ਜਿਉਂ-ਜਿਉਂ ਅਸੀਂ ਕਰਾਂਗੇ, ਪ੍ਰਮਾਤਮਾ ਦੀ ਇੰਨੀ ਬਖਸ਼ਿਸ਼ ਹੁੰਦੀ ਹੈ, ਇੰਨੀ ਬਖਸ਼ਿਸ਼ ਹੁੰਦੀ ਹੈ, ਉਸ ਤੋਂ ਚੌਗੁਣਾ ਦਿੰਦਾ ਪ੍ਰਮਾਤਮਾ। ਬਹੁਤ ਜ਼ਿਆਦਾ ਉਹ ਬਰਕਤਾਂ ਪੈਂਦੀਆਂ ਨੇ ਘਰ ਵਿੱਚ ਵੀ, ਪਰਿਵਾਰ ਵਿੱਚ ਵੀ, ਬੱਚੇ ਵੀ ਬਹੁਤ ਸੁਖੀ ਰਹਿੰਦੇ ਆ, ਕਿਉਂਕਿ ਉਹ ਮਹਾਰਾਜ ਦੀ ਬਖਸ਼ਿਸ਼ ਹੋ ਜਾਂਦੀ ਹੈ ਉਸ ਘਰ ਤੇ ਅਸਲ ਇਸ ਕਰਕੇ ਸਾਨੂੰ ਵੰਡ ਕੇ ਛਕਣਾ ਚਾਹੀਦਾ ਹੈ। ਸਭ ਨੂੰ, ਸਭ ਵਿੱਚ ਜੀਆਂ ਤੇ ਦਇਆ ਕਰਨੀ ਚਾਹੀਦੀ ਹੈ। ਪਰਮਾਤਮਾ ਆਪੇ ਹੀ ਬਖਸ਼ਿਸ਼ ਕਰਦਾ ਹੈ। ਪਰਮਾਤਮਾ ਜੀ ਕਹਿੰਦੇ ਆ ਕਿ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਥ। ਕਹਿਣ ਦਾ ਮਤਲਬ ਇਹ ਹੈ ਕਿ ਲੋਕਾਂ ਦੇ ਦਾ ਜੋ ਮਨ ਬਜਾਏ ਰਿੱਧੀਆਂ ਸਿੱਧੀਆਂ ਨਾਲ ਜਿੱਤਣ ਦਾ, ਅਸੀਂ ਸੋਚਦੇ ਹਾਂ ਵੀ ਅਸੀਂ ਲੋਕਾਂ ਦੇ ਮਨਾਂ ਨੂੰ ਜਿੱਤ ਲਈਏ ਤੇ ਸਾਨੂੰ ਬਜਾਏ ਕਿ ਅਸੀਂ ਉਹਨਾਂ ਨੂੰ ਦਿਖਾਵਾ ਕਰਕੇ ਕਿ ਪੈਸਾ ਹੈ, ਪੈਸੇ ਨਾਲ ਮਦਦ ਕਰ ਦਈਏ ਜਾਂ ਹੋਰ ਕਿਸੇ ਤਰੀਕੇ ਨਾਲ ਕਿ ਅਸੀਂ ਅੱਛੇ ਬਣ ਜਾਈਏ, ਲੇਕਿਨ ਨਹੀਂ, ਵਾਹਿਗੁਰੂ ਜੀ ਪ੍ਰਮਾਤਮਾ ਜੀ ਇਹ ਨਹੀਂ ਕਹਿੰਦੇ। ਉਹ ਕਹਿੰਦੇ ਆ ਦਇਆ ਕਰਨ ਨਾਲ ਮਨ ਜਿੱਤਿਆ ਜਾਂਦਾ ਹੁੰਦਾ ਹੈ। ਦਿਖਾਵਾ ਕਰਕੇ ਮਨ ਨਹੀਂ ਜਿੱਤਿਆ ਜਾਂਦਾ, ਦਿਖਾਵੇ ਨਾਲ ਤੇ ਹਉਮੈ ਆ ਜਾਂਦੀ ਹੈ। ਤੇ ਹਉਮੈ ਕਰਨ ਨਾਲ ਜੋ ਹੈ ਸਾਡੇ ਉੱਪਰ ਜੋ ਪ੍ਰਮਾਤਮਾ ਦੀ ਉਹ ਬਖਸ਼ਿਸ਼ ਨਹੀਂ ਹੁੰਦੀ। ਨਾ ਹੀ ਮਨੁੱਖ ਜੋ ਹੈ ਸੱਚ ਦੀ ਪ੍ਰਾਪਤੀ ਵੀ ਨਹੀਂ ਕਰ ਸਕਦਾ ਹਉਮੈ ਕਰਨ ਦੇ ਨਾਲ। ਤੇ ਇਸ ਕਰਕੇ ਸਾਨੂੰ ਹਉਮੈ ਤਿਆਗ ਕੇ, ਮੈਂ ਨੂੰ ਛੱਡ ਕੇ ਸਾਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਤੇ ਹਰ ਜੋ ਵੀ ਅਸੀਂ ਕਿਰਤ ਕਰੀਏ ਉਹ ਪਰਮਾਤਮਾ ਦਾ ਹੁਕਮ ਮੰਨ ਕੇ, ਉਹਦੀ ਰਜ਼ਾ ਵਿੱਚ ਰਹਿ ਕੇ ਉਹ ਆਪਾਂ ਕਰਾਂਗੇ ਤੇ ਅਸੀਂ ਬਹੁਤ ਹੀ ਗੁਰੂ ਦੇ ਨੇੜੇ ਹੋ ਜਾਵਾਂਗੇ। ਪ੍ਰਮਾਤਮਾ ਸਾਡੇ ਹਰ ਪਲ, ਹਰ ਥਾਂ ਸਾਡੀ ਰਕਸ਼ਾ ਕਰਦਾ ਹੈ। ਉਹ ਤੇ ਕੀੜਿਆਂ ਨੂੰ ਵੀ ਪੱਥਰਾਂ ਦੇ ਅੰਦਰ, ਪੱਥਰ ਇੱਕ ਵਾਰੀ ਮਾਰੇ ਕਹਿੰਦੇ ਆ ਪੱਥਰ ਸੀ, ਪੱਥਰ ਨੂੰ ਤੋੜਿਆ, ਉਹਦੇ ਵਿੱਚ ਦੇਖਿਆ ਇੱਕ ਕੀੜਾ, ਛੋਟਾ ਜਿਹਾ ਕੀੜਾ, ਤੇ ਉਹਦੇ ਮੂੰਹ ਵਿੱਚ ਵੀ ਇੱਕ ਤਿਨਕਾ ਸੀ। ਤੇ ਉਹ ਤੇ ਪੱਥਰਾਂ ਦੇ ਅੰਦਰ ਵੀ ਸਭ ਨੂੰ ਰਿਜ਼ਕ ਦਿੰਦਾ ਹੈ, ਤੇ ਫਿਰ ਸਾਨੂੰ ਹੰਕਾਰ ਕਿਸ ਗੱਲ ਦਾ ਹੈ? ਅਸੀਂ ਦੇ ਸਕਦੇ ਹਾਂ ਕਿਸੇ ਨੂੰ? ਅਸੀਂ ਤਾਂ ਕੁਛ ਵੀ ਨਹੀਂ ਕਰ ਸਕਦੇ। ਤੇ ਇਸ ਕਰਕੇ ਹਉਮੈ ਜੋ ਹੈ ਉਹ ਹਉਮੈ ਦਾ ਤਿਆਗ ਕਰਕੇ ਸਾਨੂੰ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ, ਉਹਦੇ ਹੁਕਮ ਨੂੰ ਮੰਨ ਕੇ ਤੇ ਹਰ ਇੱਕ ਜੀਅ ਵਿੱਚ ਪਰਮਾਤਮਾ ਨੂੰ ਦੇਖ ਕੇ ਦੇਖੀਏ ਤੇ ਉਹਨਾਂ ਦੀ ਲੋੜ ਅਨੁਸਾਰ ਉਹਨਾਂ ਦੀ ਸੇਵਾ ਕਰੀਏ, ਮਦਦ ਕਰੀਏ। ਸੇਵਾ ਹੀ ਸਭ ਤੋਂ ਵੱਡਾ ਪੁੰਨ ਹੈ। ਤੇ ਇਸ ਕਰਕੇ ਸਾਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਤੇ ਗੁਰੂ ਪਰਮਾਤਮਾ ਸਾਡੇ ਤੇ ਮਿਹਰ ਔਰ ਬਖਸ਼ਿਸ਼ ਕਰੇ। ਸਾਨੂੰ ਵੀ ਇਹੋ ਜਿਹੀ ਬੁੱਧੀ ਦੇਵੇ ਕਿ ਅਸੀਂ ਆਪਣੇ ਹਉਮੈ ਨੂੰ ਤਿਆਗ ਕੇ ਉਸ ਪਰਮਾਤਮਾ ਦੇ ਨਾਲ ਜੁੜ ਸਕੀਏ, ਉਹਦੀ ਬਾਣੀ ਪੜ੍ਹ ਸਕੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਅੱਗੋਂ ਸਾਨੂੰ ਇਹ ਸੋਚਣਾ ਚਾਹੀਦਾ ਹੈ, ਇੱਕ ਤੇ ਆਪਾਂ ਹੁਣ ਇੱਕ ਦੋ ਸਿੱਖਿਆ ਸਾਨੂੰ ਜ਼ਰੂਰੀ ਨੇ ਲੈਣੀਆਂ। ਇੱਕ ਤੇ ਰੋਮਾਂ ਦੀ ਬੇਅਦਬੀ, ਕਿਸੇ ਤਰ੍ਹਾਂ ਵੀ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਦੂਜਾ, ਕਿਸੇ ਤਰ੍ਹਾਂ ਵੀ ਸਾਨੂੰ ਹੰਕਾਰ ਨਹੀਂ ਕਰਨਾ। ਰੋਮਾਂ ਦੀ ਬੇਅਦਬੀ ਕਰਾਂਗੇ ਤਾਂ ਅਸੀਂ ਗੁਰੂ ਤੋਂ ਬੇਮੁਖ ਹੋ ਜਾਂਦੇ ਹਾਂ। ਰੋਮ ਚਾਹੇ ਜੋ ਵੀ ਕਿਸੇ ਤਰ੍ਹਾਂ ਦੇ ਵੀ ਰੋਮ ਹੋਣ, ਚਾਹੇ ਲੱਤਾਂ ਤੇ ਹੋਣ, ਚਾਹੇ ਬਾਹਾਂ ਤੇ ਹੋਣ, ਸਾਨੂੰ ਬੇਅਦਬੀ ਨਹੀਂ ਕਰਨੀ। ਇੱਕ ਰੋਮ ਵੀ ਅਸੀਂ ਨਹੀਂ ਪੱਟਣਾ। ਇਹ ਮਹਾਰਾਜ ਦਾ ਸਖਤ ਹੁਕਮ ਹੈ ਸਾਨੂੰ। ਪਰਮਾਤਮਾ ਸਾਡੇ ਤੇ ਮਿਹਰ ਕਰੇ, ਸਾਨੂੰ ਬਖਸ਼ਿਸ਼ ਕਰੇ ਤਾਂ ਕਿ ਅਸੀਂ ਗੁਰੂ ਦੇ ਲੜ ਲੱਗ ਸਕੇ, ਉਹਨਾਂ ਦੇ ਪਦ ਚਿੰਨ੍ਹਾਂ ਤੇ ਚੱਲ ਸਕੀਏ। ਸੱਚੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰਨ ਤੇ ਸਾਨੂੰ ਆਪਣੇ ਲੜ ਲਾ ਲੈਣ, ਗੁਰਬਾਣੀ ਨਾਲ ਜੋੜਨ, ਪਰਮਾਤਮਾ ਬਖਸ਼ਿਸ਼ ਕਰਨ। ਇੱਕ ਛੋਟੀ ਜਿਹੀ ਜੋ ਹੈ ਕਵਿਤਾ ਮੈਂ ਤੁਹਾਡੇ ਅੱਗੇ ਮੈਂ ਕਵਿਤਾ ਪੇਸ਼ ਕਰਦੀ ਹਾਂ, ਸਾਕਾ ਸਰਹੰਦ ਦਾ। ਅੰਬਰ ਤੋਂ ਦੋ ਡਿੱਗੇ ਤਾਰੇ, ਉਹ ਸਨ ਦੋਵੇਂ ਵੀਰ ਪਿਆਰੇ।
ਅੰਬਰ ਤੋਂ ਦੋ ਡਿੱਗੇ ਤਾਰੇ, ਉਹ ਦੋਵੇਂ ਸਨ ਵੀਰ ਪਿਆਰੇ, ਜ਼ੋਰਾਵਰ ਤੇ ਫਤਿਹ ਸਿੰਘ ਸਨ। ਉਹ ਦੋਨੋਂ ਵੀਰ ਕਿਹੜੇ ਸੀ? ਜ਼ੋਰਾਵਰ ਤੇ ਫਤਿਹ ਸਿੰਘ ਸਨ, ਦਸਮ ਗੁਰੂ ਦੇ ਰਾਜ ਦੁਲਾਰੇ। ਮੁੱਖ ਤੋਂ ਲਾਲੀ ਢਲਕਾਂ ਮਾਰੇ, ਮਸਤਕ ਤੋਂ ਪਿਆ ਡੁੱਲੇ ਤੇਜ। ਉਹਨਾਂ ਦਾ ਮੂੰਹ ਦਾ ਤੇਜ ਵੀ ਬਹੁਤ ਸੀ, ਮੂੰਹ ਤੇ ਲਾਲੀ ਬਹੁਤ ਸੀ। ਹੱਸ ਹੱਸ ਨੀਆਂ ਅੰਦਰ ਖੜ ਗਏ, ਉਹਨੂੰ ਸਮਝ ਫੁੱਲਾਂ ਦੀ ਸੇਜ। ਉਹਨਾਂ ਨੇ ਬੜੇ ਹੱਸ ਹੱਸ ਕੇ ਨੀਹਾਂ ਵਿੱਚ ਖੜੇ ਹੋ ਗਏ। 7 ਸਾਲ ਤੇ 9 ਸਾਲ ਦੇ ਬੱਚੇ ਕੀ ਹੁੰਦੇ ਆ, ਸਾਡੇ ਬੱਚੇ ਤੇ ਅਜੇ ਥੱਲੇ ਪੌੜੀਆਂ ਉਤਰਨ ਲੱਗੇ ਨੇ ਤਾਂ ਵੀ ਚੀਕਾਂ ਮਾਰਦੇ ਆ, ਡਰਦੇ ਆ। ਤੇ ਉਹ ਉਹਨਾਂ ਦਾ ਤਨ ਜਿਗਰਾ ਸੀ, ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਉਹਦਾ ਗੁਰੂ ਦਾ ਰੂਪ ਹੀ ਸਨ, ਪਰਮਾਤਮਾ। ਤੇ ਨਿਡਰ ਸੀ ਉਹ ਬੱਚੇ। ਮੁਖ ਤੋਂ ਲਾਲੀ ਢਲਕਾਂ ਮਾਰੇ, ਮਸਤਕ ਤੋਂ ਪਿਆ ਡੁੱਲੇ ਤੇਜ। ਹੱਸ ਹੱਸ ਨੀਆਂ ਅੰਦਰ ਖੜ ਗਏ, ਉਹਨੂੰ ਸਮਝ ਫੁੱਲਾਂ ਦੀ ਸੇਜ। ਨੰਨੇ ਨੰਨੇ ਮੱਖਣਾ ਪਲੇ, ਜ਼ਰਾ ਨਾ ਝਿਜਕੇ, ਜ਼ਰਾ ਨਾ ਡੋਲੇ। ਖਿੜੇ ਮੱਥੇ ਕਸਵੱਟੀ ਚੜ ਗਏ, ਸ਼ਾਂਤ ਅਡੋਲ ਮੁਖੋਂ ਇਹ ਬੋਲੇ। ਕੀ ਬੋਲੇ ਸ਼ਾਂਤ ਅਡੋਲ ਹੋ ਕੇ? ਤੇਰਾ ਭਾਣਾ ਮੀਠਾ ਲਾਗੈ, ਨਾਮ ਪਦਾਰਥ ਨਾਨਕ ਮੰਗੇ। ਤੇਰਾ ਭਾਣਾ ਮੀਠਾ ਲਾਗੇ, ਨਾਮ ਪਦਾਰਥ ਨਾਨਕ ਮੰਗੇ। ਪੂਰਾ ਸ਼ਬਦ ਇਸ ਤਰ੍ਹਾਂ ਹੈ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਚਲਾਈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਤੇਰਾ ਕੀਆ ਮੀਠਾ ਲਾਗੇ, ਨਾਮ ਪਦਾਰਥ ਨਾਨਕ ਮੰਗੇ। ਠੁਕਰਾ ਠੁਕਰਾ ਦਿੱਤਾ ਬੇਗਮਾਂ ਤਾਹੀਂ, ਠੁਕਰਾ ਦਿੱਤੇ ਮਹਿਲ ਮੁਨਾਰੇ। ਰਾਜ ਗੱਦੀ ਤੇ ਐਸ਼ ਅਯਾਸ਼ੀ, ਸਿੱਖੀ ਦੇ ਕਿਣਕੇ ਤੋਂ ਵਾਰੇ। ਉਹਨਾਂ ਨੇ ਬਹੁਤ ਲਾਲਚ ਦਿੱਤੇ ਸੀ ਛੋਟੇ ਸਾਹਿਬਜ਼ਾਦਿਆਂ ਨੂੰ, ਕਿ ਤੁਹਾਨੂੰ ਬੇਗਮਾਂ ਦਿਆਂਗੇ, ਤੁਹਾਡੇ ਵਿਆਹ ਕਰ ਦਾਂਗੇ, ਤੁਹਾਨੂੰ ਰਾਜ ਮਹਿਲ ਦਿਆਂਗੇ, ਹਰ ਸਹੂਲਤ ਮਿਲੇਗੀ ਤੁਹਾਨੂੰ, ਜਾਂ ਅਗਰ ਤੁਸੀਂ ਸਿੱਖੀ ਨੂੰ ਛੱਡ ਕੇ ਮੁਸਲਮਾਨ ਬਣ ਜਾਓ, ਲੇਕਿਨ ਤੁਹਾਨੂੰ ਰਾਜ ਵੀ ਦੇ ਦਾਂਗੇ। ਲੇਕਿਨ ਉਹਨਾਂ ਨੇ ਸਿੱਖੀ ਦੇ ਇੱਕ ਕਿਣਕੇ ਉੱਤੋਂ ਸਭ ਕੁਛ ਹੀ ਵਾਰ ਦਿੱਤਾ। ਕੀ ਕਿਹਾ ਸਾਹਿਬਜ਼ਾਦਿਆਂ ਨੇ? ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕੁਮਲਾਰੇ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕੁਮਲਾਰੇ। ਸੀਸ ਜਾਏ ਪਰ ਧਰਮ ਨਾ ਜਾਏ, ਸੀਸ ਜਾਏ ਪਰ ਧਰਮ ਨਾ ਜਾਏ। ਇਹ ਹਾਂ ਧੁਰ ਤੋਂ ਸਿੱਖ ਕੇ ਆਏ। ਸੀਸ ਜਾਏ ਪਰ ਧਰਮ ਨਾ ਜਾਏ, ਇਹ ਹਾਂ ਧੁਰ ਤੋਂ ਸਿੱਖ ਕੇ ਆਏ। ਸਿੱਖੀ ਦਿਆਂ ਸਕੂਲਾਂ ਅੰਦਰ, ਸਿੱਖੀ ਦਿਆਂ ਸਕੂਲਾਂ ਅੰਦਰ ਦਸਮ ਪਿਤਾ ਨੇ ਇਹ ਸਬਕ ਪੜ੍ਹਾਏ। ਇਹ ਸਬਕ ਸਾਨੂੰ ਪੜ੍ਹਾਇਆ ਹੈ ਸਾਡੇ ਪਿਤਾ ਨੇ। ਕਿਹੜਾ ਸਬਕ ਹੈ ਉਹ? ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਇਤ ਮਾਰਗ ਪੈਰ ਤਰੀਜੇ, ਸਿਰ ਦੀਜੈ ਕਾਣ ਨਾ ਕੀਜੇ। ਇਹ ਸੀਸ ਜਾਏ ਪਰ ਧਰਮ ਨਾ ਜਾਏ, ਇਹ ਹਾਂ ਧੁਰ ਤੋਂ ਸਿੱਖ ਕੇ ਆਏ। ਸਿੱਖੀ ਦਿਆਂ ਸਕੂਲਾਂ ਅੰਦਰ ਦਸਮ ਪਿਤਾ ਇਹ ਸਬਕ ਪੜ੍ਹਾਏ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਦੂਰ ਨਹੀਂ ਸਰਹੰਦ ਦੇ ਅੰਦਰ, ਚਿਣੇ ਗਏ ਨੇ ਦੋਵੇਂ ਲਾਲ। 7 ਸਾਲ ਤੇ 9 ਸਾਲ ਦੇ, ਨਿੱਕੇ ਨਿੱਕੇ ਨੰਨੇ ਬਾਲ। ਨੈਣਾ ਚੋਂ ਮਦਮਸਤੀ ਛਲਕੇ, ਮੁੱਖਾਂ ਤੋਂ ਪਿਆ ਟਪੇ ਜਲਾਲ। ਅੱਖਿਓਂ ਓਹਲੇ ਹੋਣ ਵਾਲਾ ਸੀ, ਦਸਮ ਪਿਤਾ ਦਾ ਨਿਕੜਾ ਲਾਲ। ਕਿਉਂਕਿ ਉਹ ਛੋਟਾ ਸੀ ਕੱਦ ਵਿੱਚ, ਤੇ ਜ਼ੋਰਾਵਰ
ਵੱਡੇ ਸੀ, ਲੰਬੇ ਸੀ ਤੇ ਉਹਨਾਂ ਤੇ ਤਾਂ ਪਹਿਲਾਂ ਹੀ ਦੀਵਾਰ 'ਚ ਨਹੀਂ ਜਾਣੇ ਸੀ ਤੇ ਉਹਨਾਂ ਨੇ ਕਿਹਾ, "ਅੱਖੀਆਂ ਓਲੋਂ ਹੋਣ ਵਾਲੇ ਸੀ ਦਸਮ ਗੁਰੂਆਂ ਦਾ ਨਿਕੜਾ ਲਾਲ, ਵੱਡੇ ਵੀਰ ਦੇ ਨੈਣਾਂ ਵਿੱਚੋਂ ਹੰਝੂਆਂ ਦੇ ਦਰਿਆ 'ਚ ਫੁੱਟੇ, ਨਿੱਕੇ ਵੀਰ ਨੇ ਝੱਟ ਵਿੱਚ ਪੁੱਛਿਆ, ਵੀਰਾ ਮੇਰਾ ਕਿਉਂ ਹੌਸਲਾ ਸੁੱਟੇ?" ਜਦੋਂ ਉਹਦੇ ਛੋਟੇ ਵੱਡੇ ਸਾਹਿਬਜ਼ਾਦੇ ਦੇ ਅੱਖਾਂ 'ਚ ਆਂਸੂ ਆ ਗਏ ਜਦੋਂ ਉਹਨਾਂ ਦੇ ਤੱਕ ਛੋਟੇ ਸਾਹਿਬਜ਼ਾਦਿਆਂ ਫਤਿਹ ਸਿੰਘ ਤੱਕ ਦੀਵਾਰ ਚਿਣੀ ਗਈ ਤੇ ਉਹ ਆਂਸੂ ਆਏ ਤੇ ਫਤਿਹ ਸਿੰਘ ਜੀ ਪੁੱਛਦੇ ਆ ਆਪਣੇ ਵੀਰ ਨੂੰ, ਵੀ ਤੁਸੀਂ ਕਿਉਂ ਰੋ ਰਹੇ ਹੋ? ਕੀ ਕਾਰਨ ਹੈ ਤੁਸੀਂ ਰੋ ਰਹੇ ਹੋ? ਤੇ ਉਹ ਕਹਿੰਦੇ ਮੈਂ ਇਸ ਨੇ ਮੈਂ ਘਬਰਾਇਆ ਨਹੀਂ ਹਾਂ ਕਿ ਤੁਸੀਂ ਰੋਗੇ ਤਾਂ ਮੇਰਾ ਵੀ ਹੌਸਲਾ ਟੁੱਟੇਗਾ। ਕਹਿੰਦੇ ਨਹੀਂ ਮੈਂ ਇਸ ਲਈ ਨਹੀਂ ਰੋ ਰਿਹਾ, ਮੈਂ ਇਸ ਲਈ ਰੋ ਰਿਹਾ ਕਿ ਦੁਨੀਆ ਵਿੱਚ ਪਹਿਲੇ ਮੈਂ ਆਇਆ ਸੀ, ਪਹਿਲੇ ਸ਼ਹੀਦੀ ਮੈਨੂੰ ਪਾਣੀ ਚਾਹੀਦੀ ਸੀ। ਤੇ ਤੂੰ ਛੋਟਾ ਹੈ ਮੇਰੇ ਤੋਂ, ਤੂੰ ਬਾਅਦ ਵਿੱਚ ਆਇਆ ਹੈ, ਤੇ ਇਸ ਕਰਕੇ ਮੈਂ ਰੋ ਰਿਹਾ ਕਿ ਮੇਰੇ ਤੋਂ ਪਹਿਲੇ ਸ਼ਹੀਦੀ ਤੁਸੀਂ ਪਾਓਗੇ। ਵੱਡੇ ਵੀਰ ਦੇ ਨੈਣਾਂ ਵਿੱਚੋਂ ਹੰਝੂਆਂ ਦੇ ਦਰਿਆ 'ਚ ਫੁੱਟੇ, ਨਿੱਕੇ ਵੀਰ ਨੇ ਚੱਟ ਚਾ ਪੁੱਛਿਆ, ਵੀਰ ਮੇਰਾ ਕਿਉਂ ਹੌਸਲਾ ਸੁੱਟੇ? ਵੱਡੇ ਵੀਰ ਤੋਂ ਰਹਿ ਨਾ ਸਕਿਆ, ਹੁਣ ਵੱਡਾ ਵੀਰ ਸੀ, ਉਹ ਰਹਿ ਨਹੀਂ ਸਕਿਆ। ਵੱਡਾ ਵੀਰ ਤੋਂ ਰਹਿ ਨਾ ਹੋਇਆ, ਨਿੱਕੇ ਨੂੰਯੋਂ ਕਹਿਣ ਲੱਗਾ, ਕੀ ਕਹਿ ਰਿਹਾ? ਤੂੰ ਚੱਲਿਆ ਹੈਂ, ਤੂੰ ਅੱਜ ਪਹਿਲਾਂ, ਤੁਰ ਚੱਲਿਆ ਹੈਂ, ਤੂੰ ਅੱਜ ਪਹਿਲਾਂ, ਮੈਂ ਤਾਂ ਪਿੱਛੇ ਰਹਿਣ ਲੱਗਾ, ਵੀ ਮੈਂ ਤਾਂ ਹੁਣ ਪਿੱਛੇ ਰਹਿ ਗਿਆ, ਤੂੰ ਤੇ ਪਹਿਲੇ ਜਾ ਰਿਹਾ ਦੁਨੀਆ ਤੋਂ। ਮੇਰਾ ਹੱਕ ਸੀ ਤੇਰੇ ਨਾਲੋਂ, ਏਥੋਂ ਪਹਿਲਾਂ ਓਹਲੇ ਹੋਣਾ। ਮੇਰਾ ਮੈਂ ਵੱਡਾ ਹੈ, ਮੇਰਾ ਹੱਕ ਬਣਦਾ ਸੀ ਕਿ ਮੈਂ ਦੁਨੀਆ ਤੋਂ ਪਹਿਲੇ ਓਹਲੇ ਹੋ ਜਾਵਾਂ, ਪਹਿਲੇ ਚਲਾ ਜਾਵਾਂ। ਗੁਰੂ ਤੇਗ ਬਹਾਦਰ ਦੀ ਗੱਦੀ ਵਿੱਚ ਗੁਰੂ ਤੇਗ ਬਹਾਦਰ ਦੀ ਗੋਦੀ ਵਿੱਚ ਪਹਿਲਾਂ ਲੋਰੀਆਂ ਲੈ ਲੈ ਸੋਣਾ। ਤੇ ਮੇਰਾ ਫਰਜ਼ ਬਣਦਾ ਸੀ, ਮੈਂ ਵੱਡਾ ਹੈ, ਪਹਿਲੇ ਮੈਂ ਗੁਰੂ ਤੇਗ ਬਹਾਦਰ ਦੀ ਗੋਦੀ 'ਚ ਜਾ ਕੇ ਸੌਂਦਾ ਤੇ ਉਹਨਾਂ ਦੀਆਂ ਲੋਰੀਆਂ ਲੈਂਦਾ। ਮੌਤ ਤੋਂ ਵੀਰਾ ਡਰਦਾ ਮੈਂ ਨਹੀਂ, ਮੈਂ ਮੌਤ ਤੋਂ ਨਹੀਂ ਡਰਦਾ। ਹੰਝੂ ਡੋਲੇ ਨੇ ਇਸ ਗੱਲੋਂ, ਕਿਉਂ ਡੋਲੇ ਨੇ ਮੈਂ ਹੰਝੂ? ਖਬਰੇ ਕਿਹੜੀ ਭੁੱਲ ਹੈ ਹੋ ਗਈ ਵੀਰਾ ਤੇਰੇ ਵੀਰ ਦੇ ਵੱਲੋਂ, ਕਿ ਮੈਂ ਪਤਾ ਨਹੀਂ ਕਿਹੜੀ ਭੁੱਲ ਕਰਤੀ ਕਿ ਤੂੰ ਪਹਿਲੇ ਜਾ ਰਿਹਾ ਹੈ ਤੇ ਮੈਂ ਬਾਅਦ ਵਿੱਚ ਜਾਵਾਂਗਾ ਇਸ ਦੁਨੀਆ ਤੋਂ। ਜਾਮ ਸ਼ਹਾਦਤ ਭਰ ਭਰ ਪੀਣਾ, ਧੁਰੋਂ ਮਿਲੀ ਹੈ ਇਹ ਸਾਨੂੰ ਭਿਖਿਆ। ਜਾਨ ਬਚਾਵਨ ਖਾਤਰ ਰੋਣਾ, ਮੈਂ ਨਹੀਂ ਚੰਨਾ ਇਹ ਗੱਲ ਸਿੱਖਿਆ। ਠੀਕ ਹੈ, ਇਹ ਗੱਲ ਤਾਂ ਮੈਂ ਸਿੱਖੀ ਨਹੀਂ ਕਿ ਮੈਂ ਆਪਣੇ ਜਾਨ ਦੇ ਵਾਸਤੇ ਰੋਵਾਂ, ਮੈਂ ਤੇ ਇਸੇ ਲਈ ਰੋ ਰਿਹਾ ਕਿ ਪਹਿਲੇ ਦੁਨੀਆ ਤੋਂ ਤੂੰ ਜਾ ਰਿਹਾ ਹੈ। ਦੋਹਾਂ ਮਾਸੂਮਾਂ ਦੇ ਸਿਰ ਕੱਟੇ, ਜ਼ੁਲਮ ਹਨੇਰੀ ਆਈ, ਢਹਿ ਪਈ ਕੰਧ ਉਸਾਰੀ ਹੋਈ, ਦੇਹ ਸੰਚ ਦੇਹ ਟਕਰਾਈ। ਯਾਨੀ ਕਿ ਦੇਹ ਦੇ ਨਾਲ ਦੇਹ ਟਕਰਾ ਗਈ, ਦੋਹਾਂ ਦੇਹਾਂ ਦੇ ਨਾਲ, ਮਤਲਬ ਦੋਨੋਂ ਆਪਸ ਵਿੱਚ ਟਕਰਾ ਗਏ। ਤਾਰੇ ਬਣੇ ਆਕਾਸ਼ ਦੇ ਅੰਦਰ, ਖੇਡਾਂ ਦੇ ਵਿੱਚ ਰੁੱਝੇ। ਹੁਣ ਉਹ ਦੋਨੋਂ ਜੋ ਸੀ ਪਰਮਾਤਮਾ ਦੇ ਦਰ ਤੇ ਕਬੂਲ ਹੋ ਗਏ ਔਰ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਮਹਾਰਾਜ ਨੂੰ ਕਹਿੰਦੇ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ, ਮੇਰੇ ਪ੍ਰੀਤਮ ਮੇਰੇ ਚੋਜੀ, ਲਾਲ ਨਿਸਾਰ, ਬਚਪਨ ਵਿੱਚ ਬਾਲੀ ਉਮਰੀ, ਦਿੱਤੇ ਪਿਤਾ ਜੀ ਵਾਰ। ਸਭ ਤੋਂ ਪਹਿਲੇ ਜਦੋਂ ਬਚਪਨ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਉਦੋਂ ਉਹਨਾਂ ਦੀ ਉਮਰ 9 ਸਾਲ ਦੀ ਸੀ ਤੇ ਪਿਤਾ ਨੂੰ ਗੁਰੂ ਤੇਗ ਬਹਾਦਰ ਨੂੰ ਮੁਲਜ਼ਮਾਂ ਤੋਂ, ਜ਼ੁਲਮਾਂ ਤੋਂ ਰਕਸ਼ਾ ਕਰਨ ਲਈ ਉਹਨਾਂ ਨੂੰ ਬਲਿਦਾਨ ਦੇਣ ਲਈ ਭੇਜਿਆ ਸੀ, ਜਿਹੜੇ ਪਹਾੜੀ ਆਏ ਸੀ ਰਾਜੇ। ਕਿਉਂਕਿ ਔਰੰਗਜ਼ੇਬ ਸੀ, ਉਹਨਾਂ ਨੇ ਮੁੱਲ ਰੱਖੇ ਸੀ ਹਰ ਇੱਕ ਦੇ, ਸਭ ਨੂੰ ਮੁਸਲਮਾਨ ਬਣਾਉਣ ਤੇ ਤੁਲਿਆ ਆਇਆ ਸੀ। ਇਸ ਕਰਕੇ ਉਹ ਪਹਾੜੀ ਰਾਜੇ ਜਿਸ ਸੀ ਉਹਨਾਂ ਕੋਲ ਗੁਰੂ ਮਹਾਰਾਜ ਕੋਲ ਆਏ ਸੀ ਕਿ ਬਈ ਸਾਡੇ ਧਰਮ ਨੂੰ ਬਚਾਓ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਪਰ ਜਦੋਂ ਇੰਨੀ ਰਾਜਿਆਂ ਮਹਾਰਾਜਿਆਂ ਨੂੰ ਬੈਠਿਆਂ ਦੇਖਿਆ ਮਹਾਰਾਜ ਦੇ ਦਰਬਾਰ ਵਿੱਚ, ਗੁਰੂ ਤੇਗ ਬਹਾਦਰ ਜੀ ਦੇ ਕੋਲ, ਤਾਂ
ਉਹਨਾਂ ਨੇ ਪੁੱਛਿਆ ਗੁਰੂ ਗੋਬਿੰਦ ਸਿੰਘ ਜੀ ਬਾਹਰੋਂ ਆਏ, ਉਹਨਾਂ ਨੇ ਪੁੱਛਿਆ ਵੀ ਇਹ ਸਾਰੇ ਕਿਉਂ ਆ ਕੇ ਬੈਠੇ ਹੋਏ ਹੈ? ਪੰਡਤ ਸਾਰੇ ਜਿੰਨੇ ਵੀ ਪੰਡਤ ਨੇ ਕਿਉਂ ਆ ਕੇ ਬੈਠੇ ਹੋਏ ਹੈ? ਤਾਂ ਉਹਨਾਂ ਨੇ ਕਿਹਾ ਕਿ ਔਰੰਗਜ਼ੇਬ ਸਭ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਹੈ ਤੇ ਉਸ ਨਾਲ ਇਹਨਾਂ ਦੇ ਧਰਮ ਬਚਾਉਣ ਲਈ ਉਹ ਮੇਰੇ ਕੋਲ ਆਏ ਆ ਵੀ ਮੇਰੇ ਧਰਮ ਦੀ ਰਕਸ਼ਾ, ਸਾਡੇ ਧਰਮ ਦੀ ਰੱਖਿਆ ਕਰੋ। ਤੇ ਮਹਾਰਾਜ ਕਹਿੰਦੇ ਫਿਰ ਪੁੱਛਦੇ ਆ ਫਿਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਗੁਰੂ ਤੇਗ ਬਹਾਦਰ ਜੀ ਨੇ ਉੱਤਰ ਦਿੱਤਾ ਕਿ ਇਸ ਟਾਈਮ ਕੋਈ ਵੱਡੇ ਮਹਾਂਪੁਰਖ ਦੇ ਬਲੀਦਾਨ ਦੀ ਜ਼ਰੂਰਤ ਹੈ ਜਿਸ ਨਾਲ ਇਹ ਧਰਮ ਬਚ ਸਕੇ। ਤੇ ਫਿਰ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੀ ਉਮਰ 'ਚ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਤਾ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਮਹਾਰਾਜ ਆਪ ਤੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੋ ਸਕਦਾ ਹੈ? ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਇਹ ਬਚਨ ਸੁਣ ਕੇ ਬੜੇ ਖੁਸ਼ ਹੋਏ ਤੇ ਉਹਨਾਂ ਨੇ ਆਪਣੇ ਬਲਿਦਾਨ ਦੇਣ ਲਈ ਤਿਆਰ ਹੋ ਗਏ। ਬਾਲਪਨ ਵਿੱਚ ਬਾਲੀ ਉਮਰੇ ਦਿੱਤੇ ਪਿਤਾ ਜੀ ਵਾਰ, ਧਰਮ ਹੈ ਚਮਕੌਰ ਯੁੱਧ ਵਿੱਚ ਤਾਰੇ ਅਜੀਤ ਜੁਝਾਰ। ਤੇ ਚਮਕੌਰ ਦੇ ਵਿੱਚ ਅਜੀਤ ਤੇ ਜੁਝਾਰ ਨੂੰ ਉਤਾਰਤਾ ਜਦੋਂ ਬੱਚੇ ਉਹ ਸ਼ਹੀਦ ਹੋਏ ਚਮਕੌਰ ਦੇ ਯੁੱਧ ਵਿੱਚ। ਜ਼ੋਰਾਵਰ ਤੇ ਫਤਿਹ ਸਿੰਘ ਨੂੰ ਨੀਹਾਂ ਵਿੱਚ ਖਿਲਾਰ ਤੇ ਛੋਟੇ ਸਾਹਿਬਜ਼ਾਦੇ 5 ਤੇ 9 ਸਾਲ ਦੀ ਉਮਰਾਂ ਦੇ ਬੱਚੇ ਨੂੰ ਉਹਨਾਂ ਨੇ ਨੀਹਾਂ ਵਿੱਚ ਖੜਾ ਕਰਤਾ। ਉਹ ਨੀਹਾਂ ਵਿੱਚ ਸ਼ਹੀਦੀ ਪਾ ਗਏ। ਸਿੱਖੀ ਸਿਧਾਂਤ ਨਿਭਾਉਣਾ ਦੱਸਿਆ ਕਰਕੇ ਦੋਵੇਂ ਪਾਰ। ਉਹਨਾਂ ਨੇ ਮਹਾਰਾਜ ਨੇ ਦੱਸਤਾ ਸਾਰੇ ਸੰਸਾਰ ਨੂੰ ਕਿ ਸਿੱਖੀ ਸਿਦਕ ਕਿਸ ਤਰ੍ਹਾਂ ਨਿਭਾਉਣਾ ਚਾਹੀਦਾ ਹੈ ਆਪਣੇ ਲਾਲਾਂ ਨੂੰ ਵਾਰ ਕੇ। ਘਰ ਆਏ ਦਾ ਆਦਰ ਦੇ ਕੇ ਪੁੱਛਿਆ ਸਾਹਿਬਾਂ ਨਾਲ ਜਦੋਂ ਘਰ ਪਹੁੰਚੇ ਮਹਾਰਾਜ ਸ਼ਹੀਦ ਸਾਰੇ ਹੋ ਗਏ ਬੱਚੇ ਤੇ ਮਹਾਰਾਜ ਨੇ ਪੁੱਛਿਆ ਬਈ ਤੁਸੀਂ ਇਕੱਲੇ ਆਏ ਹੋ ਤੇ ਬੱਚੇ ਕਿੱਥੇ ਨੇ? ਤੇ ਮਹਾਰਾਜ ਅੱਗੋਂ ਕੀ ਜਵਾਬ ਦੇ ਰਹੇ ਆ? ਕਿੱਧਰ ਉਹ ਪੁੱਛ ਰਿਹਾ ਘਰ ਆਇਆਂ ਨੂੰ ਪੁੱਛਿਆ ਨਾਰ ਕਿੱਧਰ ਗਏ ਮੇਰੇ ਲਾਡ ਦੁਲਾਰੇ, ਕਿੱਧਰ ਅਜੀਤ ਜੁਝਾਰ? ਕਿ ਦੱਸੋ ਵੀ ਮੈਂ ਸਾਡੇ ਆਪਣੇ ਬੱਚੇ ਰਾਜ ਦੁਲਾਰੇ ਆਪਣੇ ਲਾਲ ਕਿੱਥੇ ਨੇ? ਅਜੀਤ ਤੇ ਜੁਝਾਰ ਕਿੱਥੇ ਨੇ? ਜ਼ੋਰਾਵਰ ਤੇ ਫਤਿਹ ਸਿੰਘ ਜੀ ਕਹਿੰਦੇ ਭੋਲੀਏ ਚੰਨ ਤੇਰੇ ਹਾਂ ਤੇਰੇ ਤਾਂ ਕੀ ਕਰਤਾ ਤੇਰੇ ਚੰਨਾਂ ਨੂੰ ਮੈਂ ਆਇਆ ਪਾਰ ਉਤਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਚਾਰ ਮੈਂ ਵਾਰ ਆਇਆ ਸਿੱਖੀ ਦੇ ਉੱਤੋਂ ਤੇ ਸਾਰੇ ਸਿੱਖ ਮੇਰੇ ਹੀ ਨੇ। ਕਿੰਨੇ ਹਜ਼ਾਰਾਂ ਸਿੱਖ ਜਿਹੜੇ ਹੈ ਇਹ ਸਾਰੇ ਹੀ ਮੇਰਾ ਹੀ ਮੇਰੇ ਬੱਚਿਆਂ ਦਾ ਹੀ ਰੂਪ ਨੇ। ਇਹੀ ਅਜੀਤ ਜੁਝਾਰ ਨੇ, ਇਹੀ ਜ਼ੋਰਾਵਰ ਫਤਿਹ ਸਿੰਘ ਨੇ। ਲੇਕਿਨ ਅੱਜ ਆਪਣੇ ਜ਼ੋਰਾਵਰ ਫਤਿਹ ਸਿੰਘ ਜੁਝਾਰ ਕਿੱਥੇ ਜਾ ਰਹੇ ਨੇ? ਕਿੱਥੇ ਪਹੁੰਚ ਰਹੇ ਆ? ਉਹ ਸਿੱਖੀ ਤੋਂ ਹੀ ਪਤਿਤ ਹੋਈ ਜਾ ਰਹੇ ਆ। ਤੋ ਪਰਮਾਤਮਾ ਸਾਡੇ ਤੇ ਮਿਹਰ ਕਰਨ, ਬਖਸ਼ਿਸ਼ ਕਰਨ, ਸਾਨੂੰ ਸਿੱਖੀ ਸਿਦਕ ਬਖਸ਼ਣ, ਬੱਚਿਆਂ ਨੂੰ ਸਮੱਤ ਬਖਸ਼ਣ, ਆਪਣੇ ਲੜ ਲਾਲਿਆਂ ਮਿਹਰ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले सो निहाल सत ਸਤਿ ਸ੍ਰੀ श्री ਅਕਾਲ। अकाल ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ वाहिगुरु जी की ਖਾਲਸਾ फतेह ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ। ਜੀ। वाहिगुरु जी की ਵਾਹਿਗੁਰੂ ਜੀ ਕਾ फतेह ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, वाहिगुरु जी का ਵਾਹਿਗੁਰੂ खालसा ਜੀ की वाहिगुरु जी की फतेह ਵਾਹਿਗੁਰੂ ਜੀ का ਫਤਿਹ खालसा ਵਾਹਿਗੁਰੂ ਜੀ ਕੀ वाहिगुरु जी की ਫਤਿਹ। फतेह वाहिगुरु जी ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਹਾਂ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ, ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਗੁਰਮੁਖੋ ਜੀ, ਵਾਹਿਗੁਰੂ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ- ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣਾ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾਤਾ ਆਪ ਬਖਸ਼ਣ ਹਾਰੋ ਬਖਸ਼ ਲੈਣਾ। ਮਿਹਰ ਕਰਨੀ ਆਪਣਾ ਮੇਰਾ ਭਰਿਆ ਹੱਥ ਸਿਰ ਤੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈਣੀ ਹੈ ਸੱਚੇ ਪਾਤਸ਼ਾਹ ਜੀ। ਆਪ ਨੇ ਲਈ ਹੈ, ਆਪ ਦਾ ਕੋਟਾਨ ਕੋਟਾਨ ਧੰਨਵਾਦ ਹੈ, ਕੋਟਾਨ ਕੋਟਾਨ ਸ਼ੁਕਰਾਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਹੁਣ ਸੇਵਾ ਜਿਹੜੀ ਹੈ ਆਪਣੀ ਡਿਊਟੀ ਕਰ ਸਕਦੇ ਆ। ਮੈਨੂੰ ਤਾਂ ਅਜੇ ਇੰਨੀ ਡਿਟੇਲ ਪਤਾ ਨਹੀਂ ਹੈ ਵੀ ਕਿਹਦੀ ਵਾਰੀ ਹੈ। ਅਗਰ ਭਾਈ ਵੀਰ ਜੀ ਜਸਵਿੰਦਰ ਸਿੰਘ ਜੀ ਜੰਮੂ ਵਾਲੇ ਹੈਗੇ ਤੇ ਉਹ ਸੰਭਾਲ ਲੈਣ ਡਿਊਟੀ, ਫਿਰ ਮੈਂ ਡਿਟੇਲ ਦੇਖ ਕੇ ਫਿਰ ਮੈਂ ਕੱਲ ਤੋਂ ਸੰਭਾਲ ਲਾਂਗੀ ਜੇ ਆਏ ਹੋਏ ਨੇ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮ, ਵਾਹਿਗੁਰੂ ਜੀ। ਇਹ ਭੈਣ ਜੀ ਹੁਣ ਨਾ 5 ਮਿੰਟ ਦਾ ਸਿਮਰਨ ਹੋਏਗਾ, ਉਸ ਤੋਂ ਬਾਅਦ ਭੈਣ ਜੀ ਆਪਣੇ ਮਾਤਾ ਜੀ ਦਰਸ਼ਨ ਕੌਰ ਜੀ ਰੋੜੀਆਂ ਅੱਛਾ ਵਾਲੇ, ਠੀਕ ਉਹਨਾਂ ਦੀ ਸੇਵਾ। ਠੀਕ ਹਾਂਜੀ ਹੈ ਹਾਂਜੀ। ਜੀ, ਤੁਸੀਂ ਹੁਣ ਸਿਮਰਨ ਕਰਾਓ ਸੰਗਤ ਨੂੰ, ਫਿਰ ਵਾਹਿਗੁਰੂ ਜੀ ਮਿਹਰ ਕਰੋ। ਵੀਰ ਜੀ ਜਸਵਿੰਦਰ ਸਿੰਘ ਜੰਮੂ ਵਾਲੇ ਵੀਰ ਜੀ ਜੇ ਵਿੱਚ ਨੇ ਤੇ ਉਹ ਉਹ ਸੇਵਾ ਤੇ ਕਰਦੇ ਆਏ ਨੇ ਨਹੀਂ, 5 ਮੈਨੂੰ ਮਿੰਟ ਨਜ਼ਰ ਨਹੀਂ ਆ ਵਾਸਤੇ। ਰਹੇ। ਹਾਂਜੀ